हाँ जी, सत श्री अकाल। मैं ਕੁਲਦੀਪ ਸਿੰਘ ਸਿੱਧੂ ਤੇ ਆਪਾਂ ਕੰਪਿਊਟਰ ਦੇ ਕੁਐਸਚਨ ਡਿਸਕਸ ਕਰ ਰਹੇ ਹਾਂ ਜਿਹੜੇ ਕਿ ਸਬ ਇੰਸਪੈਕਟਰ ਪੇਪਰ ਦੇ ਵਿੱਚ ਆਏ ਹੋਏ ਨੇ। ਸੋ ਇਹ 2021 ਦੇ ਵਿੱਚ ਪੇਪਰ ਹੋਇਆ ਸੀ ਸਬ ਇੰਸਪੈਕਟਰ ਦਾ। ਇਹ ਪੇਪਰ ਕੈਨਸਲ ਹੋ ਗਿਆ ਸੀ। ਉਹਦੇ ਵਿੱਚੋਂ ਪਹਿਲੇ ਪਾਰਟ ਦੇ ਵਿੱਚ ਆਪਾਂ 19 ਅਗਸਤ 2021 ਨੂੰ ਜਿਹੜਾ ਪੇਪਰ ਹੋਇਆ ਸੀ ਉਹਦੇ ਵਿੱਚੋਂ ਆਪਾਂ ਕੁਐਸਚਨ ਦੇਖ ਚੁੱਕੇ ਹਾਂ। 30 ਕੁਐਸਚਨ ਆਉਂਦੇ ਨੇ ਇਸ ਪੇਪਰ ਦੇ ਵਿੱਚ। 30 ਨੰਬਰਾਂ ਦਾ ਕੰਪਿਊਟਰ ਆਊਗਾ ਆਪਾਂ ਨੂੰ। ਸੋ ਸਟੂਡੈਂਟਸ ਨੂੰ ਥੋੜਾ ਜਿਹਾ ਔਖਾ ਲੱਗਿਆ ਸੀ, ਪਰ ਇਹ ਲੈਵਲ ਠੀਕ ਹੈ। ਆਪਾਂ ਇਹਨੂੰ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਬਾਹਰੋਂ ਆਇਆ ਸੀ। ਹਾਂ ਠੀਕ ਹੈ, ਇਹ ਕਹਿ ਲਓ ਵੀ 2-3 ਕੁਐਸਚਨ ਸੀਗੇ ਜਿਹੜੇ ਥੋੜੇ ਜਿਹੇ ਆਸੇ ਪਾਸੋਂ ਆਏ ਸੀ, ਪਰ ਹੈਗੇ ਉਹ ਕੰਪਿਊਟਰ ਦੇ ਸੀ। ਆਪਾਂ ਇਹ ਨਹੀਂ ਕਹਿ ਸਕਦੇ, ਠੀਕ ਹੈ। ਸੋ ਸਾਰੇ ਕੁਐਸਚਨ ਹੀ ਮੈਂ ਕਰਾਉਂਗਾ ਤੁਹਾਨੂੰ, ਤੁਸੀਂ ਟੈਨਸ਼ਨ ਨਹੀਂ ਲੈਣੀ। ਤੁਸੀਂ ਨਾਲ ਨਾਲ ਜੋ ਮੈਂ ਥਿਊਰੀ ਕਰਾਉਂਗਾ, ਮੈਂ ਇਕੱਲੇ ਆਨਸਰ ਨਹੀਂ ਦੱਸ ਰਿਹਾ ਵੀ ਸਿਰਫ ਪਹਿਲੇ ਦਾ ਏ ਹੈ ਜੀ ਦੂਜੇ ਦਾ ਬੀ ਹੈ। ਆਪਾਂ ਡਿਟੇਲ ਦੇ ਵਿੱਚ ਕੰਮ ਕਰ ਰਹੇ ਹਾਂ, ਤਾਂ ਕਰਕੇ ਉਹਦੇ ਨਾਲ ਮਿਲਦੇ ਜੁਲਦੇ ਕੁਐਸਚਨ ਵੀ ਤੁਹਾਡੇ ਸੋਲਵ ਹੋਣਗੇ। ਜੇ ਆਪਾਂ 30 ਕੁਐਸਚਨ ਸੋਲਵ ਕਰ ਰਹੇ ਹਾਂ ਤਾਂ ਉਹਦੇ ਨਾਲ 100-125 ਕੁਐਸਚਨ ਨਾਲ ਹੋਰ ਵੀ ਪੱਕਾ ਕਰ ਰਹੇ ਹਾਂ। ਸੋ ਆਪਾਂ ਦੇਖਦੇ ਹਾਂ ਅੱਜ ਦੂਜਾ ਪਾਰਟ 20 ਅਗਸਤ 2021 ਨੂੰ ਜਿਹੜਾ ਪੇਪਰ ਹੋਇਆ। ਉਹਦੇ ਵਿੱਚੋਂ ਪਹਿਲਾ ਕੁਐਸਚਨ ਹੈਗਾ, ਕਹਿੰਦਾ ਏ ਡੈਸ਼ ਇਜ਼ ਐਨ ਆਈਡੀਅਲ ਆਊਟਪੁੱਟ ਡਿਵਾਈਸ ਫॉर ਆਰਕੀਟੈਕਟ ਜਨਰੇਟਿੰਗ ਹਾਈ ਪ੍ਰੈਸੀਜਨ ਹਾਰਡ ਕਾਪੀ ਗ੍ਰਾਫਿਕ ਆਊਟਪੁੱਟ ਆਫ ਵੇਰਿੰਗ ਸਾਈਜ਼। ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਸਟੇਟਮੈਂਟ ਵੱਡੀ ਹੋ ਜਾਂਦੀ ਆਪਾਂ ਨੂੰ ਸਮਝਣਾ ਆਉਣਾ ਔਖਾ ਹੋ ਜਾਂਦਾ ਹੈ। ਉਹ ਡੈਸ਼ ਦੀ ਜਗ੍ਹਾ ਤੇ ਕਹਿੰਦਾ ਕਿਹੜਾ ਇਹਨਾਂ ਚੋਂ ਡਿਵਾਈਸ ਆਊਗਾ। ਕੀ ਉਹ ਪਲੋਟਰ ਹੋ ਸਕਦਾ ਹੈ, BDT ਹੋ ਸਕਦਾ ਹੈ। BDT ਹੁੰਦਾ ਵਿਜ਼ੂਅਲ ਡਿਸਪਲੇ ਟਰਮੀਨਲ। ਵਿਜ਼ੂਅਲ ਜਾਂ ਵੀਡੀਓ ਜਾਂ ਵਿਜ਼ੂਅਲ ਇੱਕੋ ਹੀ ਗੱਲ ਹੈ। ਡਿਸਪਲੇ ਟਰਮੀਨਲ ਤਾਂ ਇਹ ਇੱਕ ਕੰਪਿਊਟਰ ਸਕਰੀਨ ਹੁੰਦੀ ਹੈ ਜਿਹੜੀ ਮੋਸਟਲੀ ਹਸਪੀਟਲਸ ਦੇ ਵਿੱਚ ਜਾਂ ਕਿਸੇ ਇੰਸਟੀਚਿਊਟ ਦੇ ਵਿੱਚ ਲੱਗੀ ਹੁੰਦੀ। ਉਹਦੇ ਤੇ ਸਾਨੂੰ ਦਿਖ ਰਿਹਾ ਹੁੰਦਾ ਵੀ ਅਸੀਂ ਕਾਲਜ ਯੂਨੀਵਰਸਿਟੀ ਜਾਂਦੇ ਹਾਂ, ਉਹ ਇਨਫੋਰਮੇਸ਼ਨ ਆਪਦੀ ਡਿਸਪਲੇ ਕਰ ਰਹੇ ਹੁੰਦੇ ਨੇ। ਪ੍ਰਿੰਟਰ ਇੱਕ ਆਊਟਪੁੱਟ ਡਿਵਾਈਸ ਆਪਾਂ ਨੂੰ ਪਤਾ ਹੈ। ਮੋਨੀਟਰ ਵੀ ਆਊਟਪੁੱਟ ਡਿਵਾਈਸ ਹੈ। ਪਲੋਟਰ ਹੈ ਜਿਹੜਾ, ਇਹ ਪ੍ਰਿੰਟਰ ਦੇ ਦਾਦੇ ਪੜਦਾਦਿਆਂ ਚੋਂ ਪ੍ਰਿੰਟਰ ਦਾ ਆਪਾਂ ਕਹਿ ਸਕਦੇ ਹਾਂ। ਪਲੋਟਰ ਇੱਕ ਬਹੁਤ ਵੱਡਾ ਪ੍ਰਿੰਟਰ ਹੁੰਦਾ ਜਿਹੜਾ ਵੱਡੀਆਂ ਫਲੈਕਸਾਂ ਨੂੰ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ। ਸੋ ਇਹਦੇ ਦੁਆਰਾ ਆਪਾਂ ਫਿਰ ਜਿਵੇਂ ਕੁਐਸਚਨ 'ਚ ਪੁੱਛ ਰਿਹਾ ਆਈਡੀਅਲ ਆਊਟਪੁੱਟ ਡਿਵਾਈਸ ਹੈ, ਤਾਂ ਹੈਗਾ ਤਾਂ ਆਊਟਪੁੱਟ ਡਿਵਾਈਸ ਹੈ। ਪ੍ਰਿੰਟਰ ਵੀ ਇੱਕ ਆਊਟਪੁੱਟ ਡਿਵਾਈਸ ਹੈ, ਬਟ ਪ੍ਰਿੰਟਰ ਦੇ ਵਿੱਚ ਵੱਡੇ ਸਾਰੇ ਮੈਪ ਵਗੈਰਾ ਜਿਵੇਂ ਆਰਕੀਟੈਕਟ ਜਨਰੇਟਿੰਗ ਹਾਈ ਪ੍ਰੈਸੀਜਨ ਹਾਰਡ ਕਾਪੀ ਕਹਿ ਰਿਹਾ। ਹਾਈ ਪ੍ਰੈਸੀਜਨ ਹੋਵੇ ਤੇ ਆਰਕੀਟੈਕਟ ਜਨਰੇਟਿੰਗ ਯਾਨੀ ਕਿ ਬਿਲਡਿੰਗਾਂ ਦੇ ਆਪਾਂ ਨਕਸ਼ੇ ਬਣਾਉਣੇ ਨੇ, ਉਹਨਾਂ ਦੇ ਲਈ ਕਹਿੰਦਾ ਕਿਹੜਾ ਡਿਵਾਈਸ ਵਰਤਿਆ ਜਾ ਸਕਦਾ। ਸੋ ਇਹਦਾ ਫਿਰ ਆਨਸਰ ਇਹ ਹੈ ਪਲੋਟਰ। ਪਲੋਟਰ ਐਵੇਂ ਦਾ ਡਿਵਾਈਸ ਹੁੰਦਾ ਜਿਹਦੇ ਦੁਆਰਾ ਆਪਾਂ ਵੱਡੇ ਹਾਈ ਪ੍ਰੈਸੀਜਨ ਮੈਪ ਵਗੈਰਾ ਆਰਕੀਟੈਕਟ ਦੇ ਲਈ ਬਣਾ ਸਕਦੇ ਹਾਂ, ਠੀਕ ਹੈ। ਸੋ ਨੈਕਸਟ ਕੁਐਸਚਨ ਹੈਗਾ ਆਪਣੇ ਕੋਲੇ, ਪ੍ਰੋਟੋਕਾਲ ਲਾਈਕ ਰੀਅਲ ਟਾਈਮ ਟਰਾਂਸਫਰ ਪ੍ਰੋਟੋਕਾਲ। ਪਹਿਲਾਂ ਤਾਂ ਆਪਾਂ ਨੂੰ RTP ਦੀ ਐਬਰੀਵੇਸ਼ਨ ਆਪਾਂ ਯਾਦ ਕਰ ਲਈਏ। ਰੀਅਲ ਟਾਈਮ ਟਰਾਂਸਪੋਰਟ ਪ੍ਰੋਟੋਕਾਲ ਮੇ ਰਨ ਓਵਰ ਅਨਰਿਲਾਇਬਲ UDP ਇਨਸਟੈਡ ਆਫ ਰਿਲਾਇਬਲ TCP। ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕਰ ਚੁੱਕੇ ਹਾਂ ਕਿ UDP ਤੇ TCP ਦੇ ਵਿੱਚ ਕੀ ਫਰਕ ਹੈ। UDP ਹੁੰਦਾ ਹੈ ਯੂਜ਼ਰ ਡੇਟਾਗ੍ਰਾਮ ਪ੍ਰੋਟੋਕਾਲ। ਵਾਟ ਇਜ਼ ਦਾ ਫੁੱਲ ਫਾਰਮ ਆਫ UDP ਦੀ ਫੁੱਲ ਫਾਰਮ ਪੁੱਛੀ ਮੈਂ ਲਾਸਟ ਵਾਰੀ ਵੀ ਦੱਸਿਆ ਸੀ ਤੁਹਾਨੂੰ ਨਾ, ਯੂਜ਼ਰ ਡੇਟਾਗ੍ਰਾਮ ਪ੍ਰੋਟੋਕਾਲ। ਯੂਜ਼ਰ ਡਾਇਗ੍ਰਾਮ ਨਹੀਂ ਹੁੰਦਾ, ਡਿਲੀਸ਼ਨ ਨਹੀਂ ਹੁੰਦਾ, ਡਰਾਫਟ ਨਹੀਂ ਹੁੰਦਾ। ਆਨਸਰ ਤਾਂ ਹੁਣ ਇਹਦਾ ਇਹ ਹੈ। UDP ਕੀ ਹੁੰਦਾ, ਅਨਰਿਲਾਇਬਲ ਸਰਵਿਸ ਹੈ। TCP ਇੱਕ ਰਿਲਾਇਬਲ ਸਰਵਿਸ ਹੈ। ਲਾਸਟ ਟਾਈਮ ਆਪਾਂ ਗੱਲ ਕੀਤੀ ਸੀ, ਉਹਦੇ 'ਚ ਆਪਾਂ ਐਗਜ਼ਾਮਪਲ ਲਈ ਸੀ ਕਿ ਰੇਲਵੇ ਸਟੇਸ਼ਨਾਂ ਵਾਲੇ, ਰੇਲਵੇ ਵਾਲੇ ਜਾਂ ਬੱਸਾਂ ਵਾਲੇ ਉਹ ਕੋਈ ਕੇਅਰ ਨਹੀਂ ਕਰਦੇ ਸਵਾਰੀਆਂ ਨੂੰ, ਬਸ ਜਿੱਥੋਂ ਚੱਕੀਆਂ ਚੜ੍ਹ ਗਈਆਂ ਜਿਹੜੇ ਸੱਟ ਵੱਜ ਗਈ ਤਾਂ ਵੀ ਉਹ ਫੇਡ ਫੂਡ ਮਾਰਦੇ ਲੰਘ ਜਾਂਦੇ ਹੈ ਨਾ। ਸੋ ਉਹ ਹੈਗੇ ਨੇ UDP, ਕੋਈ ਉਹਨਾਂ ਦੀ ਭਰੋਸੇਯੋਗਤਾ ਨਹੀਂ। ਤੇ ਆਪਾਂ ਰਿਲੇਟ ਕੀਤਾ ਸੀ TCP ਦੇ ਨਾਲ ਸਕੂਲ ਦੇ ਬੱਚਿਆਂ ਵਾਲੀ ਵੈਨ। ਉਹ ਆਪੇ ਉਹਨਾਂ 'ਚ ਇੱਕ ਡਰਾਈਵਰ ਹੁੰਦਾ, ਇੱਕ ਕੰਡਕਟਰ ਹੁੰਦਾ। ਕੰਡਕਟਰ ਆਪ ਹੀ ਬੱਚਿਆਂ ਨੂੰ ਚੜਾਉਂਦਾ ਤੇ ਆਪ ਹੀ ਲਾਉਂਦਾ। ਤੇ ਪਿੱਛੇ ਜੇ ਇੱਕ ਸਾਊਥ ਦੀ ਵੀਡੀਓ ਵਾਇਰਲ ਹੋਈ ਸੀ, ਤੁਹਾਨੂੰ ਪਤਾ ਹੋਣਾ ਵੀ ਉਹ ਜਿਹੜਾ ਬੱਸ ਦਾ ਕੰਡਕਟਰ ਸੀਗਾ ਉਹ ਸਕੂਲ ਦੇ ਬੱਚਿਆਂ ਵਾਲੀ ਵੈਨ ਦਾ ਕੰਡਕਟਰ ਸੀ। ਸੋ ਜਦੋਂ ਉਹ ਇੱਕ ਬਜ਼ੁਰਗ ਤੇ ਲੇਡੀਜ਼ ਹੁੰਦੇ ਨੇ, ਉਹ ਉਤਰਨਾ ਚਾਹੁੰਦੇ ਨੇ ਤੇ ਉਹ ਫੜ ਕੇ ਲੇਡੀਜ਼ ਨੂੰ ਵੀ ਥੱਲੇ ਤਾਰ ਦਿੰਦਾ। ਸੋ ਉਹਦੀ ਟ੍ਰੇਨਿੰਗ ਹੋਈ ਹੁੰਦੀ ਆ ਐਵੇਂ ਦੀ, ਹੈ ਨਾ। ਸੋ ਉਹਨਾਂ ਨੂੰ ਅਸੀਂ ਬੋਲ ਦਿੰਦੇ ਹਾਂ ਰਿਲਾਇਬਲ। ਤਾਂ ਉਵੇਂ ਹੀ TCP ਵਾਲੀਆਂ ਉਹ ਵਾਲੀਆਂ ਸਰਵਿਸਿਜ਼ ਨੇ ਜਿਨ੍ਹਾਂ ਦੀ ਰਿਲਾਇਬਿਲਿਟੀ ਜ਼ਿਆਦਾ, ਜਿਨ੍ਹਾਂ ਤੇ ਆਪਾਂ ਭਰੋਸਾ ਕਰ ਸਕਦੇ ਹਾਂ ਵੀ ਸਾਡਾ ਡੇਟਾ ਜਿਹੜਾ ਸੇਫਲੀ ਪਹੁੰਚੂਗਾ, ਠੀਕ ਹੈ ਜੀ। ਮੈਂ ਲਿਸਟ ਵੀ ਪ੍ਰੋਵਾਈਡ ਕਰ ਚੁੱਕਿਆ ਵੀ ਕਿਹੜੀਆਂ UDP ਕਿਹੜੀਆਂ TCP ਨੂੰ ਯੂਜ਼ ਕਰਦੀਆਂ ਨੇ ਪ੍ਰੋਟੋਕੋਲਸ। ਕਲੀਅਰ। ਸੋ ਫਿਰ ਇਹਦਾ ਇਹ ਆਨਸਰ ਹੈ। ਅਗਲਾ ਕੁਐਸਚਨ ਹੈਗਾ, ਕਹਿੰਦਾ ਲੀਜ਼ ਲਾਈਨ ਇਜ਼ ਆਲਸੋ ਨੋਨ ਐਜ਼। ਲੀਜ਼ ਲਾਈਨ ਨੂੰ ਕਹਿੰਦਾ ਕੀ ਬੋਲਦੇ ਹਾਂ ਅਸੀਂ। ਲੀਜ਼ ਲਾਈਨ ਇੱਕ ਡੈਡੀਕੇਟਡ ਲਾਈਨ ਹੁੰਦੀ, ਆਪਾਂ ਪੜ੍ਹ ਲੈਂਦੇ ਹਾਂ ਥੋੜਾ ਜਿਹਾ ਪਹਿਲਾਂ। ਲੀਜ਼ ਲਾਈਨ ਇਜ਼ ਏ ਪ੍ਰਾਈਵੇਟ ਟੈਲੀਕਮਿਊਨੀਕੇਸ਼ਨ ਸਰਕਟ ਆਪਾਂ ਕਿਸੇ ਨੂੰ ਬੋਲਦੇ ਨੇ। ਇੱਥੋਂ ਲੈ ਕੇ ਇਹ ਮੰਨ ਲਓ ਇੰਟਰਨੈਟ ਹੈ ਤੇ ਆਪਣਾ ਹੋਮ ਨੈਟਵਰਕ ਹੈ। ਇੱਕ ਆਪਾਂ ਲਾਈਨ ਲੈ ਲਈ, ਪ੍ਰਾਈਵੇਟ ਬੋਲਦੇ ਇਹਨੂੰ ਅਸੀਂ, ਆਪਦੀ ਪਰਸਨਲ ਲਾਈਨ ਲੈ ਲਈ ਕਿਉਂਕਿ ਸਾਨੂੰ ਹਾਈ ਸਪੀਡ ਇੰਟਰਨੈਟ ਚਾਹੀਦਾ, ਇਸ ਨੂੰ ਸਰਕਟ ਵੀ ਬੋਲਿਆ ਜਾਂਦਾ। ਬਿਟਵੀਨ 2 ਔਰ ਮੋਰ ਲੋਕੇਸ਼ਨ ਪ੍ਰੋਵਾਈਡਡ ਅਕੋਰਡਿੰਗ ਟੂ ਦੀ ਕਮਰਸ਼ੀਅਲ ਕੰਟਰੈਕਟ। ਸਾਨੂੰ ਕਿਸੇ ਕਮਰਸ਼ੀਅਲ ਕੰਟਰੈਕਟ ਦੇ ਵਿੱਚ
ਇੰਟਰਨੈਟ ਦਾ ਚਾਹੀਦਾ ਵੀ ਅਸੀਂ ਚਾਹੁੰਦੇ ਹਾਂ ਵੀ ਇੰਟਰਨੈਟ ਜਿੱਥੇ ਸਾਡੀ ਪਰਸਨਲ ਲਾਈਨ ਹੀ ਹੋਵੇ, ਹੋਰ ਕੋਈ ਯੂਜ਼ ਨਾ ਕਰ ਸਕੇ, ਕਿਉਂਕਿ ਸਾਨੂੰ ਬਹੁਤ ਜ਼ਿਆਦਾ ਹਾਈ ਸਪੀਡ ਚਾਹੀਦੀ ਹੈ। ਅਸੀਂ ਕਹਾਂਗੇ ਯਾਰ ਜਿਵੇਂ ਆਪਾਂ ਕੇਬਲ ਟੀਵੀ ਨਹੀਂ ਲਵਾਉਂਦੇ ਸੀ ਪਹਿਲਾਂ, ਰਾਹ 'ਚ ਲੋਕ ਕੁੰਡੀਆਂ ਲਾ ਲੈਂਦੇ ਸੀ ਪੱਗ ਪੈਨ ਲਾ ਕੇ, ਬਕਸੂਏ 'ਚ ਲਾ ਕੇ, ਹਨਾ। ਸੋ ਉਹਦੇ ਨਾਲ ਕੀ ਹੁੰਦਾ ਸੀ, ਸਾਡੇ ਘਰੇ ਘੱਟ ਲੋਅ ਕੁਆਲਿਟੀ ਦੀ ਫੋਟੋ ਹੁੰਦੀ ਸੀ। ਜੇ ਅਸੀਂ ਕਹਿ ਦਈਏ ਅਸੀਂ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਵੀ ਸਾਡੀ ਸਪੈਸ਼ਲ ਲਾਈਨ ਪਾ ਦਿਓ, ਲੀਜ਼ ਲਾਈਨ ਪਾ ਦਿਓ, ਉਹਦੇ 'ਚ ਉਹ ਫਿਰ ਵੱਡੀ ਸਾਰੀ ਵਾਇਰ ਪਾ ਦੇਣਗੇ ਜਿਹਦੇ ਤੇ ਉਹ ਪੱਗ ਪੈਨ ਵਗੈਰਾ ਕੰਮ ਨਹੀਂ ਕਰਨਗੇ, ਉਹਨੂੰ ਲੀਜ਼ ਲਾਈਨ ਬੋਲ ਦਿੰਦੇ ਆ। ਪ੍ਰਾਈਵੇਟ ਸਰਕਟ ਵੀ ਬੋਲਿਆ ਜਾਂਦਾ ਇਹਨੂੰ, ਯੂਕੇ ਦੇ ਵਿੱਚ ਡਾਟਾ ਲਾਈਨ ਵੀ ਬੋਲਿਆ ਜਾਂਦਾ, ਹਨਾ। ਈਚ ਸਾਈਡ ਆਫ ਦਾ ਲਾਈਨ ਇਜ਼ ਪਰਮਾਨੈਂਟਲੀ ਕਨੈਕਟਡ, ਆਲਵੇਜ਼ ਐਕਟਿਵ ਐਂਡ ਡੈਡੀਕੇਟਡ ਟੂ ਈਚ ਅਦਰ। ਹੁਣ ਆਪਾਂ ਕੀ ਕਰੀਏ, ਮੰਨ ਲਓ ਮੈਂ ਪਟਿਆਲੇ ਰਹਿਣਾ ਯੂਨੀਵਰਸਿਟੀ ਦੇ ਕੋਲੇ, ਹਨਾ। ਮੈਂ ਯੂਨੀਵਰਸਿਟੀ ਤੋਂ ਲੈ ਕੇ ਸ਼ਹਿਰ ਜਾਣਾ ਹੁੰਦਾ ਡੇਲੀ, ਤਾਂ ਹੁਣ ਉਹ ਟ੍ਰੈਫਿਕ ਬਹੁਤ ਜ਼ਿਆਦਾ ਰਸਤੇ ਦੇ ਵਿੱਚ, ਤਾਂ ਮੈਂ ਕਹਾਂ ਯਾਰ ਆਪਾਂ ਐਂ ਕਰਦੇ ਹਾਂ ਆਪਦੀ ਲੀਜ਼ ਲਾਈਨ ਲੈ ਲੈਂਦੇ ਹਾਂ। ਜੇ ਕੋਈ ਐਵੇਂ ਦਾ ਰੋਡ ਜਿਹੜਾ ਮੇਰੇ ਲਈ ਹੀ ਅਵੇਲੇਬਲ ਹੋਵੇ, ਸਿਰਫ 6 ਕਿਲੋਮੀਟਰ ਦਾ ਅੰਡਰਗਰਾਊਂਡ ਕੋਈ ਐਵੇਂ ਦਾ ਪਾਇਆ ਹੋਵੇ ਰੋਡ, ਤਾਂ ਜੇ ਉਹ ਆਪਣੇ ਲਈ ਅਵੇਲੇਬਲ ਹੋਵੇ, ਕਦੋਂ ਵੀ ਮੈਂ ਜਾ ਸਕਦਾ, ਐਕਟਿਵ ਹੋਵੇ ਤੇ ਡੈਡੀਕੇਟ ਹੋਵੇ, ਮੇਰਾ ਹੋਵੇ, ਤਾਂ ਉਸ ਨੂੰ ਆਪਾਂ ਲੀਜ਼ ਤੇ ਬੋਲਾਂਗੇ ਵੀ ਲੀਜ਼ ਪਾਥ ਲਿਆ ਹੋਇਆ। ਉਵੇਂ ਹੀ ਕੰਪਿਊਟਰ ਦੇ ਵਿੱਚ ਲੀਜ਼ ਲਾਈਨ ਕੀ ਹੁੰਦੀ ਹੈ, ਲੀਜ਼ ਲਾਈਨ ਨੂੰ ਅਸੀਂ ਡੈਡੀਕੇਟਡ ਲਾਈਨ ਵੀ ਬੋਲਦੇ ਹਾਂ। ਕਲੀਅਰ? ਕਿੰਨਾ ਦਾ ਸੌਖਾ ਕੰਮ ਹੈ ਯਾਰ, ਉਹੀ ਬੰਦੇ ਕਹੀ ਜਾਂਦੇ ਔਖਾ ਔਖਾ ਔਖਾ, ਕੁਛ ਵੀ ਨਹੀਂ ਹੈ। ਅਗਲਾ ਕੁਐਸਚਨ ਹੈਗਾ, ਵਿਚ ਆਫ ਦੀ ਫੋਲੋਇੰਗ ਇਜ਼ ਏ ਸ਼ਾਰਟਕਟ ਟੂ ਕਾਪੀ ਦੀ ਸਿਲੈਕਟਡ ਟੈਕਸਟ ਇਨ MS ਵਰਡ 2019। ਦੇਖੋ ਕਿੰਨਾ ਸੌਖਾ ਹੈ। ਕਿਹੜਾ ਸ਼ਾਰਟਕਟ ਹੈ, ਕਹਿੰਦਾ ਕਾਪੀ ਕਰਨ ਦੇ ਲਈ। ਕਾਪੀ ਤਾਂ ਕੰਟਰੋਲ C ਹੁੰਦਾ, ਕੰਟਰੋਲ C ਕਾਪੀ ਦੇ ਲਈ ਹੁੰਦਾ, ਠੀਕ ਹੈ। ਸੋ ਫਿਰ ਇਹਦਾ B ਆਨਸਰ ਹੈ। ਕਾਪੀ ਦੇ ਲਈ ਕੰਟਰੋਲ C, ਕੱਟ ਦੇ ਲਈ ਕੰਟਰੋਲ X, ਪੇਸਟ ਦੇ ਲਈ ਕੰਟਰੋਲ V, ਅੰਡੂ ਕਰਨਾ ਹੈ ਕੰਟਰੋਲ Z ਤੇ ਰੀਡੂ ਕਰਨਾ ਹੈ ਕੰਟਰੋਲ Y। ਕਲੀਅਰ? ਅਗਲਾ ਕੁਐਸਚਨ ਹੈਗਾ ਪੰਜਵਾਂ, ਵਿਚ ਆਫ ਦੀ ਫੋਲੋਇੰਗ ਇਜ਼ ਪ੍ਰੈਜੈਂਟੇਸ਼ਨ ਵਿਊ ਟਾਈਪ ਇਨ MS ਪਾਵਰਪੁਆਇੰਟ 2019। MS ਪਾਵਰਪੁਆਇੰਟ 2019 ਇਹ ਨਾ ਮੈਨਿਊਜ਼ ਨੇ ਪਾਵਰਪੁਆਇੰਟ ਦੀਆਂ। ਫਾਈਲ ਦੇ ਵਿੱਚ ਕੀ ਆਉਂਦਾ ਹੈ, ਹੋਮ ਟੈਬ 'ਚ ਕੀ ਆਉਂਦਾ ਹੈ, ਇਨਸਰਟ ਦੇ ਵਿੱਚ ਕੀ ਆ, ਡਰਾ, ਡਿਜ਼ਾਈਨ, ਟ੍ਰਾਂਜੀਸ਼ਨ, ਐਨੀਮੇਸ਼ਨ, ਇਹਨਾਂ 'ਚੋਂ ਆਹ ਐਲੀਮੈਂਟਾਂ ਬਾਰੇ ਪੁੱਛਿਆ ਜਾਂਦਾ। ਜਿਵੇਂ ਪਹਿਲਾ ਆਪਣਾ ਐਲੀਮੈਂਟ ਕੀ ਹੈ, ਪ੍ਰੈਜੈਂਟੇਸ਼ਨ ਵਿਊ। ਪ੍ਰੈਜੈਂਟੇਸ਼ਨ ਵਿਊ 'ਚ ਕਿਹੜੇ ਕਿਹੜੇ ਨੇ, ਆਊਟਲਾਈਨ ਵਿਊ ਹੈ, ਸਲਾਈਡਰ ਵਿਊ ਹੈ, ਨੋਟ ਪੇਜ ਵਿਊ ਹੈ ਤੇ ਰੀਡਿੰਗ ਵਿਊ ਹੈ। ਦੇਖੋ ਇਹੀ ਪੁੱਛਦਾ ਨਾ, ਕਹਿੰਦਾ ਪਾਵਰਪੁਆਇੰਟ 2019 ਦੇ ਵਿੱਚ ਕਿਹੜਾ ਵਿਊ ਹੈ, ਕੀ ਸਲਾਈਡਰ ਸ਼ਾਰਟਰ ਵਿਊ ਹੈਗਾ, ਸਲਾਈਡਰ ਸ਼ਾਰਟਰ ਹੈਗਾ ਪਹਿਲਾਂ, ਠੀਕ ਹੈ ਬਿਲਕੁਲ। ਨੋਟ ਪੇਜਸ ਵੀ ਹੈਗਾ। ਸੋ ਇਹ ਦੋਨੋਂ ਹੀ ਨੇ, ਬੋਥ 1 and 2। ਤਾਂ ਇਹਦੇ ਮੇਰੇ ਦੱਸਣ ਦਾ ਮੋਟਿਵ ਇਹ ਹੈ ਕਿ ਇਹ ਸਾਰੀਆਂ ਜਿੰਨੀਆਂ ਵੀ ਟੈਬ ਨੇ ਉਹ ਟੈਬ ਦੇ ਆਪਾਂ ਫੰਕਸ਼ਨ ਪੜ੍ਹਨੇ ਨੇ, ਇਹਨਾਂ ਚੋਂ ਪੁੱਛਿਆ ਜਾਂਦਾ ਕੁਐਸਚਨ। ਹੁਣ ਇੱਕ ਕੁਐਸਚਨ ਆ ਗਿਆ, ਇਹ ਪੰਜਵਾਂ, ਇਹਦੇ ਨਾਲ ਦੇ ਆਪਾਂ ਐਕਸਲ ਦੇ ਵੀ ਸਾਰੇ ਇਹ ਟੈਬਸ ਪੜ੍ਹ ਲਾਂਗੇ, ਵਰਡ ਦੇ ਵੀ ਪੜ੍ਹ ਲਾਂਗੇ, ਪਾਵਰਪੁਆਇੰਟ ਦੇ ਵੀ ਪੜ੍ਹ ਲਾਂਗੇ, ਤਾਂ ਫਿਰ ਆਪਣਾ ਕੁਐਸਚਨ ਬਾਹਰੋਂ ਜਾ ਹੀ ਨਹੀਂ ਸਕਦਾ। ਤੇ ਜੇਕਰ ਤੁਸੀਂ ਇਸ ਦੇ ਨੋਟਸ ਲੈਣਾ ਚਾਹੁੰਦੇ ਹੋ ਕੰਪਿਊਟਰ ਦੇ, ਤਾਂ ਅਸੀਂ ਤੁਹਾਨੂੰ ਨੋਟਸ ਵੀ ਪ੍ਰੋਵਾਈਡ ਕਰ ਦਾਂਗੇ। ਤੁਸੀਂ ਮੈਨੂੰ ਇੰਸਟਾਗ੍ਰਾਮ ਦਾ ਲਿੰਕ ਮੈਂ ਦਿੱਤਾ ਹੋਇਆ, ਇੰਸਟਾਗ੍ਰਾਮ ਤੇ ਮੇਰੇ ਨਾਲ ਜੁੜ ਕੇ ਮੈਨੂੰ ਮੈਸੇਜ ਕਰ ਸਕਦੇ ਹੋ, ਆਪਾਂ ਤੁਹਾਨੂੰ ਨੋਟਸ ਪ੍ਰੋਵਾਈਡ ਕਰ ਦਾਂਗੇ, ਠੀਕ ਹੈ। ਸੋ ਇਹਦਾ B ਆਨਸਰ ਹੈ। ਨੈਕਸਟ ਕੁਐਸਚਨ ਹੈ, ਵੈਨ ਡਜ਼ ਐਨ ਆਪਰੇਟਿੰਗ ਸਿਸਟਮ ਵੈਰੀਫਾਈ ਦੀ ਆਇਡੈਂਟੀ ਆਫ ਯੂਜ਼ਰ। ਕਹਿੰਦਾ ਆਪਰੇਟਿੰਗ ਸਿਸਟਮ ਯੂਜ਼ਰ ਦੀ ਆਇਡੈਂਟੀਟੀ ਕਦੋਂ ਵੈਰੀਫਾਈ ਕਰਦਾ। ਜਿਵੇਂ ਆਪਣੇ ਕੋਲੇ ਮੋਬਾਈਲ ਫੋਨ ਹੈ, ਉਹਦੇ ਵਿੱਚ ਵੀ ਆਪਰੇਟਿੰਗ ਸਿਸਟਮ ਹੁੰਦਾ ਨਾ, ਜਾਂ ਕੰਪਿਊਟਰ ਆ ਉਹਦੇ ਵਿੱਚ ਵੀ ਆਪਰੇਟਿੰਗ ਸਿਸਟਮ ਹੁੰਦਾ। ਜੇ ਆਪਾਂ ਉਹਦੇ ਤੇ ਲੌਕ ਲਗਾ ਲਈਏ, ਜਾਂ ਤਾਂ ਪੈਟਰਨ ਜਾਂ ਲਾ ਲੈਂਦੇ ਆਪਾਂ, ਜਾਂ ਨੰਬਰਾਂ ਵਾਲਾ ਅੱਖਰਾਂ ਵਾਲਾ ਲਾ ਲੈਂਦੇ ਹਾਂ, ਹਨਾ। ਜਦੋਂ ਹੀ ਅਸੀਂ ਲੌਗਇਨ ਕਰਦੇ ਹਾਂ ਐਟ ਲੌਗਇਨ ਟਾਈਮ, ਉਦੋਂ ਇਹ ਆਇਡੈਂਟੀਟੀ ਵੈਰੀਫਾਈ ਕਰਦਾ। ਜਿਵੇਂ ਲੇਮਨ ਐਗਜ਼ਾਮਪਲ ਆਪਾਂ ਸਮਝਦੇ, ਆਪਾਂ ਯੂਨੀਵਰਸਿਟੀ ਦੇ ਵਿੱਚ ਜਾਣਾ, ਆਇਡੈਂਟੀਟੀ ਆਪਣੀ ਉਦੋਂ ਹੀ ਚੈੱਕ ਕੀਤੀ ਜਾਂਦੀ ਹੈ ਨਾ ਬਾਹਰ ਗੇਟ ਤੇ, ਉਦੋਂ ਬਾਅਦ ਅਸੀਂ ਜਿੱਥੇ ਮਰਜ਼ੀ ਜਾ ਸਕਦੇ ਹਾਂ। ਪਰ ਅੰਦਰ ਵੀ ਸਾਨੂੰ ਅਥਾਰਟੀ ਹੁੰਦੀ ਹੈ ਵੀ ਕਿੱਥੇ ਅਸੀਂ ਜਾ ਸਕਦੇ ਹਾਂ, ਕਿੱਥੇ ਨਹੀਂ। ਜਿਵੇਂ ਯੂਨੀਵਰਸਿਟੀ ਦੇ ਵਿੱਚ ਆਪਾਂ ਐਗਜ਼ਾਮੀਨੇਸ਼ਨ ਬ੍ਰਾਂਚ ਦੇ ਵਿੱਚ ਨਹੀਂ ਜਾ ਸਕਦੇ, ਜਿੱਥੇ ਪੇਪਰ ਵਗੈਰਾ ਚੈੱਕ ਹੁੰਦੇ ਨੇ, ਹਨਾ, ਜਾਂ ਸ਼ੀਟਾਂ ਬਣਦੀਆਂ ਨੇ, ਉੱਥੇ ਨਹੀਂ ਜਾ ਸਕਦੇ, ਉੱਥੇ ਸਾਡੀ ਐਂਟਰੀ ਬੈਨ ਹੈ। ਇਹਦਾ ਮਤਲਬ ਉੱਥੇ ਸਾਨੂੰ ਅਥਾਰਟੀ ਨਹੀਂ ਹੈ। ਬਟ ਅਸੀਂ ਸਹੀ ਹੈਗੇ ਆ ਕਿ ਨਹੀਂ ਹੈਗੇ, ਉਹ ਸਾਡਾ ਗੇਟ ਤੇ ਚੈੱਕ ਹੋ ਗਿਆ, ਪਾਸ ਬਣ ਗਿਆ, ਜਾਂ ਚਲੋ ਆਈ ਕਾਰਡ ਬਣਿਆ ਹੋਇਆ ਸੀ, ਜਾਂ ਜੇ ਅਸੀਂ ਨਵੇਂ ਆ ਤਾਂ ਅਸੀਂ ਆਈ ਕਾਰਡ ਬਣਾ ਲੈਂਦੇ ਹਾਂ ਵੀ ਅਸੀਂ ਆਹ ਕੰਮ ਦੇ ਲਈ ਯੂਨੀਵਰਸਿਟੀ ਦੇ ਵਿੱਚ ਆਏ ਹਾਂ, ਆਪਦੀ ਆਇਡੈਂਟੀ ਦੇ ਦਿੰਦੇ ਹਾਂ, ਹਨਾ। ਤਾਂ ਲੌਗਇਨ ਟਾਈਮ ਤੇ ਹੁੰਦੀ ਹੈ ਆਇਡੈਂਟੀਟੀ ਚੈੱਕ, ਇਸੇ ਨੂੰ ਹੀ ਅਸੀਂ ਔਥੈਂਟੀਕੇਸ਼ਨ ਬੋਲ ਦਿੰਦੇ ਹਾਂ। ਔਥੈਂਟੀਕੇਸ਼ਨ। ਤੇ ਦੂਸਰਾ ਹੁੰਦਾ ਆਥੋਰਾਈਜੇਸ਼ਨ। ਜਿਹੜੀ ਔਥੈਂਟੀਕੇਸ਼ਨ ਹੈ ਪਹਿਲਾਂ ਹੁੰਦੀ ਹੈ ਲੌਗਇਨ ਟਾਈਮ ਤੇ ਹੁੰਦੀ ਹੈ, ਕਹਿ ਲਓ ਲੌਗਇਨ ਟਾਈਮ। ਇਹ ਬਾਅਦ ਦੇ ਵਿੱਚ ਹੁੰਦੀ ਹੈ ਬਟ ਅਥਾਰਟੀ ਡੂ ਯੂ ਹੈਵ, ਬਟ ਅਥਾਰਟੀ ਡੂ ਯੂ ਹੈਵ ਇਨਸਾਈਡ। ਅੰਦਰ ਜਦੋਂ ਤੁਸੀਂ ਚੱਲੇ ਗਏ ਕੀ ਅਥਾਰਟੀ ਹੈ। ਮੰਨ ਲਓ ਮੈਂ ਤੁਹਾਡਾ ਫੋਨ ਲੈ ਲਿਆ, ਤੁਹਾਡੇ ਫੋਨ ਦੇ ਵਿੱਚ ਤੁਸੀਂ ਮੈਨੂੰ ਆਪਣਾ ਯੂਜ਼ਰ ਨੇਮ ਤੇ ਪਾਸਵਰਡ ਦੱਸਤਾ। ਯੂਜ਼ਰ ਨੇਮ ਪਾਸਵਰਡ ਫੋਨ 'ਚ ਤਾਂ ਨਹੀਂ ਹੁੰਦਾ, ਫੋਨ 'ਤੇ ਤਾਂ ਇਕੱਲਾ ਲੌਕ ਹੋਊਗਾ। ਤੁਸੀਂ ਮੈਨੂੰ ਲੌਕ ਖੋਲ ਕੇ ਦੇਤਾ, ਤਾਂ ਮਤਲਬ ਫੋਨ ਨੂੰ ਇਹ ਲੱਗਿਆ ਵੀ ਇਹ ਔਥੈਂਟਿਕ ਬੰਦਾ ਹੈ। ਚਾਹੇ ਤੁਹਾਡਾ ਫੋਨ ਸੀ
ਪਾਸਵਰਡ ਤਾਂ ਮੈਂ ਸਹੀ ਲਾਇਆ ਨਾ, ਮੈਂ ਆਥੈਂਟਿਕ ਬੰਦਾ। ਜਦੋਂ ਮੈਂ ਅੰਦਰ ਐਂਟਰ ਕਰ ਗਿਆ, ਅੰਦਰ ਮੈਂ ਕੀ ਚੀਜ਼ਾਂ ਦੇਖ ਸਕਦਾ ਜਾਂ ਨਹੀਂ ਦੇਖ ਸਕਦਾ, ਉਹ ਤੁਸੀਂ ਅਥਾਰਟੀ ਮੈਨੂੰ ਦਿੱਤੀ, ਉਹ ਹੈਗੀ ਆਥੋਰਾਈਜੇਸ਼ਨ। ਤਾਂ ਜੇ ਕੁਝ ਮੈਨੂੰ ਐਕਸੈਸ ਕਰਨ ਦੀ, ਗੈਲਰੀ ਐਕਸੈਸ ਕਰਨ ਦੀ ਤੁਸੀਂ ਅਥਾਰਟੀ ਨਹੀਂ ਦਿੱਤੀ ਹੋਈ, ਤਾਂ ਮੇਰੇ ਕੋਲ ਉਹਦੀ ਆਥੋਰਾਈਜੇਸ਼ਨ ਨਹੀਂ ਹੈ। ਕਲੀਅਰ ਹੋ ਗਿਆ? ਅਥੈਂਟੀਕੇਸ਼ਨ ਪਹਿਲਾ ਸਟੈਪ ਹੈ, ਆਥੋਰਾਈਜੇਸ਼ਨ ਦੂਜਾ ਸਟੈਪ ਹੈ। ਤਾਂ ਇਹ ਤਾਂ ਬੜਾ ਸੌਖਾ ਹੀ ਪੁੱਛਿਆ ਸੀ ਵੀ ਆਪਰੇਟਿੰਗ ਸਿਸਟਮ ਵੈਰੀਫਾਈ ਆਇਡੈਂਟੀਟੀ ਕਦੋਂ ਕਰਦਾ? ਲੌਗਇਨ ਟਾਈਮ ਤੇ। ਕਲੀਅਰ ਆਂਸਰ ਇਹ ਹੈ। ਦੇਖੋ ਬੜਾ ਸੌਖਾ ਕੰਮ ਹੈ। ਅਗਲਾ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਟੇਕਸ ਯੂਜ਼ਰ ਕੈਨ, ਵਿਚ ਆਫ ਦੀ ਫੋਲੋਇੰਗ ਟਾਸਕ, ਟੇਕਸ ਨਹੀਂ ਟਾਸਕ, ਵਿਚ ਆਫ ਦੀ ਫੋਲੋਇੰਗ ਟਾਸਕ ਏ ਯੂਜ਼ਰ ਕੈਨ ਪਰਫਾਰਮ ਵਿਦ ਦੀ ਹੈਲਪ ਆਫ ਵੈਬ ਬਰਾਊਜ਼ਰ। ਵੈਬ ਬਰਾਊਜ਼ਰ ਦੇ ਨਾਲ ਕਹਿੰਦਾ ਕਿਹੜੇ ਕਿਹੜੇ ਆਪਾਂ ਟਾਸਕ ਪਰਫਾਰਮ ਕਰ ਸਕਦੇ ਹਾਂ। ਪਹਿਲਾ ਟਾਸਕ ਹੈ ਜਿਵੇਂ ਯੂਜ਼ਰ ਕੈਨ ਐਕਸੈਸ ਦੀ ਸਰਚ ਇੰਜਨਸ, ਬਿਲਕੁਲ ਠੀਕ ਹੈ। ਜਿਵੇਂ ਆਪਾਂ ਗੂਗਲ ਕਰੋਮ ਜਾਂ ਆਪਾਂ ਕਹਿ ਦਈਏ ਕਰੋਮ ਜਾਂ ਮੋਜ਼ਿਲਾ, ਇੱਕ ਯੂਸੀ ਯੂਜ਼ ਕਰਦੇ ਹਾਂ ਆਪਾਂ, ਜ਼ੈਡ-ਸੀ ਨਹੀਂ ਯੂਸੀ, ਇੱਕ ਓਪੇਰਾ। ਇਹ ਤਾਂ ਹੈਗੇ ਨੇ ਵੈਬ ਬਰਾਊਜ਼ਰ। ਇਹਨਾਂ ਵੈਬ ਬਰਾਊਜ਼ਰ ਦੇ ਵਿੱਚ ਆਪਾਂ ਸਰਚ ਇੰਜਨ ਵੀ ਤਾਂ ਚਲਾਉਂਦੇ ਹਾਂ। ਗੂਗਲ ਕਰੋਮ ਦੇ ਵਿੱਚ ਆਪਾਂ ਗੂਗਲ ਚਲਾਉਂਦੇ ਹਾਂ, ਇਹਦੇ ਵਿੱਚ ਆਪਾਂ ਯਾਹੂ ਵੀ ਚਲਾ ਸਕਦੇ ਹਾਂ, ਬਿੰਗ ਵੀ ਚਲਾ ਸਕਦੇ ਹਾਂ। ਤਾਂ ਸਰਚ ਇੰਜਨ ਇੱਕ ਐਵੇਂ ਦਾ ਵੈਬਸਾਈਟ ਹੁੰਦੀ ਹੈ ਜਿਹਦੇ ਦੁਆਰਾ ਪੂਰੀ ਦੁਨੀਆ ਦੇ ਵਿੱਚ ਆਪਾਂ ਸਰਚ ਕਰਦੇ ਹਾਂ। ਤੇ ਵੈਬ ਬਰਾਊਜ਼ਰ ਕੀ ਹੁੰਦਾ? ਜਿਹੜਾ ਸਾਨੂੰ ਇਨਫੋਰਮੇਸ਼ਨ ਨੂੰ ਡਿਸਪਲੇ ਕਰਾਉਂਦਾ। ਸਾਡੇ ਕੰਪਿਊਟਰ ਦੇ ਵਿੱਚ ਪਿਆ ਹੋਇਆ ਸੌਫਟਵੇਅਰ ਜਿਹੜਾ ਚੀਜ਼ਾਂ ਨੂੰ ਸਾਡੇ ਸਾਹਮਣੇ ਦਿਖਾਉਂਦਾ ਹੈ, ਉਸ ਨੂੰ ਅਸੀਂ ਬੋਲਦੇ ਹਾਂ ਵੈਬ ਬਰਾਊਜ਼ਰ। ਕਲੀਅਰ? ਸੋ ਵੈਬ ਬਰਾਊਜ਼ਰ ਦੇ ਵਿੱਚ ਸਰਚ ਇੰਜਨ ਨੂੰ ਕਹਿੰਦਾ ਅਸੀਂ ਐਕਸੈਸ ਕਰ ਸਕਦੇ ਹਾਂ, ਬਿਲਕੁਲ ਠੀਕ ਹੈ ਇਹ ਗੱਲ। ਯੂਜ਼ਰ ਕੈਨ ਐਕਸੈਸ ਦਾ ਈਮੇਲ, ਆਪਾਂ ਇਹਦੇ ਵਿੱਚੋਂ ਈਮੇਲ ਵੀ ਤਾਂ ਖੋਲਦੇ ਹਾਂ ਕਰੋਮ ਯੂਸੀ ਵਗੈਰਾ ਦੇ ਵਿੱਚ, ਹੈ ਨਾ, ਇਹ ਵੀ ਠੀਕ ਹੈ। ਯੂਜ਼ਰ ਕੈਨ ਯੂਜ਼ ਆਲ ਫੈਸਿਲਿਟੀ ਆਫ ਦਾ ਇੰਟਰਨੈਟ, ਸਾਰੀਆਂ ਫੈਸਿਲਿਟੀ ਆਪਾਂ YouTube ਦੇਖ ਸਕਦੇ ਹਾਂ, ਫੇਸਬੁੱਕ ਚਲਾ ਸਕਦੇ ਹਾਂ, ਸਾਰਾ ਕੁਝ ਬਰਾਊਜ਼ਰ ਦੇ ਵਿੱਚ ਚਲਾ ਸਕਦੇ ਹਾਂ। ਤਾਂ ਫਿਰ ਇਹ ਤਿੰਨੋਂ ਹੀ ਗੱਲਾਂ ਠੀਕ ਨੇ। ਇਹ ਗੱਲ ਦੁਬਾਰੇ ਪੜ੍ਹਨੀ, ਇੱਕ ਵਾਰੀ ਆਪਾਂ ਕੁਐਸਚਨ ਪੜ੍ਹ ਲਿਆ ਨਾ, ਵਿਚ ਆਫ ਦੀ ਫੋਲੋਇੰਗ ਟਾਸਕ ਏ ਯੂਜ਼ਰ ਕੈਨ ਪਰਫਾਰਮ, ਜੇ ਕੈਨ ਨਾਟ ਪਰਫਾਰਮ ਆ ਜਾਂਦਾ ਫਿਰ ਇੱਥੇ ਆ ਜਾਂਦਾ ਨਨ ਆਫ ਦੀਜ਼, ਮਤਲਬ ਇਹ ਸਾਰਿਆਂ ਨੂੰ ਪਰਫਾਰਮ ਕਰਦਾ। ਇਹ ਦੁਬਾਰੇ ਧਿਆਨ ਨਾਲ ਪੜ੍ਹਨਾ। ਆਪਾਂ ਕਈ ਵਾਰੀ ਜਲਦਬਾਜ਼ੀ 'ਚ ਆ ਕੇ ਜਦੋਂ ਨੂੰ ਕੁਐਸਚਨ ਪੜ੍ਹ ਲਿਆ, ਆਪਸ਼ਨਾਂ ਪੜ੍ਹਦੇ ਆਪਾਂ ਭੁੱਲ ਜਾਂਦੇ ਹਾਂ ਵੀ ਉਹਨੇ ਟਰੂ ਪੁੱਛਿਆ ਕਿ ਫਾਲਸ ਪੁੱਛਿਆ। ਇਹ ਚੀਜ਼ ਦਾ ਖਾਸ ਖਿਆਲ ਰੱਖਣਾ, ਇੱਥੇ ਸਿਲੀ ਮਿਸਟੇਕਸ ਹੁੰਦੀਆਂ ਨੇ ਆਪਣੀਆਂ, ਠੀਕ ਹੈ। ਸੋ ਦਾ ਇਹ ਆਨਸਰ ਹੈ। ਅਗਲਾ ਕੁਐਸਚਨ ਹੈਗਾ, ਕਹਿੰਦਾ ਹਾਊ ਦੀ ਕਾਰਡਲੈਸ ਮਾਊਸ ਕਮਿਊਨੀਕੇਟਸ। ਕਾਰਡਲੈਸ ਹੁੰਦਾ ਤਾਰ ਤੋਂ ਬਿਨਾਂ, ਤਾਰ ਨੂੰ ਕਾਰਡ ਬੋਲਦੇ ਨੇ, ਹਨਾ, ਤਾਰ ਤੋਂ ਬਿਨਾਂ ਕਹਿੰਦਾ ਕਾਰਡਲੈਸ ਮਾਊਸ ਹੁੰਦਾ। ਉਹ ਕਿਵੇਂ ਕਮਿਊਨੀਕੇਟ ਕਰਦਾ ਆਪਣੇ ਕੋਲੇ, ਠੀਕ ਹੈ। ਇਹ ਕਾਰਡਲੈਸ ਮਾਊਸ ਹੈ, ਇਹ ਇੱਕ ਡਿਵਾਈਸ ਹੁੰਦਾ ਜਿਹਦੇ ਦੁਆਰਾ ਆਪਾਂ ਇੰਟਰਨੈਟ ਚਲਾ ਸਕਦੇ ਹਾਂ। ਇਹ ਕੰਪਿਊਟਰ ਦੇ ਵਿੱਚ ਲੱਗਦਾ, ਵਾਈਫਾਈ ਸਿਗਨਲ ਸੈਂਡ ਕਰਦਾ, ਠੀਕ ਹੈ। ਸੋ ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਜਿਹੜੀ ਬੀ ਆਨਸਰ ਇਹਦਾ ਰੇਡੀਓ ਫ੍ਰੀਕੁਐਂਸੀ ਹੁੰਦੀ ਆ, RF ਵੀ ਬੋਲਦੇ ਨੇ ਇਹਨੂੰ, RF ਫ੍ਰੀਕੁਐਂਸੀ ਦੁਆਰਾ ਇਹਦੇ ਵਿੱਚ ਫ੍ਰੀਕੁਐਂਸੀ ਨਿਕਲਦੀ ਆ ਕੰਪਿਊਟਰ ਦੇ ਵਿੱਚੋਂ ਵੀ। ਦੋਨੇ ਇਹ ਡਿਵਾਈਸ ਹੁੰਦਾ ਜਿਹੜਾ ਇੱਧਰੋਂ ਤੇ ਇੱਧਰ ਵੀ ਡਿਵਾਈਸ ਇਹਦੇ ਵਿੱਚ ਹੀ ਹੁੰਦਾ, ਇਹ ਆਪਸ ਦੇ ਵਿੱਚ ਕਮਿਊਨੀਕੇਟ ਕਰਦੇ ਨੇ ਬਾਏ ਯੂਜ਼ਿੰਗ ਰੇਡੀਓ ਫ੍ਰੀਕੁਐਂਸੀ। ਤਾਂ ਇਹ ਦੇਖ ਸਕਦੇ ਹਾਂ ਆਪਾਂ ਕਿ ਜਿਹੜਾ ਵਾਇਰਲੈਸ ਮਾਊਸ ਮੇਨਲੀ ਯੂਜ਼ ਰੇਡੀਓ ਫ੍ਰੀਕੁਐਂਸੀ 2.4 ਗੀਗਾਹਰਟਜ਼, ਇਹ ਯਾਦ ਰੱਖਣਾ ਇੰਪੋਰਟੈਂਟ ਹੈ ਗੱਲ। 2.4 ਗੀਗਾਹਰਟਜ਼ ਦੀ ਫ੍ਰੀਕੁਐਂਸੀ ਤੇ ਕੰਮ ਕਰਦਾ, ਤਾਂ ਇਹਦੀ ਰੇਂਜ 100 ਫੁੱਟ ਤੱਕ ਇਹਦੀ ਰੇਂਜ ਆ ਸਕਦੀ ਹੈ। ਕਲੀਅਰ ਹੋ ਗਿਆ ਗੱਲ? ਬਲੂਟੁੱਥ ਦੇ ਵਿੱਚ ਵੀ ਇਹੀ ਯੂਜ਼ ਹੁੰਦੀ ਹੈ, ਇਨਫਰਾਰੈਡ ਰੇਡੀਓ ਵੇਵ ਵੀ ਯੂਜ਼ ਹੁੰਦੀ ਨੇ। ਇਨਸਟੈਡ ਆਫ ਮਾਊ ਯੂਜ਼ ਸਮ ਮੈਨਰ ਆਫ ਵਾਇਰਲੈਸ ਟੈਕਨੋਲੋਜੀ ਲਾਈਕ ਬਲੂਟੁੱਥ, ਰੇਡੀਓ ਫ੍ਰੀਕੁਐਂਸੀ ਔਰ ਇਨਫਰਾਰੈਡ ਰੇਡੀਓ ਵੇਵਸ, ਠੀਕ ਹੈ, ਇਹ ਚੀਜ਼ਾਂ ਯੂਜ਼ ਹੁੰਦੀਆਂ ਨੇ। ਨੈਕਸਟ ਕੁਐਸਚਨ ਕਹਿੰਦਾ ਵਿਚ ਆਫ ਦੀ ਫੋਲੋਇੰਗ ਪੇਅਰ ਇਜ਼ ਕਰੈਕਟ। ਇਜ਼ ਤੇ ਆਰ ਵੀ ਆਉਣਾ ਸੀ ਨਾ, ਕਿਉਂਕਿ ਹੋ ਸਕਦਾ ਦੋਨੇ ਹੀ ਠੀਕ ਹੋਣ, ਹਨਾ। ਇੱਥੇ ਇਜ਼ ਤੇ ਆਰ ਵੀ ਆਉਣਾ ਸੀ। ਵਿਚ ਆਫ ਦੀ ਫੋਲੋਇੰਗ ਜੇ ਇਜ਼ ਆ ਤਾਂ ਇੱਕ, ਚਲੋ ਟਾਈਪਿੰਗ ਮਿਸਟੇਕ ਹੋ ਸਕਦੀ ਹੈ। ਪਲੋਟਰ ਦੇ ਨਾਲ ਡਰਮ, ਪ੍ਰਿੰਟਰ ਦੇ ਨਾਲ ਡਰਮ। ਕਹਿੰਦਾ ਡਰਮ ਤਾਂ ਦੋਨਾਂ 'ਚ ਹੀ ਹੁੰਦਾ, ਦੇਖ ਆਪਾਂ ਨੂੰ ਪਤਾ ਹੀ ਹੈ, ਹਨਾ। ਸੋ ਦਾ ਬੀ ਆਨਸਰ ਹੈ ਬੋਥ 1 and 2। ਡਰਮ ਇਹ ਇੱਕ ਪ੍ਰਿੰਟਰ ਦੇ ਵਿੱਚ ਹੁੰਦਾ, ਇਹ ਪੂਰਾ ਕਾਰਟਰੇਜ ਬੋਲਦੇ ਨੇ। ਕਾਰਟਰੇਜ ਦੇ ਵਿੱਚ ਗੋਲ ਜਿਹਾ ਹੁੰਦਾ ਜਿਹੜਾ ਘੁੰਮਣ ਜਿਹੜਾ, ਉਹ ਡਰਮ ਹੁੰਦਾ। ਉਵੇਂ ਇਹਦੇ ਵਿੱਚ ਹੁੰਦਾ ਪੇਪਰ ਜਿਹਦੇ ਪਿੱਛੇ ਡਰਮ ਲੱਗਿਆ ਹੁੰਦਾ। ਸੋ ਦੋਨੇ ਠੀਕ ਹੈ, ਇਹ ਦੋਨਾਂ 'ਚ ਹੀ ਡਰਮ ਤਾਂ ਪੈਂਦਾ ਹੀ ਪੈਂਦਾ, ਹਨਾ। ਨੈਕਸਟ ਕੁਐਸਚਨ ਹੈਗਾ, ਇਨ ਏ ਕੰਪਿਊਟਰ ਸਿਸਟਮ ਡੈਸ਼ ਪੁਆਇੰਟਸ ਟੂ ਦਾ ਨੈਕਸਟ ਇੰਸਟਰਕਸ਼ਨ ਟੂ ਬੀ ਐਗਜ਼ੀਕਿਊਟਡ। ਇਟ ਕੰਸੇਨ ਦੀ ਮੈਮਰੀ ਐਡਰੈਸ ਆਫ ਦੀ ਨੈਕਸਟ ਇੰਸਟਰਕਸ਼ਨ ਟੂ ਬੀ ਐਗਜ਼ੀਕਿਊਟਡ। ਦੇ ਰਜਿਸਟਰਾਂ ਦੀ ਗੱਲ ਕਰਦਾ, ਕੰਟਰੋਲ ਕਾਊਂਟਰ, ਪ੍ਰੋਗਰਾਮ ਕਾਊਂਟਰ, ਕਮੂਲੇਟਰ ਕੰਟੋਰ, ਮੈਮਰੀ ਕਾਊਂਟਰ। ਆਹ ਸ਼ਾਇਦ ਹੋ ਸਕਦਾ ਕਾਊਂਟਰ ਹੀ ਨਾ ਲਿਖਿਆ ਹੋਵੇ, ਟਾਈਪਿੰਗ ਮਿਸਟੇਕ ਹੋ ਗਈ ਹੋਵੇ, ਹੋ ਸਕਦਾ ਕੰਟੋਰ ਹੋਵੇ। ਤਾਂ ਇਹ ਟਾਈਪਸ ਆਫ ਰਜਿਸਟਰ ਐਂਡ ਦੇਅਰ ਫੰਕਸ਼ਨ, ਇਹ CPU ਦੇ ਵਿੱਚ ਰਜਿਸਟਰ ਲਾਈ ਕਰਦੇ ਨੇ। ਤੁਹਾਨੂੰ ਯਾਦ ਹੋਣਾ CPU ਦੇ ਕੰਪੋਨੈਂਟ ਆਪਾਂ ਪੜ੍ਹੇ ਸੀ ਪਿਛਲੀ ਵੀਡੀਓ ਦੇ ਵਿੱਚ। ਸੋ ਸਾਰਿਆਂ ਤੋਂ ਪਹਿਲਾਂ ਕੰਪੋਨੈਂਟ ਹੁੰਦਾ ਹੈ ਕੰਟਰੋਲ ਯੂਨਿਟ, ਫਿਰ ਹੁੰਦਾ ਅਰਥਮੈਟਿਕ ਲੌਜਿਕ ਯੂਨਿਟ, ਤੇ ਤੀਸਰਾ ਹੁੰਦਾ ਮੈਮਰੀ ਯੂਨਿਟਸ। ਮੈਮਰੀ ਯੂਨਿਟ ਦੇ ਵਿੱਚ ਦੋ ਹੁੰਦੇ ਨੇ, ਇੱਕ ਰਜਿਸਟਰ ਤੇ ਦੂਸਰਾ ਕੈਸ਼ੇ।
ਇਹ ਦੋ ਕੰਪੋਨੈਂਟ ਹੁੰਦੇ ਨੇ। ਜੇ ਕੰਪਿਊਟਰ ਦੇ ਤਿੰਨ ਕੰਪੋਨੈਂਟ ਪੁੱਛ ਲੂਗਾ ਤਾਂ ਆਨਸਰ ਕੰਟਰੋਲ ਯੂਨਿਟ, ਅਰਥਮੈਟਿਕ ਲੌਜਿਕ ਯੂਨਿਟ ਤੇ ਮੈਮਰੀ ਯੂਨਿਟ ਇਹ ਹੋ ਸਕਦਾ ਹੈ, ਜਾਂ ਕੰਟਰੋਲ ਯੂਨਿਟ, ALU ਤੇ ਰਜਿਸਟਰ ਵੀ ਆਨਸਰ ਠੀਕ ਹੈ, ਕੰਟਰੋਲ ਯੂਨਿਟ, ALU ਤੇ ਕੈਸ਼ੇ ਵੀ ਠੀਕ ਹੈ। ਹੁਣ ਰਜਿਸਟਰ ਕਿਹੜੇ ਹੁੰਦੇ ਨੇ? ਇਹ ਉਹ ਰਜਿਸਟਰ ਨੇ ਜਿਵੇਂ ਇਹਨਾਂ ਦਾ ਨਾਮ ਵਰਤਦੇ ਆ ਸਿੰਬਲ, ਮੈਮਰੀ ਡੇਟਾ ਰਜਿਸਟਰ ਜਾਂ ਮੈਮਰੀ ਬਫਰ ਰਜਿਸਟਰ, ਇੱਕੋ ਹੀ ਗੱਲ ਹੈ, 16 ਬਿਟ ਦਾ। ਤੇ ਮੈਮਰੀ ਐਡਰੈਸ ਰਜਿਸਟਰ, ਅਕਮੂਲੇਟਰ, ਇੰਸਟਰਕਸ਼ਨ ਰਜਿਸਟਰ, ਪ੍ਰੋਗਰਾਮ ਕਾਊਂਟਰ, ਟੈਂਪਰੇਰੀ ਰਜਿਸਟਰ, ਇਨਪੁਟ ਰਜਿਸਟਰ ਤੇ ਆਊਟਪੁੱਟ ਰਜਿਸਟਰ। ਠੀਕ ਹੈ, ਇਹ 8-9 ਤਰ੍ਹਾਂ ਦੇ ਹੋਰ ਵੀ ਹੁੰਦੇ ਨੇ, ਇੱਕ ਦੋ ਇਹ ਰਜਿਸਟਰ ਹੁੰਦੇ ਨੇ ਜਿਹੜੇ ਡੇਟਾ ਦੀ ਪ੍ਰੋਸੈਸਿੰਗ ਦੇ ਲਈ ਵਰਤੇ ਜਾਂਦੇ ਨੇ। ਹੁਣ ਜਿਵੇਂ ਮੰਨ ਲਓ ਦੋ ਅੱਖਰਾਂ ਨੂੰ ਆਪਾਂ ਜੋੜਨਾ ਹੈ, A ਦੇ ਵਿੱਚ ਹੈਗਾ 6, B ਦੇ ਵਿੱਚ ਹੈਗਾ 7 ਤੇ C ਦੇ ਵਿੱਚ ਆ ਜਾਊਗਾ A+B। ਮੰਨ ਲਓ ਇਹ ਆਪਰੇਸ਼ਨ ਪਰਫਾਰਮ ਕਰਨਾ, ਸਾਰਿਆਂ ਤੋਂ ਪਹਿਲਾਂ ਇਹਨਾਂ ਨੂੰ ਆਪਾਂ ਰਜਿਸਟਰ ਦੇ ਵਿੱਚ ਪਾਵਾਂਗੇ। R1 ਦੇ ਵਿੱਚ 6 ਆ ਜਾਊਗਾ, R2 ਦੇ ਵਿੱਚ 7 ਆ ਜਾਊਗਾ, ਫਿਰ R3 R1 + R2 ਐਂ ਕਰ ਦਾਂਗੇ। R1 ਤੇ R2 ਨੂੰ ਜੋੜ ਕੇ R3 ਰਜਿਸਟਰ ਦੇ ਵਿੱਚ ਸਟੋਰ ਕਰ ਦਾਂਗੇ। ਠੀਕ ਹੈ, ਸੋ ਅੱਗੇ ਆਪਾਂ ਨੂੰ ਚਾਹੀਦਾ ਸੀਗਾ R4 ਦੇ ਵਿੱਚ ਆਪਾਂ 6 + R3 ਕਰਨਾ ਸੀ। ਹੁਣ R3 ਦੀ ਵੈਲਿਊ 13 ਆ ਗਈ, 7 + 6 13। ਇਹ ਟੈਂਪਰੇਰੀ ਡੇਟਾ ਹੋ ਗਿਆ ਕਿਉਂਕਿ ਸਾਨੂੰ ਚਾਹੀਦਾ ਤਾਂ R4 ਹੈ, 13 ਤੇ 6 ਕਿੰਨਾ ਹੋ ਗਿਆ 19 R4। ਸਾਨੂੰ ਇਹ ਰਿਜ਼ਲਟ ਚਾਹੀਦਾ, ਪਤਾ ਨਹੀਂ ਇੱਥੇ ਦਿਖ ਰਿਹਾ ਕਿ ਨਹੀਂ, ਇੱਥੇ ਹੀ ਦਿਖ ਨਹੀਂ ਰਿਹਾ ਹੋਣਾ, ਮੈਂ ਆਪਦੇ ਫੋਟੋ ਦੇ ਨੀਚੇ ਆ ਰਿਹਾ ਹੈ ਨਾ। ਸੋ ਐਂ ਕਹਿ ਲਓ ਕਿ R4 ਆਪਾਂ ਨੂੰ ਚਾਹੀਦਾ, R4 = 6 + R3। R3 ਦਾ ਰਿਜ਼ਲਟ R3 ਸਟੋਰ ਕਰਦਾ ਟੈਂਪਰੇਰੀ ਡੇਟਾ ਨੂੰ, ਕਿਉਂਕਿ ਇਹ ਚਾਹੀਦਾ ਨਹੀਂ, ਫਾਈਨਲ ਰਿਜ਼ਲਟ ਤਾਂ ਆਪਣਾ 19 ਹੈ। ਤਾਂ ਟੈਂਪਰੇਰੀ ਡੇਟਾ ਨੂੰ ਸਟੋਰ ਕਰਨ ਵਾਸਤੇ ਜਿਹੜਾ ਰਜਿਸਟਰ ਵਰਤਿਆ ਜਾਂਦਾ ਉਹ ਹੁੰਦਾ ਟੈਂਪਰੇਰੀ ਰਜਿਸਟਰ, ਹੋਲਡਸ ਦੀ ਟੈਂਪਰੇਰੀ ਡੇਟਾ। ਉਵੇਂ ਹੀ ਇਨਪੁਟ ਲੈਨੇ ਅਸੀਂ ਇਨਪੁਟ ਡਿਵਾਈਸ ਤੋਂ, ਇਨਪੁਟ ਡਾਟਾ 8 ਬਿਟ ਦਾ ਹੁੰਦਾ ਹੈ, ਕੈਰੀਅਰ ਦੀ ਇਨਪੁਟ ਕਰੈਕਟਰ, ਆਊਟਪੁੱਟ ਦੇ ਵਿੱਚ ਆਊਟਪੁੱਟ ਡਿਸਪਲੇ ਕਰਾਉਣੀ ਹੈ, ਜਿਹੜਾ ਸਕਰੀਨ ਤੇ ਦਿਖੂਗਾ ਉਹ ਇੱਕ ਵਾਰੀ ਆਊਟਪੁੱਟ ਰਜਿਸਟਰ ਦੇ ਵਿੱਚ ਜਾਊਗਾ, ਹਨਾ। ਤੇ ਫਿਰ ਆ ਗਿਆ ਜੀ ਆਪਣਾ, ਉੱਪਰੋਂ ਹੀ ਚੱਲਦੇ ਹਾਂ ਚਲੋ, ਮੈਮਰੀ ਡੇਟਾ ਰਜਿਸਟਰ। ਇਹ ਮੈਮਰੀ ਦੇ ਵਿੱਚ ਪਿਆ ਹੋਣਾ 6 ਕਿਤੇ ਨਾ ਕਿਤੇ, ਮੰਨ ਲਓ ਇੱਥੇ 6 ਪਿਆ ਤੇ ਇਹਦਾ ਐਡਰੈਸ ਵੀ ਹੋਊਗਾ, ਮੰਨ ਲਓ 777 ਹੈ, ਇਹ 778 ਹੈ, 779 ਹੈ। ਮੈਮਰੀ ਦਾ ਐਡਰੈਸ, ਕਮਰੇ ਬਣੇ ਹੋਏ ਨੇ ਜਿਵੇਂ ਆਪਣੇ ਘਰਾਂ 'ਚ ਕਮਰੇ ਬਣੇ ਹੁੰਦੇ ਹੋਸਟਲ 'ਚ, ਤਾਂ ਇਹ 777 ਹੈ, ਇਹ ਐਡਰੈਸ ਹੋ ਗਿਆ, ਇਹ ਕੰਟੈਂਟ ਹੋ ਗਏ। ਮੈਮਰੀ ਡੇਟਾ ਰਜਿਸਟਰ ਹੈ, ਉੱਥੇ ਤਾਂ 6 ਨੂੰ ਆਪਾਂ ਸਟੋਰ ਕਰ ਦਾਂਗੇ, ਜਿਹੜਾ ਮੈਮਰੀ ਦੇ ਡੇਟਾ ਨੂੰ ਹੋਲਡ ਕਰਦਾ ਹੈ। ਮੈਮਰੀ ਡੇਟਾ ਰਜਿਸਟਰ ਜਾਂ ਮੈਮਰੀ ਬਫਰ ਸਟੋਰਸ ਦੀ ਡੇਟਾ ਬੀਇੰਗ ਟ੍ਰਾਂਸਫਰ ਟੂ ਐਂਡ ਫਰੋਮ ਦੀ ਇਮੀਡੀਏਟ ਐਕਸੈਸ ਸਟੋਰੇਜ। ਕਲੀਅਰ ਗੱਲ। ਤੇ ਮੈਮਰੀ ਐਡਰੈਸ ਰਜਿਸਟਰ 777 ਹੋਲਡ ਕਰੂਗਾ, ਮੈਮਰੀ ਐਡਰੈਸ ਰਜਿਸਟਰ ਦੇ ਵਿੱਚ 777 ਆਊਗਾ, ਮੈਮਰੀ ਡੇਟਾ ਰਜਿਸਟਰ ਦੇ ਵਿੱਚ 6 ਆਊਗਾ। ਕਲੀਅਰ ਹੋ ਗਈ ਗੱਲ। ਅਕਮੂਲੇਟਰ ਹੋਊਗਾ, ਜਿੰਨੀਆਂ ਵੀ ਕੈਲਕੂਲੇਸ਼ਨਾਂ ਪਰਫਾਰਮ ਹੁੰਦੀਆਂ ਨੇ, ਜਿਵੇਂ ਆਹ R4 ਦੀ ਵੈਲਿਊ ਆ ਗਈ 19, ਇਹ ਸਾਰਾ ਕੰਮ ਅਕਮੂਲੇਟਰ ਦੇ ਵਿੱਚ ਹੁੰਦਾ ਹੈ। ਇਹਨੂੰ ਪ੍ਰੋਸੈਸ ਰਜਿਸਟਰ ਕਿਹਾ ਜਾਂਦਾ ਹੈ, ਜਾਂ ਅਕਮੂਲੇਟਰ ਸਟੋਰ ਇਜ਼ ਅ ਰਜਿਸਟਰ ਫॉर ਸ਼ਾਰਟ ਟਰਮਸ ਇੰਟਰਮੀਡੀਏਟ ਸਟੋਰੇਜ ਆਫ ਅਰਥਮੈਟਿਕ ਐਂਡ ਲੌਜਿਕ ਡੇਟਾ ਇਨ ਏ ਕੰਪਿਊਟਰ ਆਫ CPU। ਤਾਂ CPU ਦੇ ਵਿੱਚ ਜਿੰਨੀਆਂ ਵੀ ਪ੍ਰੋਸੈਸਿੰਗਸ ਹੁੰਦੀਆਂ ਨੇ, ਆਪਾਂ ਕਹਿੰਦੇ ਨਾ ALU ਦੇ ਵਿੱਚ ਹੁੰਦੀਆਂ ਨੇ, ਬਟ ALU ਦੇ ਵਿੱਚੋਂ ਵੀ ਇੱਕ ਅਕਮੂਲੇਟਰ ਨਾਮ ਦਾ ਰਜਿਸਟਰ ਹੁੰਦਾ ਜਿਹਦੇ ਵਿੱਚ ਸਾਰੇ ਡੇਟਾ ਦੀਆਂ ਪ੍ਰੋਸੈਸਿੰਗ ਹੁੰਦੀਆਂ ਨੇ। ਕਲੀਅਰ। ਤਾਂ ਅਗਲਾ ਆ ਗਿਆ ਇੰਸਟਰਕਸ਼ਨ ਰਜਿਸਟਰ, IR ਇੰਸਟਰਕਸ਼ਨ। ਇੰਸਟਰਕਸ਼ਨ ਕੀ ਹੁੰਦੇ ਨੇ? ਰੂਲ। ਜਿਵੇਂ ਮੈਂ ਲਿਖਦਾ C = A + B, ਇਹ ਇੰਸਟਰਕਸ਼ਨ ਹੈ ਨਾ, ਰੂਲ ਹੈ ਨਾ ਵੀ A ਤੇ B ਨੂੰ ਐਡ ਕਰਨਾ, ਤਾਂ ਉਹ ਇਹ ਹੋਲਡ ਕਰੂਗਾ ਇੰਸਟਰਕਸ਼ਨ ਰਜਿਸਟਰ। IR ਇੰਸਟਰਕਸ਼ਨਾਂ, ਪ੍ਰੋਗਰਾਮ ਦੀਆਂ ਲਾਈਨਾਂ, ਕੋਡਿੰਗ, ਉਹ ਇਹਦੇ ਵਿੱਚ ਸਟੋਰ ਹੁੰਦੀ ਹੈ। ਪ੍ਰੋਗਰਾਮ ਕਾਊਂਟਰ ਬਹੁਤ ਇੰਪੋਰਟੈਂਟ ਹੈ। ਮੰਨ ਲਓ ਇਹ ਮੈਮਰੀ ਹੈ ਆਪਣੇ ਕੋਲੇ, ਇਸ ਨੂੰ ਮੰਨ ਲੈਂਦੇ ਹਾਂ 1 2 3 4 5 6 7 8 9, 9 ਲਾਈਨਾਂ ਨੇ ਪ੍ਰੋਗਰਾਮ ਦੀਆਂ। ਪਹਿਲਾਂ ਪਹਿਲੀ ਲਾਈਨ ਚੱਲ ਰਹੀ ਹੈ, ਪਹਿਲੀ ਤੋਂ ਬਾਅਦ ਕਿਹੜੀ ਚੱਲੇ ਪਹਿਲਾਂ ਹੀ ਡਿਸਾਈਡ ਹੋ ਜਾਂਦਾ ਹੈ। ਇਹ ਪ੍ਰੋਗਰਾਮ ਕਾਊਂਟਰ ਦੇ ਵਿੱਚ 2 ਚੱਲ ਜੂਗਾ। ਪ੍ਰੋਗਰਾਮ ਕਾਊਂਟਰ ਹੋਲਡ ਦੀ ਐਡਰੈਸ ਆਫ ਦੀ ਨੈਕਸਟ ਇੰਸਟਰਕਸ਼ਨ। ਜੇ ਜਦੋਂ ਦੂਜੀ ਚੱਲ ਰਹੀ ਹੋਊਗੀ ਪ੍ਰੋਗਰਾਮ ਕਾਊਂਟਰ ਦੇ ਵਿੱਚ 3 ਆ ਜਾਊਗਾ, ਜਦੋਂ ਤੀਜੀ ਚੱਲ ਰਹੀ ਹੋਊਗੀ 4 ਆ ਜਾਊਗਾ। ਤੇ ਜੇ ਇੱਥੇ ਜ਼ਰੂਰੀ ਨਹੀਂ 4 ਤੋਂ ਬਾਅਦ ਆਪਾਂ 5 ਚੱਲਣਾ, 4 ਤੋਂ ਬਾਅਦ ਅਸੀਂ ਬ੍ਰਾਂਚ ਵੀ ਕਰ ਸਕਦੇ ਹਾਂ ਵੀ 4 ਤੋਂ ਬਾਅਦ 8 ਤੇ ਜਾਵੇ। ਤਾਂ ਜਦੋਂ ਕਮੂਲੇਟਰ ਦੇ ਵਿੱਚ 4 ਚੱਲ ਰਿਹਾ ਹੋਊਗਾ, ਜਦੋਂ ਐਗਜ਼ੀਕਿਊਟ ਹੋ ਰਿਹਾ ਹੋਊਗਾ 4, ਤਾਂ ਪ੍ਰੋਗਰਾਮ ਕਾਊਂਟਰ ਹੋਲਡ ਕਰੂਗਾ 8, ਕਿਉਂਕਿ ਅਸੀਂ ਸਵਿਚ ਕਰਨਾ 8ਵੀਂ ਤੇ। ਸੋ ਇਸ ਨੂੰ ਬੋਲਦੇ ਨੇ, ਬਹੁਤ ਇੰਪੋਰਟੈਂਟ ਹੈ। ਪ੍ਰੋਗਰਾਮ ਕਾਊਂਟਰ ਹੋਲਡਸ ਦੀ ਐਡਰੈਸ ਆਫ ਦੀ ਨੈਕਸਟ ਇੰਸਟਰਕਸ਼ਨ। ਆਈ ਹੋਪ ਕਿ ਹੁਣ ਤੁਹਾਨੂੰ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ। ਦੁਬਾਰੇ ਪੜ੍ਹਦੇ ਹਾਂ। ਇਨ ਏ ਕੰਪਿਊਟਰ ਸਿਸਟਮ ਡੈਸ਼ ਪੁਆਇੰਟਸ ਟੂ ਦੇ ਨੈਕਸਟ instruction to be executed, it contain the memory address next to be executed। ਤਾਂ ਬੜਾ ਸੌਖਾ ਕੰਮ ਹੈ। ਪ੍ਰੋਗਰਾਮ ਕਾਊਂਟਰ
क्लीयर होगी गल। अगे आ गया जी, फेक न्यूज़ रिक्वायर 3 डिफरेंट एलीमेंट्स टू सक्सीड। 3 एलीमेंट चाहिए ने, कहना फेसबुक कही है ना फेक न्यूज़ ਨੂੰ ਅੱਗੇ ਵਧਣ ਲਈ ਵਿੱਚ ਉਹਦੀ ਫੋਲੋਇੰਗ ਆਰ ਦੋਜ਼ ਐਲੀਮੈਂਟਸ, ਕਹਿੰਦਾ ਕਿਹੜੇ ਨੇ। ਟੂਲਸ ਐਂਡ ਸਰਵਿਸਿਜ਼ ਟੂ ਮੈਨੂਪੂਲੇਟ ਦੀ ਸਪਰੈਡ ਆਫ ਫੇਕ ਨਿਊਜ਼ ਔਨ ਸੋਸ਼ਲ ਮੀਡੀਆ। ਕਹਿੰਦਾ ਐਵੇਂ ਦੇ ਟੂਲ ਚਾਹੀਦੇ ਨੇ ਜਾਂ ਸਰਵਿਸ ਚਾਹੀਦੀ ਹੈ ਜਿਹੜੇ ਮੈਨੂਪੂਲੇਟ ਕਰੇ ਫੇਕ ਨਿਊਜ਼ ਨੂੰ ਥੋੜਾ ਬਹੁਤ। ਜਿਵੇਂ ਹੁਣ ਕੋਈ ਬੰਦਾ ਕਿਸੇ ਦੀ ਆਵਾਜ਼ ਵੈਸੇ ਹੀ ਲਗਾ ਦਿੰਦੇ ਆ ਆਪਾਂ, ਹਨਾ, ਬੋਲ ਕੁਝ ਹੋਰ ਰਿਹਾ ਹੁੰਦਾ, ਆਵਾਜ਼ ਕਿਸੇ ਦੀ ਹੋਰ ਲਗਾ ਦਿੱਤੀ ਜਾਂਦੀ ਹੈ। ਅੱਜ ਕੱਲ੍ਹ ਬੜਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਯਾਰ, ਵੀ ਅਸਲ 'ਚ ਉਹ ਬੰਦੇ ਦੀ ਓਰੀਜਨਲ ਆਵਾਜ਼ ਨਹੀਂ ਹੁੰਦੀ, ਆਪਾਂ ਨੂੰ ਬਾਅਦ 'ਚ ਪਤਾ ਲੱਗਦਾ, ਉਦੋਂ ਤੱਕ ਰੌਲਾ ਪੈ ਚੁੱਕਿਆ ਹੁੰਦਾ, ਬੰਦੇ ਦੀ ਬਦਨਾਮੀ ਹੋ ਚੁੱਕੀ ਹੁੰਦੀ ਹੈ। ਸੋ ਉਹ ਟੂਲ ਜੇਕਰ ਜਾਂ ਸਰਵਿਸਿਜ਼ ਸਾਡੇ ਕੋਲ ਹੈਗੀਆਂ ਨੇ ਤਾਂ ਅਸੀਂ ਕਰ ਸਕਦੇ ਹਾਂ। ਤੇ ਅੱਜ ਕੱਲ੍ਹ ਐਵੇਂ ਦੀ ਟੈਕਨੋਲੋਜੀ ਹੈ, AI ਦੁਆਰਾ ਕਿਸੇ ਵੀ ਬੰਦੇ ਦੀ ਲਿਪਸਿੰਗ ਲੈ ਕੇ ਉਹਦੇ ਤੋਂ ਉਵੇਂ ਦੀ ਲਿਪਸਿੰਗ ਕਰਾਈ ਜਾ ਸਕਦੀ ਹੈ। ਉੱਥੇ ਬੰਦੇ ਨੂੰ ਐਂ ਲੱਗੂਗਾ ਵੀ ਹਾਂ ਸੱਚ ਬੋਲ ਰਿਹਾ। AI ਦੇ ਵਿੱਚ ਇਹ ਚੀਜ਼ਾਂ ਪੋਸੀਬਲ ਹੈ ਕਿ ਉਹ ਬੰਦੇ ਦੀ ਉਸ ਬੰਦੇ ਦੀਆਂ ਸਪੀਚਾਂ ਚੱਕ ਲਓ ਪੁਰਾਣੀਆਂ 2-3 ਸਾਲ ਪਹਿਲਾਂ। ਅਵਾਮਾਂ ਦੇ ਨਾਲ ਇਹ ਰੀਅਲ ਕੇਸ ਆ ਹੋਇਆ ਹੈ, ਜਿਹੜਾ AI ਦਾ ਪ੍ਰੋਗਰਾਮ ਬਣਾਇਆ ਨਾ, ਉਹਨਾਂ ਨੇ ਅਵਾਮਾਂ ਦੀਆਂ ਸਾਰੀਆਂ ਸਪੀਚ ਚੱਕ ਕੇ ਉਵੇਂ ਦਾ ਹੀ ਇੱਕ ਪ੍ਰੋਗਰਾਮ ਬਣਾਤਾ ਜਿਹੜਾ ਉਹਦੇ ਤੋਂ ਜੋ ਵੀ ਕੁਝ ਵੀ ਆਪਾਂ ਉਹਨੂੰ ਸਕ੍ਰਿਪਟ ਦੇਵਾਂਗੇ ਉਹ ਲਿਪਸਿੰਗ ਉਹਦੇ ਹਿਸਾਬ ਨਾਲ ਕਰੂਗਾ ਅਵਾਮਾਂ ਦਾ, ਕਿਉਂਕਿ ਉਹ ਟ੍ਰੇਨਿੰਗ ਹੋ ਗਈ। ਇਸ ਨੂੰ ਹੀ ਆਪਾਂ ਮਸ਼ੀਨ ਲਰਨਿੰਗ ਬੋਲਦੇ ਹਾਂ। ਮਸ਼ੀਨ ਕੀ ਕਰਦੀ ਹੈ, ਸਾਡੇ ਜੋ ਵੀ ਅਸੀਂ ਡੇਟਾ ਦਿੰਦੇ ਹਾਂ ਉਹਦੇ ਬੇਸ ਤੇ ਲਰਨਿੰਗ ਹੁੰਦੀ ਹੈ, ਟ੍ਰੇਨਿੰਗ ਹੁੰਦੀ ਹੈ, ਉਸ ਤੋਂ ਬਾਅਦ ਟੈਸਟਿੰਗ ਹੁੰਦੀ ਹੈ ਕਿ ਉਹ ਸਹੀ ਚੱਲ ਰਿਹਾ ਕਿ ਨਹੀਂ, ਫਿਰ ਉਹ ਕੰਮ ਉਹਦਾ ਲਾਂਚ ਕਰ ਦਿੰਦੇ ਨੇ। ਤਾਂ ਟੂਲਸ ਐਂਡ ਸਰਵਿਸਿਜ਼ ਵੀ ਨੀਡ ਟੂ ਮੈਨੂਪੂਲੇਟ ਸਪਰੈਡ ਆਫ ਫੇਕ ਨਿਊਜ਼। ਅਗਲਾ ਕੁਐਸਚਨ ਹੈ, ਸੋਸ਼ਲ ਨੈਟਵਰਕ ਵਿਚ ਨੀਡ ਟੂ ਐਗਜ਼ਿਸਟ ਐਜ਼ ਏ ਪਲੇਟਫਾਰਮ ਟੂ ਸਪਰੈਡ ਫੇਕ ਨਿਊਜ਼। ਤੁਹਾਡਾ ਨੈਟਵਰਕ ਵੀ ਹੋਣਾ ਚਾਹੀਦਾ। ਜੇ ਤੁਹਾਨੂੰ ਕੋਈ ਬੰਦਾ ਜਾਣਦਾ ਹੀ ਨਹੀਂ, ਮੰਨ ਲਓ ਮੇਰੇ ਵਰਗੇ ਵਾਂਗੂ ਸਬਸਕ੍ਰਾਈਬਰ ਹੀ ਥੋੜੇ ਨੇ, 400-500 ਸਬਸਕ੍ਰਾਈਬਰ ਨੇ, ਤਾਂ ਬੰਦੇ ਫਿਰ ਕਿੱਥੇ ਅੱਗੇ ਪਹੁੰਚਣੀਆਂ ਚੀਜ਼ਾਂ ਉੱਥੇ ਹੀ ਖੜ ਜਾਂਦੀਆਂ ਨੇ। ਤਾਂ ਤੁਹਾਡਾ ਨੈਟਵਰਕ ਐਵੇਂ ਦਾ ਹੋਣਾ ਚਾਹੀਦਾ। ਸਬਸਕ੍ਰਾਈਬਰ ਤੋਂ ਜ਼ਿਆਦਾ ਆ, ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਰਕੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲਦਾ ਰਹੇ। ਤੇ ਬਾਕੀ ਬੱਚਿਆਂ ਨੂੰ ਸ਼ੇਅਰ ਵੀ ਕਰ ਦਿਓ, ਕਿਉਂਕਿ ਆਪਾਂ ਡੀਪ 'ਚ ਕੰਮ ਕਰਾ ਰਹੇ ਹਾਂ, ਹਰ ਬੰਦੇ ਦਾ ਹੀ ਫਾਇਦਾ ਹੋਵੇ, ਹੈ ਨਾ। ਸੋ ਨੈਕਸਟ ਆਪਸ਼ਨ ਹੈ, ਸੋਸ਼ਲ ਨੈਟਵਰਕਸ ਵਿਚ ਨੀਡ ਟੂ ਐਗਜ਼ਿਸਟ ਐਜ਼ ਏ ਪਲੇਟਫਾਰਮ ਟੂ ਸਪਰੈਡ ਫੇਕ ਨਿਊਜ਼। ਹਾਂ, ਇਹ ਆਪਾਂ ਕਰ ਹੀ ਚੁੱਕੇ ਹਾਂ, ਸੋਸ਼ਲ ਨੈਟਵਰਕ ਚਾਹੀਦਾ ਵੀ, ਠੀਕ ਹੈ। ਮੋਟੀਵੇਸ਼ਨ ਹੁੰਦਾ ਵੀ ਉਹਦੇ ਪਿੱਛੇ ਪਰਪਸ ਕੀ ਹੈ, ਕੀ ਕਾਰਨ ਹੈ ਬੰਦਾ ਸਪਰੈਡ ਕਰਨਾ ਚਾਹੁੰਦਾ। ਅਸੀਂ ਕਿਸੇ ਨੂੰ ਡੀਫੇਮ ਕਰਨਾ ਚਾਹੁੰਦੇ ਹਾਂ, ਕੀ ਕਾਰਨ ਹੈ, ਬਹੁਤ ਵੱਡਾ ਮੋਟੀਵੇਸ਼ਨ ਹੋਵੇ। ਐਂ ਨਹੀਂ ਨਾ ਅਸੀਂ ਕਿਸੇ ਦੀ ਸਪੀਚ ਚੱਕ ਲਈ ਤੇ ਫੇਕ ਨਿਊਜ਼ ਬਣਾ ਕੇ ਵਾਇਰਲ ਕਰਤੀ। ਹੋ ਸਕਦਾ ਉਸ ਸਮੇਂ ਤੇ ਬੰਦਾ ਉਹ ਬਹੁਤ ਉੱਚਾ ਹੋਵੇ, ਉਹਨੂੰ ਥੱਲੇ ਸਿੱਟਣਾ ਹੋਵੇ, ਕੋਈ ਵੀ ਕਾਰਨ ਹੋ ਸਕਦੇ ਨੇ। ਕਲੀਅਰ। ਸੋ ਫਿਰ ਇਹਦਾ B ਆਨਸਰ ਹੈ। ਤਿੰਨੋਂ ਹੀ ਗੱਲਾਂ ਇਹ ਠੀਕ ਨੇ। ਅਗਲਾ ਕੁਐਸਚਨ ਹੈਗਾ, ਵਿਚ ਆਫ ਦੀ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਆਪਰੇਟਿੰਗ ਸਿਸਟਮ। ਹੇਠ ਲਿਖਿਆਂ ਚੋਂ ਕਿਹੜਾ ਆਪਰੇਟਿੰਗ ਸਿਸਟਮ ਹੈ। MS ਐਕਸੈਸ, ਇਹ MS ਆਫਿਸ ਦਾ ਹੀ ਪਾਰਟ ਹੈ। MS ਐਕਸਲ ਵੀ ਆਫਿਸ ਦਾ ਹੀ ਪਾਰਟ ਹੈ, ਹਨਾ। MS ਵਿੰਡੋ, MS ਵਰਡ ਵੀ ਆਫਿਸ ਦਾ ਪਾਰਟ ਹੈ। ਸੋ ਕੀ ਪੁੱਛਿਆ ਉਹਨੇ, ਆਪਰੇਟਿੰਗ ਸਿਸਟਮ। ਤਾਂ MS ਵਿੰਡੋ ਇਜ਼ ਏ ਆਪਰੇਟਿੰਗ ਸਿਸਟਮ। ਆਹ ਦੇਖੋ ਆਪਰੇਟਿੰਗ ਸਿਸਟਮ ਦੀ ਮੈਂ ਲਿਸਟ ਦਿੱਤੀ ਹੋਈ ਹੈ। ਯੂਨਿਕਸ ਇੱਕ ਆਪਰੇਟਿੰਗ ਸਿਸਟਮ ਹੈ ਜਿਹੜਾ C ਲੈਂਗੁਏਜ ਦੇ ਵਿੱਚ ਲਿਖਿਆ ਗਿਆ। ਕੈਨ ਥੋਮਸਨ ਤੇ ਡੈਨਿਸ ਰਿਚੇ ਨੇ 1969 ਦੇ ਵਿੱਚ। ਓਰੀਜਨਲੀ 1969 'ਚ ਲਿਖਿਆ ਸੀਗਾ ਅਸੈਂਬਲੀ 'ਚ, ਬਟ ਬਾਅਦ ਦੇ ਵਿੱਚ 1972 ਜਾਂ 3 ਦੇ ਵਿੱਚ ਇਹ ਦੁਬਾਰੇ C ਲੈਂਗੁਏਜ ਦੇ ਵਿੱਚ ਲਿਖਿਆ ਗਿਆ। ਕਿਉਂ ਲਿਖਿਆ ਗਿਆ, ਕਿਉਂਕਿ C ਦੇ ਪੋਰਟੇਬਲ ਲੈਂਗੁਏਜ, ਬਟ ਅਸੈਂਬਲੀ ਲੈਂਗੁਏਜ ਸੀ ਜਿਹੜੀ ਉਹ ਪੋਰਟੇਬਲ ਲੈਂਗੁਏਜ ਨਹੀਂ ਸੀ। ਤਾਂ ਕਰਕੇ ਡੈਨਿਸ ਰਿਚੇ ਨੇ 1972 ਦੇ ਵਿੱਚ ਪਹਿਲਾਂ ਤਾਂ C ਲੈਂਗੁਏਜ ਲਿਖੀ। ਡੈਨਿਸ ਰਿਚੇ, ਇਹਨਾਂ ਨੂੰ ਫਾਦਰ ਕਿਹਾ ਜਾਂਦਾ, ਫਾਦਰ ਆਫ C ਲੈਂਗੁਏਜ। ਤਾਂ ਫਿਰ ਇਹਨੇ ਬਾਅਦ ਚ ਰੀਰਾਈਟ ਕੀਤਾ ਯੂਨਿਕਸ ਨੂੰ। ਤਾਂ ਓਰੀਜਨਲੀ 1969 ਚ, ਬਾਅਦ ਚ 72 ਦੇ ਵਿੱਚ। MS DOS ਡਿਸਕ ਆਪਰੇਟਿੰਗ ਸਿਸਟਮ 1981 ਚ। ਇਹ ਹੈਗਾ ਮਾਈਕਰੋਸਾਫਟ ਦਾ ਅਸੈਂਬਲੀ ਲੈਂਗੁਏਜ ਤੇ C ਚ। ਉਵੇਂ ਵਿੰਡੋ 85 ਜੇ ਪੁੱਛੀਆਂ ਗਈਆਂ ਗੱਲਾਂ ਨੇ ਤਾਂ ਹੀ ਦੱਸ ਰਿਹਾ। ਲਾਈਨਿਕਸ 1991 ਚ, C ਤੇ ਅਸੈਂਬਲੀ ਚ ਹੈ, ਟੋਰਵੈਲਡ ਦੁਆਰਾ। ਯੂਨਿਕਸ ਦਾ ਹੀ ਵੇਰੀਐਂਟ ਹੈ। ਯੂਨਿਕਸ 2004 ਚ, C ਤੇ ਅਸੈਂਬਲੀ ਦੁਆਰਾ। ਤੇ ਕੈਨੋਨੀਕਲ LTD ਓਪਨ ਸੋਰਸ ਹੈ, ਲਾਈਨਿਕਸ ਡਿਸਟ੍ਰੀਬਿਊਸ਼ਨ ਬੇਸਡ ਹੈ। ਮੈਕ OS ਹੈਗਾ 2001 ਦੇ ਵਿੱਚ, ਤੇ ਇਹ ਐਪਲ ਦਾ C++ ਤੇ ਅਸੈਂਬਲੀ ਲੈਂਗੁਏਜ ਲਿਖਿਆ ਗਿਆ। ਫਿਰ ਕੁਝ ਮੋਬਾਈਲ ਆਪਰੇਟਿੰਗ ਸਿਸਟਮਸ ਨੇ, ਜਿਵੇਂ ਐਂਡਰੋਇਡ ਹੋ ਗਿਆ, ਗੂਗਲ ਦੇ ਕੋਲੇ ਹੈ, ਜਾਵਾ 'ਚ ਲਿਖਿਆ। iOS ਐਪਲ ਕੋਲੇ ਹੈ, ਸਿੰਬੀਅਨ ਨੋਕੀਆ ਦਾ, ਬਾਬਾ ਸੈਮਸੰਗ ਦਾ। ਵਿੰਡੋ ਆਪਰੇਟਿੰਗ ਸਿਸਟਮ ਹੈ ਮਾਈਕਰੋਸਾਫਟ ਦਾ। ਇਹ ਵੀ ਆਪਰੇਟਿੰਗ ਸਿਸਟਮ ਨੇ ਲਾਈਨਿਕਸ ਦੇ ਡਿਸਟ੍ਰੀਬਿਊਸ਼ਨ। ਰੈਡ ਹੈਟ, ਫਿਡੋਰਾ, ਸੈਂਟੋਸ, ਓਪਨ ਸੂਜ਼, ਡੇਬੀਅਨ, ਉਬੰਟੂ, K12, ਕੈਲੀ ਲਿਨਕਸ। ਪੜ੍ਹ ਲਿਓ, ਠੀਕ ਹੈ। ਅਗਲਾ ਕੁਐਸਚਨ ਆ ਗਿਆ ਜੀ, ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਟਰੂ ਰਿਗਾਰਡਿੰਗ H323 ਪ੍ਰੋਟੋਕਾਲ ਐਂਡ VoIP। ਸੋ VoIP ਬਹੁਤ ਪੁੱਛਿਆ ਗਿਆ ਹੈ ਇਹ ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਪੇਪਰਾਂ 'ਚ। VoIP ਹੁੰਦਾ ਹੈ ਵੌਇਸ ਓਵਰ ਇੰਟਰਨੈਟ ਪ੍ਰੋਟੋਕਾਲ।
ਜੇ ਆਪਾਂ ਇੰਟਰਨੈਟ ਦੇ ਵਿੱਚ ਆਪਾਂ ਕਾਲਿੰਗ ਕਰਦੇ ਹਾਂ ਜਿਵੇਂ WhatsApp ਤੇ Facebook ਤੇ ਉਹ VoIP ਪ੍ਰੋਟੋਕਾਲ ਯੂਜ਼ ਹੁੰਦੀ ਹੈ। ਕਹਿੰਦਾ ਕਿਹੜੀ ਸਟੇਟਮੈਂਟ ਟਰੂ ਹੈ, ਜਿਹੜੀ ਪੁੱਛੀ ਜਾਵੇ ਉਹਦੇ ਤੇ ਸਪੈਸੀਫਿਕ ਫੋਕਸ ਰੱਖਣਾ ਆਪਾਂ ਵੀ ਟਰੂ ਪੁੱਛਿਆ ਕਿ ਫਾਲਸ ਪੁੱਛਿਆ। ਠੀਕ ਹੈ, ਕਹਿੰਦਾ ਇਟ ਇਜ਼ VoIP ਸਟੈਂਡਰਡ ਫॉर ਡਿਫਾਈਨਿੰਗ ਦੀ ਕੰਪੋਨੈਂਟਸ ਪ੍ਰੋਟੋਕਾਲਸ ਐਂਡ ਪ੍ਰੋਸੀਜਰ। ਕਹਿੰਦਾ ਇਹ ਇੱਕ VoIP ਦਾ ਸਟੈਂਡਰਡ ਹੈ ਜਿਹੜਾ ਕਿ ਡਿਫਾਈਨ ਕਰਦਾ ਕੰਪੋਨੈਂਟਸ ਨੂੰ, ਪ੍ਰੋਟੋਕਾਲ ਨੂੰ ਤੇ ਪ੍ਰੋਸੀਜਰ ਨੂੰ। ਇਹ ਬਿਲਕੁਲ ਠੀਕ ਹੈ, ਇਹ VoIP ਦਾ ਹੀ ਸਟੈਂਡਰਡ ਹੈ ਇੱਕ। ਇਟ ਪ੍ਰੋਵਾਈਡਸ ਦੀ ਰੀਅਲ ਟਾਈਮ ਮਲਟੀਮੀਡੀਆ ਸੈਸ਼ਨ ਓਵਰ ਪੈਕਟ ਸਵਿਚ ਨੈਟਵਰਕ। ਇਹ ਵੀ ਗੱਲ ਬਿਲਕੁਲ ਠੀਕ ਹੈ, ਆਪਾਂ ਦੇਖ ਲੈਂਦੇ ਹਾਂ। H.323 ਦੀ ਫਸਟ VoIP ਸਟੈਂਡਰਡ ਅਡਾਪਟਡ ਬਾਈ ਦੀ IETE ਇੰਟਰਨੈਟ ਇੰਜੀਨੀਅਰਿੰਗ ਟਾਸਕ ਫੋਰਸ ਦੀ ਐਬਰੀਵੇਸ਼ਨ ਪੁੱਛ ਸਕਦਾ ਹੈ। ਸਟੈਂਡਰਡ ਰੀਅਲ ਟਾਈਮ ਟਰਾਂਸਫਰ ਪ੍ਰੋਟੋਕਾਲ ਟੂ ਟਰਾਂਸਪੋਰਟ ਆਡੀਓ ਐਂਡ ਵੀਡੀਓ ਓਵਰ IOP। ਕਹਿੰਦਾ ਇਹ ਪਹਿਲੀ ਪ੍ਰੋਟੋਕਾਲ ਸੀ ਕਾਦੇ ਵਿੱਚ, VoIP ਦੇ ਵਿੱਚ ਆਡੀਓ ਤੇ ਵੀਡੀਓ ਟਰਾਂਸਫਰ ਕਰਨ ਦੇ ਲਈ। ਰਿਕਮੈਂਡੇਸ਼ਨ ਫਰੋਮ ਦੀ ITU ਹੁੰਦਾ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ that define the protocol to provide audio visual communication session on any packet network। ਪੈਕਟ ਦੀ ਗੱਲ ਕਰ ਰਿਹਾ। ਠੀਕ ਹੈ, ਫਿਰ ਇਹ ਹੁੰਦਾ specific that control transmission of voice video and data over IP। ਇਹ ਤਾਂ ਆਪਾਂ ਗੱਲ ਕਰ ਹੀ ਚੁੱਕੇ ਹਾਂ ਹਨਾ। ਤਾਂ ਇਹਦੇ ਵਿੱਚ ਕਿਹੜੀਆਂ ਸਰਵਿਸਿਜ਼ ਹੁੰਦੀਆਂ ਨੇ? IP ਟੈਲੀਫੋਨੀ। IP ਟੈਲੀਫੋਨੀ ਦਾ ਮੀਨਿੰਗ ਹੈ ਵੌਇਸ ਓਵਰ ਇੰਟਰਨੈਟ ਪ੍ਰੋਟੋਕਾਲ, ਆਲਸੋ ਕਾਲਡ IP ਟੈਲੀਫੋਨੀ। ਠੀਕ ਹੈ, ਵੀਡੀਓ ਟੈਲੀਫੋਨੀ ਵੀ ਉਹੀ ਗੱਲ ਹੈ, ਸਾਈਮਲਟੇਨੀਅਸ ਆਡੀਓ ਵੀਡੀਓ ਐਂਡ ਡੇਟਾ ਕਮਿਊਨੀਕੇਸ਼ਨ। ਅੱਗੇ ਆਪਾਂ ਦੇਖਦੇ ਹਾਂ ਪੈਕੇਟ ਸਵਿਚਿੰਗ ਨੈਟਵਰਕ ਕੀ ਹੁੰਦਾ। ਮੰਨ ਲਓ ਅਸੀਂ ਇਹ ਇੰਡੀਆ ਦੇ ਵਿੱਚ ਕੰਪਿਊਟਰ ਹੈ A ਕੋਈ, ਇਹ ਮੰਨ ਲਓ ਆਪਾਂ ਕਹਿੰਦਾ ਰਸ਼ੀਆ ਦੇ ਵਿੱਚ ਕੰਪਿਊਟਰ ਹੈ D ਕੰਪਿਊਟਰ। ਹੁਣ ਆਪਾਂ D ਕੰਪਿਊਟਰ ਨੂੰ ਡੇਟਾ ਭੇਜਣਾ ਚਾਹੁੰਦੇ ਹਾਂ ਤਾਂ ਦੋ ਤਰ੍ਹਾਂ ਦੇ ਯੂਜ਼ ਕੀਤੇ ਜਾਂਦੇ ਨੇ। ਮੰਨ ਲਓ ਪਹਿਲਾਂ 4 ਪੈਕੇਟ ਆਏ, ਪਹਿਲਾ ਤੇ ਤੀਜਾ ਪੈਕੇਟ ਇੱਧਰ ਦੀ ਚਲੇ ਗਏ, ਦੂਜਾ ਪੈਕੇਟ ਇੱਧਰ ਦੀ ਵਗ ਗਿਆ ਤੇ ਚੌਥਾ ਪੈਕੇਟ ਇੱਧਰ ਦੀ ਵਗ ਗਿਆ। ਦੂਜੇ ਚੋਂ ਪਹਿਲਾ ਫਿਰ ਇੱਧਰ ਨੂੰ ਆ ਗਿਆ, ਤੀਜਾ ਇੱਧਰ ਦੀ ਆ ਗਿਆ, ਬਾਕੀ ਸਾਰੇ ਇੱਥੋਂ ਆ ਕੇ ਇਕੱਠੇ ਹੋ ਗਏ। ਤਾਂ ਇਹਨਾਂ ਨੇ ਵੱਖੋ ਵੱਖਰਾ ਰਸਤਾ ਫੋਲੋ ਕੀਤਾ, ਇਹਨੂੰ ਅਸੀਂ ਬੋਲਦੇ ਹਾਂ ਪੈਕੇਟ ਸਵਿਚ ਨੈਟਵਰਕ। ਤਾਂ ਇਹ ਵੱਖੋ ਵੱਖਰੇ ਰਸਤਿਆਂ ਤੋਂ ਆਏ ਨੇ, ਇਹਨੂੰ ਪੈਕੇਟ ਸਵਿਚ ਬੋਲ ਦਿੰਦੇ ਆ। ਤੇ ਜੇਕਰ ਰਸਤੇ ਇੱਕ ਵਿੱਚ ਦੀ ਆਵੇ, ਮੰਨ ਲਓ ਇਹ ਡੈਡੀਕੇਟਡ ਕਨੈਕਸ਼ਨ ਸੀਗਾ, ਪਹਿਲਾਂ ਇਹ ਆਪਣਾ ਕਨੈਕਸ਼ਨ ਐਸਟੈਬਲਿਸ਼ ਕਰੇ ਫਿਰ ਡੇਟਾ ਟਰਾਂਸਮਿਟ ਕਰੇ, ਤਾਂ ਇਹਨੂੰ ਆਪਾਂ ਬੋਲ ਦਿੰਦੇ ਆ ਸਰਕਟ ਸਵਿਚਿੰਗ। ਜਿਹੜੇ ਮੋਬਾਈਲ ਫੋਨ ਨੇ ਨਾ ਉਹ ਸਾਰੇ ਸਰਕਟ ਸਵਿਚਿੰਗ ਦਾ ਹੀ ਫੀਚਰ ਯੂਜ਼ ਕਰਦੇ ਨੇ। ਪਹਿਲਾਂ ਸਰਕਟ ਐਸਟੈਬਲਿਸ਼ ਹੁੰਦਾ ਫਿਰ ਆਪਾਂ ਕੋਈ ਕਮਿਊਨੀਕੇਟ ਕਰ ਸਕਦੇ ਹਾਂ। ਤਾਂ ਹੀ ਮੋਬਾਈਲ ਫੋਨ ਦੀ ਕਾਸਟ ਜ਼ਿਆਦਾ ਲੱਗਦੀ ਹੈ ਕਾਲਿੰਗ ਕਰਨ ਦੇ ਲਈ। ਕਿਉਂਕਿ ਅਸੀਂ ਰਿਸੋਰਸ ਨੂੰ ਰਿਜ਼ਰਵ ਕਰ ਲੈਂਦੇ ਹਾਂ। ਜਾਂ ਜਿਵੇਂ ਆਪਣੇ CM ਵਗੈਰਾ ਮੰਤਰੀ ਵਗੈਰਾ ਲੰਘਦੇ ਨੇ, ਉਹ ਸੜਕ ਨੂੰ ਪਹਿਲਾਂ ਹੀ ਕਲੀਅਰ ਕਰ ਦਿੰਦੇ ਨੇ ਵੀ ਉੱਥੇ ਰਸਤੇ 'ਚ ਕੋਈ ਨਹੀਂ ਆਉਣਾ ਚਾਹੀਦਾ, ਤਾਂ ਹੀ ਟ੍ਰੈਫਿਕ ਜ਼ਿਆਦਾ ਵੱਧਦਾ ਨਾ, ਟਾਈਮ ਜ਼ਿਆਦਾ ਲੱਗ ਜਾਂਦਾ। ਸੋ ਸਰਕਟ ਸਵਿਚਿੰਗ ਹੈ ਜਿਹੜਾ, ਇਹਦਾ ਇੱਕ ਡਰਾਬੈਕ ਹੈ, ਇਟ ਇਜ਼ ਏ ਰਿਸੋਰਸ ਰਿਜ਼ਰਵੇਸ਼ਨ ਟੈਕਨੀਕ। ਰਿਸੋਰਸ ਰਿਜ਼ਰਵੇਸ਼ਨ ਟੈਕਨੀਕ। ਤੇ ਜਿਹੜੀ ਪੈਕੇਟ ਸਵਿਚਿੰਗ ਆ ਉਹ ਰਿਸੋਰਸ ਰਿਜ਼ਰਵ ਨਹੀਂ ਕਰਦੀ, ਉਹ ਵੱਖੋ ਵੱਖਰੇ ਰਸਤਿਆਂ ਦੇ ਵਿੱਚ ਦੀ ਜਾਂਦੇ ਨੇ। ਸੋ ਪੈਕੇਟ ਸਵਿਚਿੰਗ ਦੇ ਵਿੱਚ ਤਾਂ ਹੀ ਕਾਲਿੰਗ ਦੇ ਚਾਰਜਸ ਘੱਟ ਪੈਂਦੇ ਨੇ। ਇੰਟਰਨੈਟ ਤੇ ਕਾਲ ਤਾਂ ਹੀ ਆਪਾਂ ਨੂੰ ਪੈਸੇ ਘੱਟ ਪੈਂਦੇ ਨੇ, ਬਾਹਰਲੇ ਮੋਸਟਲੀ ਇੰਟਰਨੈਟ ਕਾਲ ਹੀ ਕਰਦੇ ਨੇ। ਤਾਂ ਇਹ ਪੁੱਛ ਰਿਹਾ ਕਿ ਇਟ ਪ੍ਰੋਵਾਈਡਸ ਰੀਅਲ ਟਾਈਮ ਮਲਟੀਮੀਡੀਆ ਸੈਸ਼ਨ ਓਵਰ ਪੈਕੇਟ ਸਵਿਚ ਨੈਟਵਰਕ। ਤਾਂ ਇਹ VoIP ਹੈ ਜਿਹੜਾ ਚੱਲਦਾ ਹੀ ਪੈਕੇਟ ਸਵਿਚ ਤੇ, ਕਿਉਂਕਿ ਇੰਟਰਨੈਟ ਤੇ ਚੱਲਦਾ ਪੈਕੇਟਾਂ ਦੁਆਰਾ ਹਨਾ। ਸੋ ਫਿਰ ਇਹਦਾ ਇਹ ਆਨਸਰ ਹੈ ਬੋਥ 1 and 2। ਅਗਲਾ ਕੁਐਸਚਨ ਹੈ ਇਹ ਡਿਸਕ ਸੈਕਟਰ ਜਨਰਲੀ ਕੰਟੇਨਸ ਡੈਸ਼ ਬਾਈਟਸ। ਇਹ ਡਿਸਕ ਹੈ ਪੂਰੀ, ਡਿਸਕ ਦੇ ਵਿੱਚ ਟਰੈਕ ਹੈ, ਇਹ ਕਲਰ ਦਾ ਔਰੰਜ ਜਿਹਾ ਕਲਰ ਹੈ, ਲਾਈਟ ਔਰੰਜ। ਇਹ ਟਰੈਕ ਹੈ, ਟਰੈਕ ਦੇ ਵਿੱਚ ਇਹਨੂੰ ਅਸੀਂ ਇੱਕ ਸੈਕਟਰ ਬੋਲ ਦਿੰਦੇ ਹਾਂ। ਇਹ ਤਾਂ ਇੱਕ ਟਰੈਕ ਦਾ ਸਰਕਟ ਹੈ। ਜੇ ਪੂਰਾ ਪਾਈ ਸ਼ੇਪਡ ਲੈ ਲਈਏ, ਆਪਾਂ ਲਾਸਟ ਵੀਡੀਓ 'ਚ ਗੱਲ ਕੀਤੀ ਸੀ ਪਾਈ ਸ਼ੇਪ, ਇਹਨੂੰ ਆਪਾਂ ਡਿਸਕ ਸੈਕਟਰ ਬੋਲ ਦਿੰਦੇ ਹਾਂ। ਠੀਕ ਹੈ, ਸੋ ਟ੍ਰੈਡੀਸ਼ਨਲੀ 512 ਬਾਈਟ ਸੀਗਾ ਹਾਰਡ ਡਿਸਕ ਦਾ ਡਿਸਕ ਸੈਕਟਰ ਸਾਈਜ਼ ਹੈ ਨਾ, ਤੇ 2048 ਬਾਈਟ ਸੀ CD ROM ਤੇ DVD ਦਾ। ਅੱਜ ਕੱਲ੍ਹ ਨਿਊਅਰ ਹਾਰਡ ਡਿਸਕ ਦੇ ਵਿੱਚ 4096 ਬਾਈਟਸ ਯਾਨੀ ਕਿ 4KB ਦਾ ਸਾਈਜ਼ ਹੈ। ਸੋ ਇਹਦਾ ਫਿਰ ਆਨਸਰ 512। ਚਲੋ ਹਜੇ ਪਤਾ ਨਹੀਂ ਲੱਗਣਾ ਆਨਸਰ ਕਿਵੇਂ ਆ ਗਿਆ, ਇੱਥੇ ਮੈਂ ਦੱਸ ਦੇਣਾ 512। ਇਹ ਕਿਵੇਂ ਆਉਂਦਾ? ਜਿਵੇਂ 2 ਦੀ ਪਾਵਰ 1 ਕਰ ਦਈਏ 2 ਆ ਜਾਊ, 2 ਦੀ ਪਾਵਰ 2 ਕਰ ਦਈਏ 4, 2 ਦੀ ਪਾਵਰ 3 8, 2 ਦੀ ਪਾਵਰ 4 16, 2 ਦੀ ਪਾਵਰ 5 32, 2 ਦੀ ਪਾਵਰ 6 64, 2 ਦੀ ਪਾਵਰ 7 128, 2 ਦੀ ਪਾਵਰ 9 512 ਨਹੀਂ 256 256। ਗਲਤ ਹੋ ਗਿਆ 8 ਆਊਗਾ 9 ਨਹੀਂ ਹੋਊਗਾ। 2 ਦੀ ਪਾਵਰ 8 256, 2 ਦੀ ਪਾਵਰ 9 512 ਤੇ 2 ਦੀ ਪਾਵਰ 10
1024 ਤਾਂ ਆਨਸਰ 512 ਵਾਈਟ ਆ, ਤਾਂ 2 ਦੀ ਪਾਵਰ ਕਿੰਨਾ ਹੋ ਜਾਊਗਾ 9 ਹੋ ਜਾਊਗਾ। ਕਲੀਅਰ ਹੋਈ ਗੱਲ, ਸੌਖਾ ਹੀ ਕੰਮ ਆ, ਔਖਾ ਨਹੀਂ ਹੈਗਾ। ਅੱਗੇ ਆ ਗਿਆ ਜੀ ਵਿੱਚ ਉਹਦੀ ਫੋਲੋਇੰਗ ਸਾਈਬਰ ਕ੍ਰਾਈਮ ਇਜ਼ ਬੇਸਿਕਲੀ ਯੂਜ਼ਡ ਫॉर ਕਮਿਟਿੰਗ ਫਾਈਨੈਂਸ਼ੀਅਲ ਕ੍ਰਾਈਮ। ਕਹਿੰਦਾ ਇਹ ਹੈਗੇ ਤਾਂ ਸਾਈਬਰ ਕ੍ਰਾਈਮ ਨੇ ਦੋਨੋਂ, ਇੱਥੋਂ ਗੱਲ ਤਾਂ ਇਹੀ ਬੋਲ ਗਿਆ ਵਿੱਚ ਉਹਦੀ ਫੋਲੋਇੰਗ ਸਾਈਬਰ ਕ੍ਰਾਈਮਸ ਇਜ਼ ਬੇਸਿਕਲੀ ਯੂਜ਼ਡ ਫॉर ਕਮਿਟਿੰਗ ਫਾਈਨੈਂਸ਼ੀਅਲ ਕ੍ਰਾਈਮਸ। ਫਾਈਨੈਂਸ਼ੀਅਲੀ ਕ੍ਰਾਈਮ ਕਿਹੜੇ ਹੁੰਦੇ ਨੇ, ਜਿਹੜੇ ਫਾਈਨੈਂਸ ਨਾਲ ਰਿਲੇਟ ਕਰਦੇ ਨੇ, ਪੈਸਿਆਂ ਦੇ ਲੈਣ ਦੇਣ ਨਾਲ। ਕੀ ਕਹਿੰਦਾ, ਸਲਾਮੀ ਅਟੈਕ ਤੇ ਵੈਬ ਜੈਕਿੰਗ। ਸਲਾਮੀ ਸੁਣਿਆ ਸ਼ਬਦ ਕਦੇ? ਸੁਣਿਆ ਹੋਣਾ। ਸਲਾਮੀ ਚਿਕਨ ਸੁਣਿਆ? ਸਲਾਮੀ ਦਾ ਮਤਲਬ ਹੁੰਦਾ ਛੋਟੇ ਛੋਟੇ ਪੀਸ, ਇਹ ਸਲਾਮੀ ਚਿਕਨ ਹੁੰਦਾ। ਸਲਾਮੀ ਦਾ ਅਸਲ ਚ ਮੀਨਿੰਗ ਹੈ ਸਲਾਮੀ ਅਟੈਕ ਇਜ਼ ਏ ਸੀਰੀਜ਼, ਇੱਥੋਂ ਹੀ ਦੱਸ ਦੇਣਾ। ਸਲਾਮੀ ਹੁੰਦਾ ਸਮੋਲ ਪੀਸਿਸ, ਇੱਥੇ ਤਾਂ ਨਹੀਂ ਲਿਖਿਆ ਕਿਤੇ, ਇੱਥੇ ਨਹੀਂ ਲਿਖਿਆ, ਸਮੋਲ ਪੀਸਿਸ ਕਿਸੇ ਵੀ ਚੀਜ਼ ਦੇ। ਤਾਂ ਸਲਾਮੀ ਅਟੈਕ ਦੇ ਵਿੱਚ ਵੀ ਕੀ ਹੁੰਦਾ ਹੈ, ਸੀਰੀਜ਼ ਆਫ ਸਮਾਲਰ ਅਟੈਕ ਦੈਟ ਟੂਗੈਦਰ ਰਿਜ਼ਲਟ ਏ ਲਾਰਜਰ ਸਕੇਲ ਅਟੈਕ। ਤਾਂ ਕੀ ਹੁੰਦਾ, ਤੁਸੀਂ 1 ਲੱਖ ਬੰਦਿਆਂ ਦੇ ਖਾਤੇ ਦੇ ਵਿੱਚੋਂ 2-2 ਰੁਪਏ ਕੱਢ ਲਏ, ਕਿੰਨੇ ਪੈਸੇ ਹੋ ਜਾਣਗੇ? 1 ਲੱਖ ਬੰਦਿਆਂ ਦੇ ਖਾਤੇ ਚੋਂ 1-1 ਰੁਪਇਆ ਕੱਢ ਲਿਆ, ਕਿੰਨਾ ਹੋ ਗਿਆ? 1 ਲੱਖ ਰੁਪਇਆ ਹੋ ਗਿਆ ਕਿ 10 ਲੱਖ ਹੋ ਗਿਆ? 1 ਲੱਖ ਰੁਪਇਆ ਹੋ ਗਿਆ। 1 ਲੱਖ ਬੰਦਿਆਂ ਚੋਂ 1-1 ਰੁਪਇਆ ਕੱਢਿਆ ਤਾਂ 1 ਲੱਖ ਹੋ ਗਿਆ। ਜੇ 5-5 ਕੱਢ ਲਏ ਤਾਂ 5 ਲੱਖ ਹੋ ਗਿਆ, ਹੈ ਨਾ। ਸੋ ਅਮਾਊਂਟ ਤਾਂ ਛੋਟੀ, 1 ਰੁਪਏ ਦਾ ਜਾਂ 2-5 ਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਸਾਡੇ ਖਾਤੇ ਚੋਂ ਕੱਢੇ ਗਏ, ਸਾਨੂੰ ਤਾਂ 10, 15, 20, 100 ਤੱਕ ਵੀ ਨਹੀਂ ਪਤਾ ਲੱਗਦਾ। ਤਾਂ ਇਹਨੂੰ ਸਲਾਮੀ ਅਟੈਕ ਬੋਲਦੇ ਆ, ਛੋਟੇ ਛੋਟੇ ਕਣਾਂ ਦੇ ਵਿੱਚ ਇਹ ਪੈਸੇ ਇਕੱਠੇ ਕਰਦਾ। ਤੇ ਵੈਬ ਜੈਕਿੰਗ ਕੀ ਹੁੰਦਾ? ਵੈਬ ਜੈਕਿੰਗ ਇਜ਼ ਏ ਵੈਬ ਐਪਲੀਕੇਸ਼ਨ ਇੰਪਰੋਪਰਲੀ ਰੀਡਾਇਰੈਕਟ। ਰੀਡਾਇਰੈਕਟ ਹੁੰਦਾ ਕਿਸੇ ਹੋਰ ਲਿੰਕ ਤੇ ਜਾਣਾ ਜਾਂ ਰੀਫਰੈਸ਼ ਕਰਨਾ। ਇਹ ਯੂਜ਼ਰ ਬਰਾਊਜ਼ਰ ਫਰੋਮ ਦਾ ਪੇਜ ਔਨ ਟਰਸਟਡ ਡੋਮੇਨ ਟੂ ਏ ਬੋਗਸ ਡੋਮੇਨ ਵਿਦਾਊਟ ਦੀ ਯੂਜ਼ਰ ਕੰਸੈਂਟ ਇਜ਼ ਕਾਲਡ ਵੈਬ ਜੈਕਿੰਗ। ਬਹੁਤ ਇੰਪੋਰਟੈਂਟ ਆ, ਦੇਖੋ ਪੁੱਛ ਸਕਦਾ ਕਿ ਜੋ ਮੈਂ ਲਿਖਿਆ www.sbionline.com, ਮੈਂ ਤਾਂ ਆਪਦੇ ਪੈਸੇ ਨੈਟ ਬੈਂਕਿੰਗ ਰਾਹੀਂ ਚੈੱਕ ਕਰਨਾ ਚਾਹੁੰਦਾ ਸੀ SBI ਆਨਲਾਈਨ। ਇਹ ਮੈਨੂੰ ਰੀਡਾਇਰੈਕਟ ਕਰਕੇ ਲੈ ਗਿਆ www.sbi ਦੀ ਥਾਂ ਤੇ SB1 ਪਾਤਾ, ਲੱਗੂਗਾ ਆਈ ਵਰਗਾ ਹੀ, ਉਹ ਫਰਕ ਨਹੀਂ ਪਤਾ ਲੱਗਣਾ। sb1online.com ਸਾਰੀ ਇਹ ਜੇ ਆਪਾਂ ਕਹਿ ਦਈਏ ਵੈਬਸਾਈਟ ਦਾ ਨਕਸ਼ਾ ਜਮਾਂ ਹੀ ਓਰੀਜਨਲ ਵਰਗਾ ਬਣਿਆ ਹੋਊ। ਇਹ ਵਾਲੀ ਵੈਬਸਾਈਟ ਜਿਹੜੀ ਖੁੱਲੂਗੀ ਇਹ ਓਰੀਜਨਲ ਵਰਗੀ ਹੀ ਬਣੀ ਹੋਊ, ਬਿਲਕੁਲ ਇਹਦੇ ਵਰਗੀ। ਤਾਂ ਸਾਨੂੰ ਲੱਗੂ ਕਿ ਨੈਟ ਬੈਂਕਿੰਗ ਆ ਗਈ, ਅਸੀਂ ਉੱਥੇ ਆਪਦਾ ਯੂਜ਼ਰ ਨੇਮ ਤੇ ਪਾਸਵਰਡ ਭਰਾਂਗੇ, ਉਹ ਬੰਦਾ ਚੋਰੀ ਕਰ ਲਊ। ਰੀਡਾਇਰੈਕਟ ਹੋ ਗਈ ਨਾ, ਓਰੀਜਨਲ ਵੈਬਸਾਈਟ ਇੱਥੋਂ ਰੀਡਾਇਰੈਕਟ ਹੋ ਗਈ ਯੂਜ਼ਰ ਦੇ ਕੰਸੈਂਟ ਤੋਂ ਬਿਨਾਂ। ਸੋ ਫਿਰ ਇਹ ਤਾਂ ਫਾਈਨੈਂਸ਼ੀਅਲ ਕ੍ਰਾਈਮ ਹੈ, ਇਹ ਫਾਈਨੈਂਸ਼ੀਅਲ ਕ੍ਰਾਈਮ ਨਹੀਂ, ਇਹਨੇ ਤਾਂ ਯੂਜ਼ਰ ਨੇਮ ਤੇ ਪਾਸਵਰਡ ਹੀ ਚੋਰੀ ਕੀਤਾ। ਤਾਂ ਫਿਰ ਆਨਸਰ ਸੀ ਹੈ ਓਨਲੀ 1। ਕਲੀਅਰ। ਅਗਲਾ ਕੁਐਸਚਨ ਹੈਗਾ ਇਨ MS PowerPoint 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਸ਼ੋ ਔਰ ਹਾਈਡ ਦੀ ਗ੍ਰਿਡ। ਗ੍ਰਿਡ ਨੂੰ ਅਸੀਂ ਕਿਵੇਂ ਸ਼ੋਅ ਕਰ ਸਕਦੇ ਹਾਂ? ਗ੍ਰਿਡ ਇੱਕ ਲਾਈਨਾਂ ਜੀਆਂ ਨੇ, ਮੈਂ ਤੁਹਾਨੂੰ ਦਿਖਾ ਦੇਣਾ ਕਰਕੇ, ਪ੍ਰੈਕਟੀਕਲ ਕਰਕੇ ਦਿਖਾ ਦੇਣਾ। ਜਿਵੇਂ ਇਹੀ ਹੈ Shift F9 ਆ ਦੇਖੋ, ਗ੍ਰਿਡ ਆ ਗਿਆ ਨਾ, ਲਾਈਨਾਂ ਜੀਆਂ ਆ ਗਈਆਂ। Shift F9 ਇਸ ਤਰ੍ਹਾਂ ਕਰਕੇ, ਠੀਕ ਹੈ। ਇਹ ਮੈਨੂੰ ਲੱਗਦਾ ਇੱਥੇ ਵੀ ਹੁੰਦਾ, ਵਿਊ ਦੇ ਵਿੱਚ ਵੀ ਹੁੰਦਾ। ਆ ਦੇਖੋ ਵਿਊ ਦੇ ਵਿੱਚ ਰੂਲਰ, ਆਹ ਰੂਲਰ ਆ ਗਿਆ ਉੱਪਰ ਵਾਲਾ, ਦਿਖ ਰਿਹਾ ਹੋਣਾ ਤੁਹਾਨੂੰ, ਹੈ ਨਾ। ਆਹ ਚੀਜ਼ਾਂ ਰੂਲਰ ਦੇ ਵਿੱਚ ਆ ਗਈਆਂ ਤੇ ਗ੍ਰਿਡ ਲਾਈਨ, ਇਹ ਵਾਲੀਆਂ ਗ੍ਰਿਡ ਲਾਈਨ ਆ ਗਈਆਂ। ਕਲੀਅਰ। ਤੇ ਆਹ ਵਾਲਾ ਆ ਗਿਆ ਗ੍ਰਿਡ, ਪੂਰਾ 4 ਹਿੱਸਿਆਂ 'ਚ ਬਣਦਾ। ਇਹ ਤਾਂ ਹੁੰਦਾ ਜੇਕਰ ਅਸੀਂ ਪ੍ਰੋਪਰ ਅਲਾਈਨਮੈਂਟ ਵਗੈਰਾ ਕਰਨੀ ਹੈ। ਕਲੀਅਰ ਹੋਈ ਗੱਲ। ਸੋ ਫਿਰ ਇਹਦਾ Shift 9 ਆਨਸਰ ਹੈ, Shift 9। ਇਹ ਚੀਜ਼ਾਂ ਯਾਦ ਕਰ ਲੈਣੀਆਂ ਨੇ। ਅਗਲਾ ਕੁਐਸਚਨ ਹੈਗਾ ਇਨ MS Excel 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਓਪਨ ਦੀ ਇਨਸਰਟ ਫੰਕਸ਼ਨ ਵਿੰਡੋ। ਇਨਸਰਟ ਫੰਕਸ਼ਨ ਵਿੰਡੋ ਆਪਾਂ ਕਿਹਦੇ ਨਾਲ, ਇਹ ਵਾਲੀ ਇਨਸਰਟ ਫੰਕਸ਼ਨ ਵਿੰਡੋ ਹੁੰਦੀ ਹੈ, ਠੀਕ ਆ। ਸੋ ਇਹ ਖੁੱਲਦੀ ਹੈ Shift F3 ਦੇ ਨਾਲ। ਜੇ ਕਹੂੰ ਤਾਂ ਮੈਂ ਕਰਕੇ ਦਿਖਾ ਦੇਣਾ, ਕਹੋਗੇ ਤਾਂ ਪਰ ਕਿਵੇਂ, ਹੈ ਨਾ। Shift F3 ਆ ਦੇਖੋ, ਇਹ ਐਕਸਲ ਖੋਲਿਆ ਆਪਾਂ। ਐਕਸਲ ਦੇ ਵਿੱਚ ਜਦੋਂ ਹੀ ਆਪਾਂ Shift F3 ਕਰਾਂਗੇ, ਫੰਕਸ਼ਨ ਕੀਜ਼ ਨੇ, ਇਹ ਇਨਸਰਟ ਫੰਕਸ਼ਨ ਆ ਜਾਊਗਾ। ਕਿਹੜਾ ਫੰਕਸ਼ਨ ਕਰਨਾ ਹੈ? ਸਮ ਕਰਨਾ ਹੈ, ਐਵਰੇਜ ਕਰਨਾ ਹੈ, ਹਾਈਪਰਲਿੰਕ ਹੈ, ਕਾਊਂਟ ਹੈ, ਮੈਕਸ ਹੈ ਨਾ, ਬਹੁਤ ਸਾਰੇ ਫੰਕਸ਼ਨ ਨੇ। ਤਾਂ ਇਹ ਆਉਂਦਾ Shift F3 ਦੇ ਨਾਲ। ਠੀਕ ਹੈ, ਯਾਦ ਕਰ ਲੈਣੀ ਆਪਾਂ ਇਹ। ਅਗਲਾ ਕੁਐਸਚਨ ਹੈਗਾ ਵਿਚ ਸਟੇਟਮੈਂਟ ਇਜ਼ ਜਾਂ ਆਰ ਟਰੂ ਅਬਾਊਟ ਡੇਟਾ ਸਕੈਨਿੰਗ ਡਿਵਾਈਸ। ਡੇਟਾ ਸਕੈਨ ਕਰਨ ਵਾਲੇ ਡਿਵਾਈਸ ਕਿਹੜੇ ਹੁੰਦੇ ਨੇ, ਉਹਨਾਂ ਦੇ ਬਾਰੇ ਕਹਿੰਦਾ ਕਿਹੜੀਆਂ ਸਟੇਟਮੈਂਟਾਂ ਠੀਕ ਨੇ। ਡੇਟਾ ਸਕੈਨ ਕਰਨ ਵਾਲੇ ਡਿਵਾਈਸ ਆਪਣੇ ਕੋਲ ਇਹੀ ਨੇ, ਜਿਵੇਂ ਸਕੈਨਰ ਹੈ ਪਹਿਲਾ, ਤੇ ਇਹ ਹੁੰਦਾ ਹੈਗਾ, ਇਹ ਕੀ ਹੁੰਦਾ ਦੱਸੋਗੇ?
ਬਾਰਕੋਡ, ਆ ਬਾਰਕੋਡ ਹੈ, ਇਹਨਾਂ ਨੂੰ ਬਾਰਕੋਡ ਬੋਲਦੇ ਆ, ਤੇ ਇਹ ਬਾਰਕੋਡ ਰੀਡਰ ਹੈ। ਤੇ ਇਹਦੇ ਵਿੱਚ ਲੇਜ਼ਰ ਲਾਈਟ ਯੂਜ਼ ਹੁੰਦੀ ਹੈ, ਵੀ ਕੁਐਸਚਨ ਪੁੱਛਿਆ ਹੈਗਾ ਕਿਹੜੀ ਲਾਈਟ ਯੂਜ਼ ਹੁੰਦੀ ਹੈ, ਲੇਜ਼ਰ ਲਾਈਟ। ਤੇ ਇਹ ਜਿਹੜੇ ਸਕੈਨਿੰਗ ਡਿਵਾਈਸ ਨੇ ਕਹਿੰਦਾ ਇਹਨਾਂ ਦੇ ਲਈ ਕੀ ਠੀਕ ਹੈ, ਐਲੀਮੀਨੇਟ ਦੀ ਨੀਡ ਆਫ ਮੈਨੂਅਲ ਐਂਟਰੀ। ਕੀ ਕਹਿੰਦਾ ਇਹ ਜਿਹੜੀ ਮੈਨੂਅਲ ਐਂਟਰੀ ਕਰਨੀ ਪੈਂਦੀ ਹੈ ਸਾਨੂੰ ਹੱਥਾਂ ਨਾਲ ਕੋਈ ਰੇਟ ਟਾਈਪ ਕਰਨਾ ਸੀ ਉਹਨੂੰ ਇਹ ਕਹਿੰਦਾ ਐਲੀਮੀਨੇਟ ਕਰਨੇ, ਬਿਲਕੁਲ ਠੀਕ ਹੈ। ਆਪਾਂ ਕਿਤੋਂ ਸਮਾਨ ਖਰੀਦਣ ਜਾਂਦੇ ਹਾਂ, ਮੰਨ ਲਓ ਤੁਸੀਂ ਕਿਸੇ ਸ਼ਾਪਿੰਗ ਮਾਲ ਦੇ ਵਿੱਚ ਗਏ, ਕਿਤੇ ਵੀ ਜਾਂਦੇ ਹਾਂ ਆਪਾਂ ਹੈ ਨਾ, ਜਿਵੇਂ ਡਕੈਥਲੈਨ ਜਾਂਦੇ ਹਾਂ, ਉੱਥੇ ਕੀ ਹੁੰਦਾ ਟੈਗ ਤੇ ਉਹ ਬਾਰਕੋਡ ਰੀਡਰ ਲਾਉਂਦੇ ਨੇ, ਉਹ ਪ੍ਰੋਡਕਟ ਦੀ ਡਿਟੇਲ ਚੱਕ ਲੈਂਦਾ। ਤੇ ਜਿਹੜੀਆਂ ਬਾਰਕੋਡਸ ਹੁੰਦੀਆਂ ਨੇ ਇਹ ਯੂਨੀਕਲੀ ਆਇਡੈਂਟੀਫਾਈ ਕਰਦੀਆਂ ਨੇ ਕਿਸੇ ਪ੍ਰੋਡਕਟਸ ਨੂੰ, ਹਰੇਕ ਦਾ ਬਾਰਕੋਡ ਅਲੱਗ-ਅਲੱਗ ਉਹ ਸੇਮ ਨਹੀਂ ਹੋਊਗਾ। ਫਿਰ ਅੱਗੇ ਆ ਗਿਆ ਨੀਡ ਡੀਗ੍ਰੇਡਡ ਕੁਆਲਿਟੀ ਆਫ ਡੇਟਾ ਸੋਰਸ। ਇਹਨੂੰ ਡੀਗ੍ਰੇਡਡ ਕੁਆਲਿਟੀ ਤਾਂ ਨਹੀਂ ਚਾਹੀਦੀ ਯਾਰ, ਆਪਾਂ ਨੂੰ ਸਕੈਨ ਕਰਕੇ ਦਿੰਦੇ, ਇਹਨੂੰ ਕੁਆਲਿਟੀ ਤਾਂ ਵਧੀਆ ਦੇਵਾਂਗੇ ਨਾ, ਜੇ ਢਾਇਆ ਜਿਹਾ ਬਾਰਕੋਡ ਦੇ ਦਾਂਗੇ ਉਹ ਨਹੀਂ ਸਕੈਨ ਕਰੂਗਾ। ਆਪਾਂ ਜਿਹਨੂੰ ਕਿਸੇ ਨੂੰ ਪੈਸੇ ਪੇ ਕਰਦੇ ਹਾਂ, ਜੇ ਉਹ ਸਕੈਨਰ ਉਹ ਬਾਰਕੋਡ ਉਹਦੀਆਂ ਹੈ ਨਾ QR ਕੋਡ ਬੋਲਦੇ ਇਹਨੂੰ, ਕੁਇਕ ਰਿਸਪੌਂਸ QR ਕੋਡ ਜੇ ਉਹਦਾ ਖਰਾਬ ਜਾ ਪਿਆ ਹੋਵੇ ਡੀਗ੍ਰੇਡਡ ਕੁਆਲਿਟੀ ਦਾ, ਤਾਂ ਉਹ ਸਾਨੂੰ ਨਹੀਂ ਚੱਲਦਾ, ਫਿਰ ਉਹ ਆਪਾਂ ਨੰਬਰ ਦੱਸਦਾ ਆਪਾਂ ਨੂੰ ਬੰਦਾ ਹੈ ਨਾ। ਤਾਂ ਫਿਰ ਇਹਦਾ ਡੀ ਆਨਸਰ ਆ ਓਨਲੀ 1। ਮੈਂ ਵਾਰੀ ਕਹਿ ਰਿਹਾ ਵੀ ਟਰੂ ਜ਼ਰੂਰ ਦੇਖਣਾ, ਜੇ ਇੱਥੇ ਫਾਲਸ ਕਹਿ ਦਿੰਦਾ ਨਾ ਵਿੱਚ ਸਟੇਟਮੈਂਟ ਇਜ਼ ਫਾਲਸ, ਫਿਰ ਇਹਦਾ ਆਨਸਰ ਇਹ ਹੋ ਜਾਣਾ ਸੀ, C ਹੋ ਜਾਣਾ ਸੀ। ਧਿਆਨ ਦੇਣਾ ਤੁਸੀਂ ਵਾਰੀ ਕਹਿ ਰਿਹਾ ਮੈਂ, ਠੀਕ ਹੈ। ਅਗਲਾ ਕੁਐਸਚਨ ਹੈਗਾ ਕਹਿੰਦਾ ਇਨ MS Excel 2019 ਵਿਚ ਆਫ ਦੀ ਫੋਲੋਇੰਗ ਪੇਅਰ ਆਫ ਫੰਕਸ਼ਨ ਇਜ਼ ਏ ਕਰੈਕਟ। ਕਿਹੜਾ ਫੰਕਸ਼ਨ ਕਰੈਕਟ ਹੈ? ABS ਕਹਿੰਦਾ ਫੰਕਸ਼ਨ ਹੈ ਮੈਥ ਐਂਡ ਟ੍ਰਿਗਨੋਮੈਟਰੀ ਦੇ ਵਿੱਚ ਆਉਂਦਾ ਹੈ। ਜਿਵੇਂ ਤੁਸੀਂ ਆਪਾਂ ਐਕਸਲ ਖੋਲਾਂਗੇ, ਫਾਰਮੂਲਾਜ਼ ਮੈਂ ਦਿਖਾ ਵੀ ਦਿੰਦਾ, ਐਕਸਲ ਦੇ ਫਾਰਮੂਲਾਜ਼ ਆਪਾਂ ਖੋਲਦੇ ਆ ਨਾ, ਜਦੋਂ ਐਕਸਲ ਦੇ ਫਾਰਮੂਲਾਜ਼ ਆਹ ਫੰਕਸ਼ਨ ਨੇ, ਰੀਸੈਂਟਲੀ ਯੂਜ਼ ਨੇ, ਫਾਈਨੈਂਸ਼ੀਅਲ ਦੇ ਨੇ, ਲੌਜੀਕਲ ਨੇ, ਟੈਕਸਟ ਦੇ ਨੇ, ਹਨਾ, ਇਹ ਮੈਥ ਐਂਡ ਟ੍ਰਿਗਨੋਮੈਟਰੀ ਦੇ ਨੇ। ਸਭ ਤੋਂ ਪਹਿਲਾਂ ਹੀ ABS ਪਿਆ, ਤਾਂ ਇਹੀ ਆਪਾਂ ਨੂੰ ਪੁੱਛ ਰਿਹਾ ਵੀ ਕਿਹੜੇ ਹੈਗੇ ਨੇ ਕਿਹੜੇ ਨਹੀਂ, ਹਨਾ। ਦੇਖਦੇ ਹਾਂ ਆਪਾਂ, ਤਾਂ ਪਹਿਲਾਂ ਕਹਿ ਗਿਆ ABS ਕਹਿੰਦਾ ਮੈਥ ਐਂਡ ਟ੍ਰਿਗਨੋਮੈਟਰੀ ਦਾ ਫੰਕਸ਼ਨ ਹੈ, ਬਿਲਕੁਲ ਠੀਕ ਹੈ। ਆਹ ਦੇਖੋ ਮੈਥ ਐਂਡ ਟ੍ਰਿਗਨੋਮੈਟਰੀ ਫੰਕਸ਼ਨ ਹੈ, ਉਹਦੇ ਵਿੱਚ ਪਹਿਲਾਂ ਹੀ ABS ਹੈ, ਪਹਿਲੀ ਸਟੇਟਮੈਂਟ ਠੀਕ ਆ। ਫਿਰ ਉਹ ਪੁੱਛਦਾ ਹੈ NPV ਹੈ, ਕਹਿੰਦਾ ਫਾਈਨੈਂਸ਼ੀਅਲ ਦਾ ਫੰਕਸ਼ਨ ਹੈ। ਫਾਈਨੈਂਸ਼ੀਅਲ ਦੇ ਵਿੱਚ ਆਪਾਂ ਦੇਖ ਲਿਆ NPV ਹੈਗਾ ਕਿਤੇ, NPV ਹੈ ਨਹੀਂ, ਫਾਈਨੈਂਸ਼ੀਅਲ ਆਪਾਂ ਇਹਦੇ ਵਿੱਚੋਂ ਹੀ ਜਾ ਕੇ ਦੇਖ ਲੈਂਦੇ ਹਾਂ, ਫਾਈਨੈਂਸ਼ੀਅਲ ਦੇ ਵਿੱਚ NPV ਹੈਗਾ ਕਿ ਨਹੀਂ। ਫਾਈਨੈਂਸ਼ੀਅਲ ਦੇ ਵਿੱਚ ਅੱਗੇ ਨੂੰ ਹੋਰ ਸਕਰੋਲ ਕਰ ਲਾਂਗੇ ਨੀਚੇ, NPV ਆ ਸੀਗਾ NPV, ਠੀਕ ਹੈ, ਆ ਸੀ NPV। ਉਹ ਵਾਲੇ ਤੋਂ ਪਹਿਲਾਂ ਇੱਥੇ ਮੈਨੂੰ ਲੱਗਦਾ ਸ਼ਾਇਦ ਦਿਖ ਨਹੀਂ ਰਿਹਾ, ਆ ਸੀਗਾ ਇੱਥੇ, ਦਿਖਿਆ ਹੀ ਨਹੀਂ ਆਪਾਂ ਨੂੰ। ਹਾਂ ਹੈਗਾ ਇਹਦੇ 'ਚ ਵੀ ਹੈਗਾ। ਤਾਂ ਆਹ ਵਾਲਾ ਫੰਕਸ਼ਨ ਹੈ NPV। ਤਾਂ ਦੋਨੋਂ ਹੀ ਠੀਕ ਨੇ ਇਹ ਸਟੇਟਮੈਂਟਾਂ, C ਹੈ ਤਾਂ ਬੋਥ 1 and 2 ਟਰੂ। ਨੈਕਸਟ ਕੁਐਸਚਨ ਹੈ ਵੈਬ ਡਾਇਰੈਕਟਰੀ ਇਜ਼ ਏ ਕੈਟਾਗਰੀ ਆਫ ਸਰਚ ਇੰਜਨ ਵਿਚ ਆਫ ਦੀ ਫੋਲੋਇੰਗ ਇਜ਼ ਐਗਜ਼ਾਮਪਲ ਆਫ ਵੈਬ ਡਾਇਰੈਕਟਰੀ। ਕਹਿੰਦਾ ਵੈਬ ਡਾਇਰੈਕਟਰੀ ਹੁੰਦੀ ਹੈ ਜਿਹੜੀ ਉਹ ਸਰਚ ਇੰਜਨ ਦੀ ਕੈਟਾਗਰੀ ਹੈ, ਹੇਠ ਲਿਖਿਆਂ ਚੋਂ ਕਿਹੜਾ ਵੈਬ ਡਾਇਰੈਕਟਰੀ ਹੈ? ਯਾਹੂ, ਐਲਟਾ ਹੋਣਾ ਸੀ ਤੇ ਐਲਟਾ ਵਿਸਟਾ, ਆਟਾ ਨਹੀਂ ਐਲਟਾ ਵਿਸਟਾ, ਗੂਗਲ, ਮੈਟਾ ਸਰਚ। ਪਹਿਲਾਂ ਆਪਾਂ ਥੋੜਾ ਜਿਹਾ ਪੜ੍ਹਦੇ ਹਾਂ ਇਹਦੇ ਬਾਰੇ। ਸਰਚ ਇੰਜਨ ਕੀ ਹੁੰਦਾ ਹੈ? ਸਰਚ ਇੰਜਨ ਆਰ ਏ ਹਿਊਜ ਡੇਟਾਬੇਸ of web pages that have been assembled automatically by machines। ਸਰਚ ਇੰਜਨ ਇੱਕ ਵੈਬਸਾਈਟ ਹੁੰਦੀ ਹੈ ਜਿਹੜਾ ਬਹੁਤ ਸਾਰਾ ਡੇਟਾ ਹੁੰਦਾ ਹੈ, ਜਿਹੜਾ ਕਿ ਲੱਭ ਕੇ ਸਾਨੂੰ ਲਿਆ ਕੇ ਦਿੰਦਾ ਹੈ। ਹੁਣ ਜੇਕਰ ਮੈਂ ਐਂ ਕਰਾਂ, ਮੈਂ ਪੰਜਾਬ ਦੇ ਵਿੱਚ ਪੰਜਾਬੀ ਕਲਚਰ ਦਾ ਸਰਚ ਇੰਜਨ ਬਣ ਜਾ, ਵੀ ਪੰਜਾਬੀ ਕਲਚਰ ਦੇ ਵਿੱਚ ਪੁਰਾਣੇ ਕਿਹੜੇ ਬੰਦੇ ਨੇ, ਆਪਣੇ ਇੱਥੇ ਕਵੀ ਬੈਠੇ ਨੇ ਬਹੁਤ, ਕਿਹੜੀ ਇਨਫੋਰਮੇਸ਼ਨ ਕਿੱਥੋਂ ਹੈ। ਕੋਈ ਬੰਦਾ ਮੈਨੂੰ ਫੋਨ ਕਰਕੇ ਪੁੱਛੇ ਕਿ ਯਾਰ ਮੈਂ ਆਹ ਚੀਜ਼, ਆਹ ਰਾਈਟਰ ਬਾਰੇ ਇਹਦਾ ਮਤਲਬ ਕੀ ਹੈ, ਤੇ ਮੈਂ ਸਾਰੇ ਬੰਦਿਆਂ ਦੇ ਕੋਲੇ ਫੋਨ ਘੁਮਾ ਕੇ, ਜਿਹੜੇ ਬੰਦੇ ਜਿੱਥੋਂ ਜਿਹੜੀ ਇਨਫੋਰਮੇਸ਼ਨ ਪਈ ਹੈ ਉਹਨਾਂ ਤੋਂ ਫੋਨ ਤੇ ਇਨਫੋਰਮੇਸ਼ਨ ਲੈ ਕੇ ਭਾਵੇਂ ਤੇ ਆਪਦੇ ਕੋਲੇ ਰੱਖ ਲਾਂ, ਭਾਵੇਂ ਨਾਲ ਦੀ ਨਾਲ ਮੌਕੇ ਤੇ ਫੋਨ ਕਰਕੇ ਪੁੱਛ ਲਾਂ, ਭਾਵੇਂ ਮੈਂ ਯਾਦ ਰੱਖ ਲਾਂ, ਤਾਂ ਮੈਂ ਇੱਕ ਸਰਚ ਇੰਜਨ ਦੀ ਤਰ੍ਹਾਂ ਕੰਮ ਕਰੂੰਗਾ ਉਹ ਵਾਲੇ ਬੰਦੇ ਨੂੰ ਜਿਹੜਾ ਮੇਰੇ ਕੋਲੇ ਆ ਕੇ ਕਹੂਗਾ ਕਿ ਮੈਂ ਆਹ ਚੀਜ਼ ਦੇਖਣੀ ਹੈ, ਹਨਾ। ਤਾਂ ਉਵੇਂ ਹੀ ਸਰਚ ਇੰਜਨ ਇੱਕ ਸੌਫਟਵੇਅਰ ਜਾਂ ਵੈਬਸਾਈਟ ਹੈ ਜਿਹੜੇ ਪੂਰੀ ਦੁਨੀਆ ਤੇ ਡੇਟਾ ਪਿਆ ਉਹਨੂੰ ਕੋਲੇ ਆਪਦੇ ਰੱਖਦਾ, ਤੇ ਜਦੋਂ ਕੋਈ ਸਰਚ ਮਾਰਦਾ ਹੈ ਉਹ ਸਰਚ ਦੇ ਬੇਸਿਸ ਤੇ ਰਿਜ਼ਲਟ ਕੱਢ ਕੇ ਦੇ ਦਿੰਦਾ। ਤੇ ਦੋ ਤਰ੍ਹਾਂ ਦੇ ਹੁੰਦੇ ਨੇ, ਇੰਡੀਵਿਜੂਅਲ ਤੇ ਮੈਟਾ। ਇੰਡੀਵਿਜੂਅਲ ਕਿਹੜੇ ਹੁੰਦੇ ਨੇ? ਜਿਹੜੇ ਆਪਣੇ ਆਪ 'ਚ ਸਾਰਾ ਕੁਝ ਕਰਦੇ ਨੇ। ਮੈਟਾ ਜਿਹੜੇ ਹੁੰਦੇ ਨੇ ਦੂਜਿਆਂ ਦਾ ਡੇਟਾ ਇਕੱਠਾ ਕਰ ਲੈਂਦੇ ਨੇ, ਠੀਕ ਹੈ। ਮੈਟਾ ਸਰਚ ਇੰਜਨ ਹੁੰਦੇ ਨੇ ਬਹੁਤ ਸਾਰੇ। ਆ ਦੇਖੋ ਆ ਮੈਟਾ ਨੇ, ਮੈਟਾ ਸਰਚ ਇੰਜਨ ਕੀ ਨੇ? ਇੱਕ ਕਿਸੇ ਹੋਰ ਸਰਚ ਇੰਜਨ ਦਾ ਰਿਜ਼ਲਟ ਇਕੱਠਾ ਕਰ ਲਿਆ, ਬਹੁਤ ਸਾਰੇ, ਇਹਦਾ ਵੀ ਰਿਜ਼ਲਟ ਇਕੱਠਾ ਕਰ ਲਿਆ, ਇਹਦਾ ਵੀ ਰਿਜ਼ਲਟ ਇਕੱਠਾ ਕਰ ਲਿਆ,
ਤਾਂ ਇਹ ਰੈਂਕਿੰਗ ਦੇ ਬੇਸ ਤੇ ਕਿਵੇਂ ਡੇਟਾ ਦਿਖਾਉਣਾ ਹੈ ਉਹ ਹੋਏ ਦਿਖਾਉਂਦੇ ਨੇ। ਇਹਨੂੰ ਆਪਾਂ ਬੋਲਦੇ ਹਾਂ ਮੈਟਾ ਸਰਚ ਇੰਜਨ। ਤੇ ਇਹਦੇ ਵਿੱਚ ਸਰਚਿੰਗ ਕੁਐਰੀਜ਼ ਲੱਗਦੀਆਂ ਨੇ, ਉਹਦੇ ਬੇਸਿਸ ਤੇ ਰਿਸਪੌਂਸ ਆਉਂਦਾ। ਇਹਨੂੰ ਸਰਚ ਐਗਰੀਗੇਟਰ ਵੀ ਬੋਲਦੇ ਨੇ, ਜੋੜਨਾ, ਐਗਰੀਗੇਟ ਕਰਨਾ ਹੁੰਦਾ, ਜੋੜਨਾ। ਮੈਟਾ ਸਰਚ ਇੰਜਨ ਇਜ਼ ਏ ਸਰਚ ਇੰਜਨ that combines the result of various search engine into one and gives the result. It can also be started as the online information retrieval tool. ਕਲੀਅਰ ਹੋਈ ਗੱਲ? ਅੱਗੇ ਹੁਣ ਆ ਗਏ ਲਿਸਟ ਆਫ ਮੈਟਾ ਸਰਚ ਇੰਜਨ। ਕਿਹੜੇ ਕਿਹੜੇ ਨੇ ਜਿਹੜੇ ਬਹੁਤ ਸਾਰੇ ਸਰਚ ਇੰਜਨਾਂ ਦੀ ਸਰਚ ਦਾ ਰਿਜ਼ਲਟ ਦਿੰਦੇ ਨੇ, ਜਿਵੇਂ ਡਕਡਕਗੋ, ਸਟਾਰਟ ਪੇਜ, ਮਿਲੀਅਨ ਸ਼ਾਟ, ਐਕਸਾਈਟ, ਸੀਅਰਸ, ਯਿਪੀ, ਗਿਬਰੀਓ, ਮੈਟਾਗਰਾਲ। ਆ ਬਹੁਤ ਇੰਪੋਰਟੈਂਟ ਆ, ਵੀ ਪੁੱਛਿਆ ਗਿਆ ਕੁਐਸਚਨ। ਤੇ ਮੈਟਾਗਰਾਲ ਕੀ ਹੈ? ਵੈਬ ਸਰਚ ਇੰਜਨ ਹੈ ਜਾਂ ਮੈਟਾ ਸਰਚ ਇੰਜਨ ਹੈ। ਠੀਕ ਹੈ, ਹੁਣ ਆ ਗਈ ਵੈਬ ਡਾਇਰੈਕਟਰੀ। ਵੈਬ ਡਾਇਰੈਕਟਰੀ ਇਜ਼ ਏ ਹੈਂਡਮੇਡ ਲਿਸਟ ਆਫ ਵੈਬਸਾਈਟ। ਤੇ ਜਿਵੇਂ ਹੁਣ ਆਪਾਂ ਗੱਲ ਕੀਤੀ ਸੀਗੀ ਕਿ ਇੱਕ ਤਾਂ ਹੁੰਦਾ ਜਿਹੜਾ ਸਰਚ ਇੰਜਨ ਹੁੰਦਾ, ਉਹ ਪੂਰੀ ਦੁਨੀਆ ਦੇ ਵਿੱਚੋਂ ਆਟੋਮੈਟਿਕਲੀ ਚੀਜ਼ਾਂ ਕੱਢ ਕੇ ਲੈ ਕੇ ਆਉਂਦਾ। ਇੱਕ ਹੁੰਦਾ ਆਪਦੇ ਹੱਥ ਨਾਲ ਵੀ ਉਹਦੀ ਰੈਂਕਿੰਗ ਕਰਤੀ। ਜਿਵੇਂ ਆਪਾਂ ਲਾਇਬ੍ਰੇਰੀ ਦੇ ਵਿੱਚ ਜਾਂਦੇ ਹਾਂ ਹਨਾ, ਉੱਥੇ ਜਿਹੜੀ ਉਹਦੀ ਰੈਂਕਿੰਗ ਕੀਤੀ ਹੁੰਦੀ ਸੀ ਪਹਿਲਾਂ ਹੈਂਡਮੇਡ ਹੁੰਦੀ ਸੀ। ਉਹ ਐਡੀਆਂ ਐਡੀਆਂ ਚਿੱਟਾਈਆਂ ਪਾ ਕੇ ਪਾਈਆਂ ਜਾਂਦੀਆਂ ਸੀ, ਕੈਟਾਲੌਗ ਜਿਹਨੂੰ ਬਣਾਇਆ ਜਾਂਦਾ ਸੀ ਹੈਂਡਮੇਡ। ਠੀਕ ਹੈ, ਸੋ ਉਹ ਹੁੰਦਾ ਵੈਬ ਡਾਇਰੈਕਟਰੀ। ਜੇ ਅਸੀਂ ਆਪਦਾ ਕੋਈ ਵੈਬ ਡਾਇਰੈਕਟਰੀ ਬਣਾ ਲਈ, ਉਹਦੇ ਵਿੱਚ ਲਿਸਟ ਮੈਨੂਅਲੀ ਪਾਤੀ ਵੀ ਕਿਹੜੇ ਰੈਂਕ ਤੇ ਆਵੇ। ਹੁਣ ਇੱਕ ਤਾਂ ਸਭ ਤੋਂ ਜ਼ਿਆਦਾ ਚੱਕਰ ਇਹ ਵੀ ਹੁੰਦਾ ਨਾ ਵੈਬਸਾਈਟ ਦਾ ਰੈਂਕ ਕਰਾਉਣਾ। ਮੰਨ ਲਓ ਮੈਂ YouTube ਤੇ ਵੀਡੀਓ ਬਣਾ ਕੇ ਪਾ ਲਈ, ਮੈਂ ਲਿਖਤਾ ਪੰਜਾਬ ਕੰਪੀਟੀਟਿਵ ਸਬ ਇੰਸਪੈਕਟਰ ਪ੍ਰੀਵੀਅਸ ਈਅਰ। ਹੁਣ ਮੇਰਾ ਪੇਜ ਉੱਪਰ ਆਉਂਦਾ ਕਿ ਨਹੀਂ ਆਉਂਦਾ, ਇਹ ਰੈਂਕਿੰਗ ਤੇ ਡਿਪੈਂਡ ਕਰੂਗਾ। ਰੈਂਕਿੰਗ ਹੁੰਦੀ ਹੈ ਪੇਜ ਦੀ, ਕਿੰਨੇ ਉਹਦੇ ਤੇ ਕਮੈਂਟ ਆਉਂਦੇ ਨੇ, ਕਿੰਨੇ ਉਹਦੇ ਵਿਊ ਹੁੰਦੇ ਨੇ। ਤਾਂ ਹੀ ਕਹਿੰਦਾ ਵੀ ਕਮੈਂਟ ਕਰਦਿਆ ਕਰੋ ਥੋੜਾ ਬਹੁਤ। ਮੈਂ ਤੁਹਾਡੇ ਲਈ ਮਿਹਨਤ ਕਰ ਰਿਹਾ ਹਨਾ, ਤਾਂ ਮੈਨੂੰ ਪਤਾ ਹੈ ਵੀ ਚਲੋ ਆਪਾਂ ਨੂੰ ਲੱਗਦਾ ਵੀ ਠੀਕ ਹੀ ਹੈ, ਪਰ ਕਮੈਂਟ ਕੁਛ ਨਾ ਕੁਛ ਐਟਲੀਸਟ ਤਾਂ ਉਂਗਲੀ ਚੱਕ ਲਿਆ ਕਰੋ। ਠੀਕ ਆ, ਉਹਦੇ ਨਾਲ ਰੈਂਕਿੰਗ ਹੁੰਦੀ ਹੈ ਬੰਦੇ ਦੀ, ਜ਼ਿਆਦਾ ਰੀਚ ਵੱਧਦੀ ਹੈ। ਜੇ ਜ਼ਿਆਦਾ ਰੀਚ ਵਧੂਗੀ ਤਾਂ ਪੇਜ ਚੱਲੂਗਾ ਆਪਾਂ, ਤਾਂ ਮੈਨੂੰ ਹੌਸਲਾ ਮਿਲੂਗਾ, ਮੋਟੀਵੇਸ਼ਨ ਮਿਲੂਗਾ ਵੀ ਠੀਕ ਹੈ ਯਾਰ, ਆਪਾਂ ਨੂੰ ਵੀ ਬੰਦੇ ਸੁਣ ਰਹੇ ਆ ਨਾ, ਤਾਂ ਆਪਾਂ ਹੋਰ ਜ਼ਿਆਦਾ ਮਿਹਨਤ ਕਰਾਂਗੇ। ਸੋ ਇਹ ਵੈਬ ਡਾਇਰੈਕਟਰੀ ਰੈਂਕਿੰਗ ਦੇ ਹਿਸਾਬ ਨਾਲ ਬਣਦੀ ਹੈ। ਆਲਸੋ ਇਹ ਸਬਜੈਕਟ ਡਾਇਰੈਕਟਰੀ ਵੀ ਬੋਲਦੇ ਆ ਇਹਨੂੰ। These list create an organized method for finding website. It is similar but not identical to a search engine. ਸਰਚ ਇੰਜਨ ਦੀ ਤਰ੍ਹਾਂ ਹੀ ਹੁੰਦਾ। ਸਰਚ ਇੰਜਨ ਦੇ ਵਿੱਚ ਆਟੋਮੈਟਿਕਲੀ ਸਰਚ ਕਰਦਾ ਉਹ, ਵੈਬ ਡਾਇਰੈਕਟਰੀ ਦੇ ਵਿੱਚ ਮੈਨੂਅਲ ਅਸੀਂ ਲਿਸਟ ਬਣਾ ਲੈਂਦੇ, ਉਹਦੇ 'ਚ ਫਿਰ ਉਹੀ ਲਿਸਟਾਂ ਆਉਂਦੀਆਂ। ਤਾਂ ਇਹ ਬਾਇਸਡ ਵੀ ਹੋ ਸਕਦਾ ਥੋੜਾ ਬਹੁਤ। ਠੀਕ ਹੈ, ਵੈਬ ਡਾਇਰੈਕਟਰੀ ਆਰ ਪਰਸਨਲ ਐਂਡ ਕੈਨ ਈਵਨ ਬੀ ਬਾਇਸਡ ਡਿਪੈਂਡਿੰਗ ਅਪੋਨ ਦਾ ਓਨਰ ਫੀਲਿੰਗ। ਹੁਣ ਵੈਬ ਡਾਇਰੈਕਟਰੀ ਦਾ ਓਨਰ ਹੈ, ਮੈਂ ਉਹਨੂੰ ਕਹਤਾ ਯਾਰ ਮੇਰਾ YouTube ਪਹਿਲੇ ਨੰਬਰ ਤੇ ਆਉਣਾ ਚਾਹੀਦਾ, ਉਹ ਕਹੂਗਾ ਕੱਢ ਬਈ ਲੱਖ ਰੁਪਈਆ। ਮੈਂ ਲੱਖ ਰੁਪਈਆ ਦਿੱਤਾ ਤੇ ਉਹਦਾ ਮੇਰੇ ਪਹਿਲੇ ਤੇ ਪਤਾ। ਐਂ ਕੰਮ ਚੱਲਦਾ ਨਾ ਅੱਜ ਕੱਲ੍ਹ, ਜਿਹਨੂੰ ਆਪਾਂ SEO ਦਾ ਕਨਸੈਪਟ ਵੀ ਬੋਲਦੇ ਹਾਂ, ਸਰਚ ਇੰਜਨ ਆਪਟੀਮਾਈਜੇਸ਼ਨ। ਫੁੱਲ ਫਾਰਮ ਲਿਖਣੀ ਲਿਖ ਲਿਓ, ਸਰਚ ਇੰਜਨ ਆਪਟੀਮਾਈਜੇਸ਼ਨ। ਇਹਦੇ ਬੇਸਿਸ ਤੇ ਹੀ ਸਰਚ ਚੱਲਦੀ ਹੈਗੀ। ਜਿਵੇਂ ਆਲਟਾ ਵਿਸਟਾ ਇਜ਼ ਏ ਵੈਬ ਸਰਚ ਇੰਜਨ, ਇਹ ਵੈਬ ਸਰਚ ਇੰਜਨ ਹੈ। ਮੈਟਾ ਸਰਚ ਇੰਜਨ ਹੈ ਜਿਹੜਾ, ਉਹ ਹੈਗਾ ਬਹੁਤ ਸਾਰੇ ਦੂਜੇ ਸਰਚ ਇੰਜਨ ਨੂੰ ਸਰਚ ਕਰਦਾ, ਇਹ ਵੀ ਸਰਚ ਇੰਜਨ ਹੈ। ਗੂਗਲ ਇਜ਼ ਏ ਸਰਚ ਇੰਜਨ। ਯਾਹੂ ਇੰਟਰਨੈਟ ਪ੍ਰੋਟੋਕਾਲ that incorporate search engine and directory। ਤਾਂ ਸਰਚ ਇੰਜਨ ਯਾਹੂ ਹੈ ਨਾ ਜਿਹੜਾ, ਉਹ ਦੋਨਾਂ ਦੀ ਤਰ੍ਹਾਂ ਹੀ ਕੰਮ ਕਰਦਾ, ਸਰਚ ਇੰਜਨ ਦੀ ਤਰ੍ਹਾਂ ਵੀ ਤੇ ਡਾਇਰੈਕਟਰੀ ਦੀ ਤਰ੍ਹਾਂ ਦੀ। ਆਨਸਰ ਹੁਣ ਆਪਣਾ ਕਲੀਅਰ ਹੋ ਗਿਆ। ਵੈਬ ਡਾਇਰੈਕਟਰੀ ਇਜ਼ ਏ ਕੈਟਾਗਰੀ ਆਫ ਸਰਚ ਇੰਜਨ ਵਿਚ ਦਾ ਫੋਲੋਇੰਗ ਇਜ਼ ਐਗਜ਼ਾਮਪਲ ਆਫ ਵੈਬ ਡਾਇਰੈਕਟਰੀ। ਤਾਂ ਆਨਸਰ ਇਜ਼ ਇਹ। ਬਹੁਤ ਸੌਖਾ ਨਾ, ਠੀਕ ਹੈ। ਅਗਲਾ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਇਜ਼ ਏ ਪੰਕਚੁਏਸ਼ਨ ਕੀ ਫਾਊਂਡ ਇਨ ਏ ਕੀਬੋਰਡ। ਕੀਬੋਰਡ ਤੇ ਪੰਕਚੁਏਸ਼ਨ ਕੀ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ, ਇਹ ਆਪਾਂ ਨੂੰ ਪਤਾ ਹੈ। ਐਕਸਕਲੇਮੇਸ਼ਨ, ਕੌਮਾ, ਸੈਮੀਕੋਲਨ, ਸਲੈਸ਼, ਰਾਉਂਡ ਬ੍ਰੈਕਟ, ਡੈਸ਼, ਕੋਟੇਸ਼ਨ ਮਾਰਕਸ, ਕੋਲਨ, ਕੁਐਸਚਨ ਮਾਰਕਸ, ਫੁੱਲ ਸਟਾਪ। ਫੁੱਲ ਸਟਾਪ ਨੂੰ ਆਪਾਂ ਡਾਟ ਵੀ ਬੋਲਦੇ ਹਾਂ। ਤਾਂ ਇਹ ਸਾਰੇ ਕੀ ਹੁੰਦੇ ਨੇ? ਪੰਕਚੁਏਸ਼ਨ ਮਾਰਕ ਹੁੰਦੇ ਨੇ। ਕੌਮਾ, ਪੀਰੀਅਡ, ਆਹ ਹੋ ਗਿਆ ਆਪਣਾ ਕੌਮਾ। ਕਿੱਧਰ ਗਿਆ ਕੌਮਾ? ਕੌਮਾ ਕਿੱਧਰ ਗਿਆ? ਆਹ ਸੀਗਾ ਕੌਮਾ। ਤੇ ਸੈਮੀਕੋਲਨ ਇਹ ਵਾਲਾ, ਪੀਰੀਅਡ ਨਹੀਂ ਪਤਾ ਕਿੱਧਰ ਗਿਆ। ਠੀਕ ਹੈ, ਪੀਰੀਅਡ ਇਸੇ ਨੂੰ ਵੀ ਬੋਲਿਆ ਜਾਂਦਾ ਹੈ, ਡਾਟ ਨੂੰ ਵੀ, ਫੁੱਲ ਸਟਾਪ ਔਰ ਪੀਰੀਅਡ। ਠੀਕ ਹੈ, ਸੋ ਇਸ ਕੀ ਨੇ? ਆਪਣੇ ਤਿੰਨੋਂ ਹੀ ਪੰਕਚੁਏਸ਼ਨ ਕੀਜ਼ ਨੇ। ਤਾਂ ਇਹ ਕੀਬੋਰਡ ਦਾ ਲੇਆਊਟ ਹੈ। ਕੀਬੋਰਡ ਦੇ ਲੇਆਊਟ ਤੇ ਉੱਪਰ ਵਾਲੀਆਂ ਹੁੰਦੀਆਂ ਨੇ ਫੰਕਸ਼ਨ ਕੀ, ਕਿੰਨੀਆਂ ਹੁੰਦੀਆਂ ਨੇ? F1 ਤੋਂ ਲੈ ਕੇ F12 ਤੱਕ। 1 2 3 4 5 6 7 8 9 10 11 12। ਵੈਸੇ ਤਾਂ 1 ਤੋਂ 12 ਤੱਕ 12 ਹੀ ਬਣਦੀਆਂ ਸੀ, ਕਈ ਵਾਰੀ ਇਹ ਹੁੰਦਾ ਇੱਕ ਅੱਧੀ ਛੱਡ ਵੀ ਦਿੰਦਾ ਉਹ ਨਾ। ਨੈਵੀਗੇਸ਼ਨ ਕੀ ਹੈ? ਨੈਵੀਗੇਸ਼ਨ ਲਈ ਵਰਤੀਆਂ ਜਾਂਦੀਆਂ। ਨਿਊਮੈਰਿਕ ਕੀ, ਅੱਖਰਾਂ ਉੱਖਰਾਂ ਵਾਲੀਆਂ ਨੂੰ ਲੌਗ ਵੀ ਲੱਗ ਜਾਂਦਾ ਹੈ। ਤੇ ਕੰਟਰੋਲ ਕੀ ਨੇ ਇੱਧਰੋਂ ਵਾਲੀਆਂ, ਤੇ ਇਹ ਵੀ ਕੰਟਰੋਲ ਕੀ ਹੈ, ਸ਼ਿਫਟ ਕੀ। ਇੱਥੇ ਜੇ ਹੁੰਦੀਆਂ ਨੇ ਜਿਹੜੀਆਂ ਪਤਾ ਨਹੀਂ ਇਹਨਾਂ ਜਾਂ 'ਚ ਹੀ ਹੁੰਦੀਆਂ ਨੇ, ਇਹ ਹੁੰਦੀਆਂ ਨੇ ਨਿਊਮੈਰਿਕ ਕੀ। ਕਲੀਅਰ। ਅਗਲਾ ਕੁਐਸਚਨ ਹੈ ਇਹ ਸਿਸਟਮ ਵੇਅਰ। ਕਹਿੰਦਾ ਸਿਸਟਮ ਜਿੱਥੇ ਸੀਕ੍ਰੇਟ ਕੀ ਇਜ਼ ਸ਼ੇਅਰਡ
इज कॉल्ड सिमेट्रिक और सीक्रेट की क्रिप्टोग्राफी। लास्ट वीडियो च मैनूं लगदा आपां चंगी तरह देखिया सी भी सीक्रेट की क्रिप्टोग्राफी ਜਾਂ सिमेट्रिक की क्रिप्टोग्राफी ਜਾਂ एसिमेट्रिक की क्रिप्टोग्राफी की हुंदी है। ਉਹ वाली इनक्रिप्शन मैथड ਜਿਹਦੇ ਵਿੱਚ ਪਤਾ ਨਹੀਂ ਕਿੰਨੀਆਂ ਚਾਬੀਆਂ ਵਰਤਦਾ ਉਹ, ਕੀ ਉਹ 1 ਵਰਤਦਾ, 4 ਵਰਤਦਾ, 3 ਵਰਤਦਾ, 2 ਵਰਤਦਾ ਹੈ, ਜਿਹਦੇ ਵਿੱਚ ਸ਼ੇਡ ਹੋਵੇ, ਚਾਬੀ ਸ਼ੇਡ ਹੋਵੇ, ਤੇ ਸਿਮੈਟ੍ਰਿਕ ਜਾਂ ਸੀਕ੍ਰੇਟ ਕੀ ਕ੍ਰਿਪਟੋਗ੍ਰਾਫੀ ਬੋਲਦੇ ਆ। ਆਪਾਂ ਦੇਖਦੇ ਹਾਂ ਕੀ ਹੈ ਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਜਾਂ ਸਿਮੈਟ੍ਰਿਕ ਕੀ ਕ੍ਰਿਪਟੋਗ੍ਰਾਫੀ ਬੋਲਦੇ ਆ, ਜਿਹਦੇ ਵਿੱਚ ਇੱਕੋ ਹੀ ਚਾਬੀ ਹੁੰਦੀ ਹੈ, ਸੇਮ ਕੀ ਹੁੰਦੀ ਹੈ ਸੈਂਡਰ ਸਾਈਡ ਤੇ ਵੀ ਤੇ ਰਿਸੀਵਰ ਸਾਈਡ ਤੇ ਵੀ। ਸੀਕ੍ਰੇਟ ਕੀ ਵੀ ਬੋਲਦੇ ਆ ਇਹਨੂੰ, ਪ੍ਰਾਈਵੇਟ ਕੀ ਇਨਕ੍ਰਿਪਸ਼ਨ ਵੀ ਬੋਲਿਆ ਜਾਂਦਾ ਹੈ, ਸੀਕ੍ਰੇਟ ਕੀ ਇਨਕ੍ਰਿਪਸ਼ਨ ਵੀ ਬੋਲਿਆ ਜਾਂਦਾ। ਤਾਂ ਇਹਦੇ 'ਚ ਇੱਕੋ ਹੀ ਚਾਬੀ ਹੁੰਦੀ ਹੈ। ਤਾਂ ਜਿਹੜਾ ਏਸਿਮੈਟ੍ਰਿਕ ਹੁੰਦਾ ਹੈ ਉਹਦੇ 'ਚ 2 ਚਾਬੀਆਂ ਹੁੰਦੀਆਂ ਨੇ, ਇੱਕ ਸੈਂਡਰ ਸਾਈਡ ਵਾਸਤੇ ਪਬਲਿਕ ਕੀ, ਇੱਕ ਰਿਸੀਵਰ ਸਾਈਡ ਵਾਸਤੇ ਪ੍ਰਾਈਵੇਟ ਕੀ। ਸੋ ਫਿਰ ਇਹਦਾ ਆਨਸਰ ਹੋ ਜਾਊਗਾ A1। ਬਹੁਤ ਸੌਖਾ ਕੰਮ ਹੈ ਨਾ। ਅਗਲਾ ਡਿਜੀਟਲ ਸਰਟੀਫਿਕੇਟ ਆਰ ਪ੍ਰੋਵਾਈਡਡ ਬਾਈ certified authority to authenticate the particular site in global secured which of the following is a certificate authority in India। ਪਹਿਲਾਂ ਆਪਾਂ ਦੇਖਦੇ ਹਾਂ ਡਿਜੀਟਲ ਸਰਟੀਫਿਕੇਟ ਕੀ ਹੁੰਦਾ। ਡਿਜੀਟਲ ਸਰਟੀਫਿਕੇਟ ਇਜ਼ a file or electronic password that proves the authenticity of device, server or user through the use of cryptography and public key infrastructure। ਇਹਦੀ ਐਬਰੀਵੇਸ਼ਨ ਜ਼ਰੂਰ ਪੜ੍ਹ ਲਿਓ, PKI ਕੀ ਹੁੰਦਾ, ਪਬਲਿਕ ਕੀ ਇਨਫਰਾਸਟਰਕਚਰ। ਡਿਜੀਟਲ ਸਿਗਨੇਚਰ ਕਹਿੰਦਾ ਇੱਕ ਫਾਈਲ ਹੁੰਦੀ ਹੈ ਜਿਹੜੀ ਕਿ ਯੂਜ਼ਰ ਨੂੰ ਪ੍ਰੋਟੈਕਟ ਕਰਦੀ ਹੈ, ਯੂਜ਼ਰ ਦੀ ਆਇਡੈਂਟੀਟੀ, ਸਰਵਰ ਦੀ ਜਾਂ ਡਿਵਾਈਸ ਦੀ ਆਇਡੈਂਟੀਟੀ, ਅਥੈਂਟੀਕੇਸ਼ਨ ਪ੍ਰੋਵਾਈਡ ਕਰਦੀ ਹੈ ਵੀ ਇਹ ਡਿਵਾਈਸ ਜਿਹੜਾ ਵਰਤ ਰਹੇ ਆਪਾਂ ਸਹੀ ਆ। ਠੀਕ ਹੈ, ਇੱਕ ਡਿਜੀਟਲ ਸਿਗਨੇਚਰ ਹੁੰਦਾ। ਡਿਜੀਟਲ ਸਿਗਨੇਚਰ 'ਚ ਕੀ ਫਰਕ ਹੈ? ਜਿਹੜਾ ਡਿਜੀਟਲ ਸਿਗਨੇਚਰ ਹੁੰਦਾ, ਡਿਜੀਟਲ ਸਿਗਨੇਚਰ ਤਾਂ ਸਾਡੇ ਡੇਟਾ ਨੂੰ ਵੈਰੀਫਾਈ ਕਰਦਾ। ਜਿਹੜਾ ਅਸੀਂ ਡੇਟਾ ਲਿਖ ਕੇ ਭੇਜਿਆ ਜੇ ਉਹਦੇ ਨਾਲ ਸਿਗਨੇਚਰ ਸਾਡੇ ਮੈਚ ਹੁੰਦੇ ਨੇ, ਇਹਦਾ ਮਤਲਬ ਤਾਂ ਉਹ ਡੇਟਾ ਅਥੈਂਟਿਕ, ਇੰਟੀਗ੍ਰਿਟੀ ਹੈਗੀ ਹੈ, ਡੇਟਾ ਦੀ ਕੌਨਫੀਡੈਂਸ਼ੀਅਲਟੀ ਹੈਗੀ ਹੈ। ਬਟ ਜੇਕਰ ਡਿਜੀਟਲ ਸਿਗਨੇਚਰ ਮੈਚ ਨਹੀਂ ਕਰਦੇ ਫਿਰ ਉਹ ਆਪਾਂ ਕਹਿ ਦਾਂਗੇ ਡੇਟਾ ਸਹੀ ਨਹੀਂ ਹੈ। ਬਟ ਡਿਜੀਟਲ ਸਰਟੀਫਿਕੇਟ ਹੈ ਜਿਹੜਾ, ਇਹ ਡਿਵਾਈਸ ਬਾਰੇ ਦੱਸਦਾ ਵੀ ਜਿਹੜਾ ਡਿਵਾਈਸ ਕਮਿਊਨੀਕੇਸ਼ਨ ਲਿੰਕ ਦੇ ਵਿੱਚ ਲੱਗਿਆ ਹੋਇਆ ਕੀ ਉਹ ਅਥੈਂਟਿਕ ਹੈਗਾ ਕਿ ਨਹੀਂ ਹੈਗਾ। ਤਾਂ ਉਹੀ ਚੀਜ਼ ਲਿਖਿਆ ਹੋਇਆ ਡਿਜੀਟਲ ਸਰਟੀਫਿਕੇਟ ਆਰ ਯੂਜ਼ ਟੂ ਵੈਰੀਫਾਈ ਦੀ ਟਰਸਟ ਵਰਦੀਨੈਸ ਆਫ ਪਰਸਨ ਜਾਂ ਸੈਂਡਰ। ਸਰਟੀਫਿਕੇਟ ਜਿਵੇਂ ਆਈ ਕਾਰਡ ਹੁੰਦਾ ਸਟੂਡੈਂਟ ਦਾ, ਆਈ ਕਾਰਡ ਉਹਦੀ ਆਇਡੈਂਟੀਟੀ ਦੱਸੂਗਾ, ਸਿਗਨੇਚਰ ਜਿੱਥੇ ਕਰਿਆ ਏ, ਜਿਵੇਂ ਚੈੱਕ ਤੇ ਸਿਗਨੇਚਰ ਕਰਿਆ ਉਹ ਡੇਟਾ ਦੀ ਅਥੈਂਟੀਕੇਸ਼ਨ ਦੱਸੂਗਾ ਵੀ ਇਹਦਾ ਚੈੱਕ ਓਰੀਜਨਲ ਉਸੇ ਬੰਦੇ ਦਾ ਹੀ ਹੈ। ਤਾਂ ਚੈੱਕ ਨੂੰ ਡਿਜੀਟਲ ਸਰਟੀਫਿਕੇਟ ਨਹੀਂ ਲੱਗੂਗਾ। ਡਿਜੀਟਲ ਸਰਟੀਫਿਕੇਟ ਤਾਂ ਮੈਂ ਕਿਸੇ ਦਾ ਚੱਕ ਕੇ ਚੈੱਕ ਤੇ 5 ਲੱਖ ਦਾ ਲਾ ਕੇ ਲਾ ਦਿਆਂ ਮੇਰੇ ਖਾਤੇ 'ਚ, ਖਾਤੇ 'ਚੋਂ ਕੱਢ ਕੇ ਪੈਸੇ ਪਾ ਦਿਓ, ਨਹੀਂ ਚੱਲੂਗਾ। ਬਟ ਡਿਜੀਟਲ ਸਰਟੀਫਿਕੇਟ ਇੱਕ ਬੰਦੇ ਦੀ ਟਰਸਟਵਰਦੀਨੈਸ, ਤੇ ਡਿਜੀਟਲ ਸਿਗਨੇਚਰ ਕਾਹਦਾ, ਡੇਟਾ ਬੀਇੰਗ ਸੈਂਟ, ਜਿਹੜਾ ਡੇਟਾ ਭੇਜਿਆ ਆਪਾਂ। ਤਾਂ ਇਹਦੀਆਂ ਕੁਝ ਅਥਾਰਟੀਜ਼ ਨੇ ਇਹਦੇ ਲਈ, ਉਹ ਕਿਹੜੀਆਂ ਨੇ, ਜਿਵੇਂ ਸੇਫ ਕ੍ਰਿਪਟ, ਈ ਮੁਦਰਾ, ਪੈਂਟਾ ਸਾਈਨ CA, ਸੇਫ ਕ੍ਰਿਪਟ, ਐਨ ਕੋਡ ਸੋਲਿਊਸ਼ਨ, ID ਸਾਈਨ CA, ਕੈਪਰੀਕੋਰਨ, IDRBT। ਇਹ ਹੁੰਦਾ ਇੰਸਟੀਟਿਊਟ ਫॉर ਡਿਵੈਲਪਮੈਂਟ ਐਂਡ ਰਿਸਰਚ ਇਨ ਬੈਂਕਿੰਗ। ਇਹ ਤਾਂ ਨਹੀਂ ਪੁੱਛੂਗਾ ਐਬਰੀਵੇਸ਼ਨ। NIC, ਨੈਸ਼ਨਲ ਇਨਫੋਰਮੇਸ਼ਨ ਸੈਂਟਰ। ਸੋ ਇਹਨਾਂ 'ਚੋਂ ਕਿਹੜੀਆਂ ਨੇ? ਤਾਂ ਇਹ ਸਾਰੀਆਂ ਹੀ ਨੇ, IDBRT, NIC ਤੇ ਸੇਫ ਕ੍ਰਿਪਟ, ਕਿਉਂਕਿ ਆਪਾਂ ਇਹਦੇ 'ਚ ਪੜ੍ਹ ਲਈਆਂ, ਸਾਰੀਆਂ ਇਹਦੇ 'ਚ ਹੈਗੀਆਂ ਨੇ। ਠੀਕ ਹੈ, ਇਹਦਾ B ਆਨਸਰ ਹੈ। ਅਗਲਾ ਕੁਐਸਚਨ ਹੈ ਡੈਸ਼ ਇਨਕ੍ਰਿਪਸ਼ਨ ਮੈਥਡ ਯੂਜ਼ ਇਨ ਸਕਾਈਪ ਕਮਿਊਨੀਕੇਸ਼ਨ। ਕਹਿੰਦਾ ਸਕਾਈਪ ਕਮਿਊਨੀਕੇਸ਼ਨ ਦੇ ਵਿੱਚ ਕਿਹੜਾ ਮੈਥਡ ਯੂਜ਼ ਹੁੰਦਾ ਹੈ? SHA ਹੁੰਦਾ ਸਿਕਿਉਰ ਹੈਸ਼ ਐਲਗੋਰਿਥਮ, ਆਹ ਹੁੰਦਾ ਹੀ ਨਹੀਂਗਾ। ਡੈਸ ਹੁੰਦਾ ਡੇਟਾ ਇਨਕ੍ਰਿਪਸ਼ਨ ਸਟੈਂਡਰਡ, ਡੇਟਾ ਇਨਕ੍ਰਿਪਸ਼ਨ ਸਟੈਂਡਰਡ, ਤੇ AES ਹੁੰਦਾ, ਆਪਾਂ ਦੇਖ ਲੈਂਦੇ ਹਾਂ। ਆਨਸਰ ਇਹਦਾ C ਹੈ, AES। AES ਹੁੰਦਾ ਐਡਵਾਂਸਡ ਇਨਕ੍ਰਿਪਸ਼ਨ ਸਟੈਂਡਰਡ, ਤੇ DES ਵੀ ਨਾਲ ਲਿਖਣਾ, ਲਿਖ ਲਓ, ਡੇਟਾ ਅੱਗੇ ਉਹੀ ਇਨਕ੍ਰਿਪਸ਼ਨ ਤੇ ਸਟੈਂਡਰਡ। ਤੇ ਆਪਾਂ ਯਾਦ ਰੱਖਣਾ ਸਕਾਈਪ ਦੇ ਵਿੱਚ AES ਯੂਜ਼ ਕੀਤਾ ਜਾਂਦਾ ਹੈ, ਇੰਨਾ ਹੀ ਯਾਦ ਕਰ ਲਿਓ, ਬਾਹਲਾ ਚਲੋ ਲੋੜ ਨਹੀਂ, ਚਲੋ ਬਾਹਲਾ ਨਹੀਂ ਮੈਂ ਕਰਾਉਂਦਾ। ਅਗਲਾ ਕੁਐਸਚਨ ਹੈਗਾ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ। VoIP ਹੁੰਦਾ ਵੌਇਸ ਓਵਰ ਇੰਟਰਨੈਟ ਪ੍ਰੋਟੋਕੋਲ, ਬਹੁਤ ਇੰਪੋਰਟੈਂਟ ਹੈ, ਲਿਖਣਾ ਹੈ ਵੌਇਸ ਓਵਰ ਇੰਟਰਨੈਟ ਪ੍ਰੋਟੋਕੋਲ। ਇਹ ਪ੍ਰੋਟੋਕੋਲ ਦੇ ਵਿੱਚ ਕਿਹੜੀਆਂ ਸਟੇਟਮੈਂਟਾਂ ਕਰੈਕਟ ਨੇ? ਮੈਂ ਵਾਰੀ ਕਹਿ ਰਿਹਾ ਚੀਜ਼ਾਂ ਦਾ ਖਾਸ ਖਿਆਲ ਰੱਖਣਾ। ਕਰੈਕਟ ਪੁੱਛ ਰਿਹਾ ਕਿ ਇਨਕਰੈਕਟ ਪੁੱਛ ਰਿਹਾ? ਕਹਿੰਦਾ VoIP ਕੈਨ ਅਲਾਉ ਯੂ ਟੂ ਮੇਕ ਕਾਲ ਡਾਇਰੈਕਟਲੀ ਫਰੋਮ ਕੰਪਿਊਟਰ। ਕੀ ਕਹਿੰਦਾ ਆਪਾਂ ਕੰਪਿਊਟਰ ਤੋਂ ਕਾਲ ਕਰ ਸਕਦੇ ਹਾਂ? ਬਿਲਕੁਲ ਕਰ ਸਕਦੇ ਹਾਂ, ਫੇਸਬੁੱਕ ਰਾਹੀਂ, WhatsApp ਰਾਹੀਂ ਕੰਪਿਊਟਰ ਤੋਂ ਕਾਲ ਹੋ ਸਕਦੀ ਹੈ। VoIP ਫੋਨ ਡੂ ਨਾਟ ਹੈਵ ਦੇਅਰ ਓਨ ਮੈਕ ਐਡਰੈਸ। ਗਲਤ ਹੈ ਇਹ, ਹਰ ਡਿਵਾਈਸ ਦਾ ਮੈਕ ਐਡਰੈਸ ਹੁੰਦਾ ਹੈ। ਫੋਨ ਚਾਹੇ ਉਹ VIP ਹੈਗਾ ਜਾਂ ਨਹੀਂ ਹੈਗਾ, ਲੈਪਟਾਪ ਹੈ ਚਾਹੇ ਕੰਪਿਊਟਰ ਹੈ, ਹਰੇਕ ਮੈਨੂਫੈਕਚਰਿੰਗ ਡਿਵਾਈਸ ਦਾ
ਇੱਕ ਮੈਕ ਐਡਰੈਸ ਹੁੰਦਾ। ਮੈਕ ਸਟੈਂਡਸ ਫॉर ਮੀਡੀਆ ਐਕਸੈਸ ਕੰਟਰੋਲ। ਜਿਹੜਾ ਵੀ ਡਿਵਾਈਸ ਇੰਟਰਨੈਟ ਦੇ ਨਾਲ ਅਟੈਚ ਉਹਦਾ ਇੱਕ ਮੈਕ ਐਡਰੈਸ ਹੋਊਗਾ। ਸੋ ਪਹਿਲਾਂ ਠੀਕ ਹੈ, ਦੂਜਾ ਗਲਤ ਆ, ਓਨਲੀ ਵਨ ਫਿਰ ਡੀ ਹੀ ਹੋਣਾ ਚਾਹੀਦਾ, ਡੀ ਆਨਸਰ ਹੈ। ਇਹ ਇੱਕ VoIP ਫੋਨ ਹੈ, ਠੀਕ ਹੈ, ਜਿਵੇਂ ਇੰਟਰਨੈਟ ਨਾਲ ਚੱਲਦੇ ਨੇ। ਆ ਇੰਟਰਨੈਟ ਦੀ ਡੱਬੀ ਜੀ ਪਈ ਹੈ, ਇਹਦੇ ਨਾਲ ਤਾਰ ਨਾਲ ਵੀ ਜੋੜ ਸਕਦੇ ਆ, ਆ ਵਾਇਰਡ ਆ, ਵਾਇਰਲੈਸ ਹੈ ਨਾ। ਤਾਂ ਇਹਨਾਂ ਦੇ ਵਿੱਚ ਇੱਕ ਮੈਕ ਐਡਰੈਸ ਹੁੰਦਾ। ਦੇਖੋ ਆ ਮੈਕ ਐਡਰੈਸ ਲਿਖਿਆ ਹੋਇਆ, ਖੋਲ ਕੇ ਦੇਖਿਓ। ਇਹ ਮੈਕ ਐਡਰੈਸ ਹੁੰਦਾ, ਹੈਕਸਾਡੈਸੀਮਲ ਐਡਰੈਸ ਹੁੰਦਾ, ਹੈਕਸਾਡੈਸੀਮਲ ਐਡਰੈਸ, ਠੀਕ ਹੈ। ਹੈਕਸਾਡੈਸੀਮਲ ਕੀ ਹੁੰਦਾ ਇਹਦੀ ਹਜੇ ਲੋੜ ਨਹੀਂ ਕੋਈ ਕੁਐਸਚਨ, ਜੇ ਆਇਆ ਤਾਂ ਮੈਂ ਫਿਰ ਕਰਾਊਂਗਾ ਨੰਬਰ ਸਿਸਟਮ, ਜਿਵੇਂ ਬਾਈਨਰੀ ਹੁੰਦਾ ਹੈ, ਆਕਟਲ ਹੁੰਦਾ ਹੈ, ਡੈਸੀਮਲ ਹੁੰਦਾ ਤੇ ਹੈਕਸਾਡੈਸੀਮਲ ਹੁੰਦਾ। ਹਾਂ ਇੱਕ ਗੱਲ ਜ਼ਰੂਰ ਯਾਦ ਰੱਖ ਲਿਓ, ਕੰਪਿਊਟਰ ਹੈ ਜਿਹੜਾ ਉਹ ਬਾਈਨਰੀ ਲੈਂਗੁਏਜ ਨੂੰ ਸਮਝਦਾ ਹੈ। ਕੰਪਿਊਟਰ ਜਾਂ ਮਸ਼ੀਨ ਲੈਂਗੁਏਜ ਨੂੰ ਜਾਂ ਬਾਈਨਰੀ ਲੈਂਗੁਏਜ ਨੂੰ, ਹੋਰ ਕੋਈ ਭਾਸ਼ਾ ਨਹੀਂ ਸਮਝਦਾ। ਚਾਹੇ ਕੰਪਿਊਟਰ 8 ਬਿਟ ਹੈ, ਚਾਹੇ 32 ਬਿਟ ਹੈ, ਚਾਹੇ 16 ਬਿਟ ਹੈ, ਚਾਹੇ 64 ਬਿਟ ਹੈ, ਉਹਦਾ ਬੇਸ 2 ਨੂੰ ਹੀ ਫੋਲੋ ਕਰੂਗਾ। ਕੰਪਿਊਟਰ ਬੇਸ 2 ਜਾਂ ਬਾਈਨਰੀ ਜਾਂ ਮਸ਼ੀਨ ਲੈਂਗੁਏਜ, ਠੀਕ ਹੈ, ਇਸੇ ਨੂੰ ਹੀ ਫੋਲੋ ਕਰੂਗਾ, ਇਸੇ ਨੂੰ ਹੀ ਸਮਝੂਗਾ। C++ ਵਰਗੀਆਂ ਹਾਈ ਲੈਵਲ ਲੈਂਗੁਏਜ ਹੈ, ਇਹ ਹਿਊਮਨ ਅੰਡਰਸਟੈਂਡੇਬਲ ਲੈਂਗੁਏਜ ਨੇ, ਇਹ ਕੰਪਿਊਟਰ ਨੂੰ ਸਮਝ ਨਹੀਂ ਆਉਂਦੀਆਂ। ਤੇ ਕੰਪਿਊਟਰ ਨੂੰ ਸਮਝਾਉਣ ਦੇ ਲਈ ਆਪਾਂ ਟਰਾਂਸਲੇਟਰ ਵਰਤਦੇ ਹਾਂ। ਟਰਾਂਸਲੇਟਰ 3 ਤਰ੍ਹਾਂ ਦੇ ਹੁੰਦੇ ਨੇ, ਕੰਪਾਈਲਰ, ਇੰਟਰਪ੍ਰੇਟਰ ਤੇ ਅਸੈਂਬਲਰ। ਜਦੋਂ ਕੁਐਸਚਨ ਆਇਆ ਕਰਾਉਂਗਾ ਚੰਗੀ ਤਰ੍ਹਾਂ। ਅਗਲਾ ਕੁਐਸਚਨ ਹੈਗਾ ਡੈਸ਼ ਟਰਾਂਸਫਾਰਮਸ ਇਨਪੁਟ ਡੇਟਾ ਐਂਡ ਇੰਸਟਰਕਸ਼ਨ ਇਨਟੂ ਬਾਈਟ ਕੋਡ ਦੈਟ ਆਰ ਐਕਸੈਪਟੇਬਲ ਟੂ ਏ ਕੰਪਿਊਟਰ। ਬੜਾ ਸੌਖਾ ਹੈ, ਕਹਿੰਦਾ ਕਿਹੜਾ ਯੂਨਿਟ, ਕੀ ਸਟੋਰੇਜ ਯੂਨਿਟ, ਕੰਟਰੋਲ ਯੂਨਿਟ, ਇੰਟਰਫੇਸ, ਇਨਪੁਟ ਇੰਟਰਫੇਸ, ਆਊਟਪੁੱਟ ਯੂਨਿਟ, ਕਿਹੜਾ ਯੂਨਿਟ ਇਨਪੁਟ ਡੇਟਾ ਨੂੰ, ਇਨਪੁਟ ਡੇਟਾ ਐਂਡ ਇੰਸਟਰਕਸ਼ਨ ਨੂੰ ਬਾਈਟ ਕੋਡ ਯਾਨੀ ਕਿ ਦੈਟ ਆਰ ਅਸੈਪਟੇਬਲ ਟੂ ਕੰਪਿਊਟਰ, ਜਿਹੜਾ ਅਸੈਪਟੇਬਲ ਕੰਪਿਊਟਰ ਦੇ ਲਈ ਹੁੰਦਾ ਉਹ ਕਿਹੜਾ ਹੁੰਦਾ ਹੈ, ਇਨਪੁਟ ਇੰਟਰਫੇਸ। ਇਨਪੁਟ ਜਾਂਦੀ ਹੈ, ਫਿਰ ਬਾਅਦ ਦੇ ਵਿੱਚ ਜਾ ਕੇ ਪ੍ਰੋਸੈਸਿੰਗ ਹੁੰਦੀ ਹੈ, ਫਿਰ ਆਊਟਪੁੱਟ ਜਾਂਦੀ ਹੈ, ਤਾਂ ਇਨਪੁਟ ਇੰਟਰਫੇਸ ਆਨਸਰ ਸੀ ਹੈ, ਠੀਕ ਹੈ। ਅਗਲਾ ਬੜਾ ਸੌਖਾ ਕੁਐਸਚਨ ਹੈ, ਇਨ ਵਿਚ ਈਅਰ ਇੰਸਟਾਗ੍ਰਾਮ ਰੀਲ ਵਰ ਲਾਂਚ ਇਨ ਇੰਡੀਆ। ਇਹ ਆਪਾਂ ਨੂੰ ਪਤਾ ਕਰੋਨਾ ਦੇ ਵਿੱਚ ਲਾਂਚ ਹੋਈ ਸੀ, ਜਦੋਂ ਟਿਕਟੌਕ ਬੰਦ ਕਰਤਾ ਸੀ 2020 ਦੇ ਵਿੱਚ, ਆਨਸਰ ਡੀ ਹੈ। ਅਗਲਾ ਕੁਐਸਚਨ ਹੈ, ਦਮ ਚੜ ਗਿਆ, ਕੋਈ ਨਹੀਂ, ਚਲੋ ਥੋੜੇ ਰਹਿ ਗਏ ਕੁਐਸਚਨ, 2-3 ਰਹਿ ਗਏ। ਹਾਊ ਇੰਟਰਟੇਨਮੈਂਟ ਮੀਡੀਆ ਮੇਨਟੇਨ देयर ਸੋਸ਼ਲ ਮੀਡੀਆ ਪ੍ਰੋਫਾਈਲਸ। ਕਹਿੰਦਾ ਇੰਟਰਟੇਨਮੈਂਟ ਮੀਡੀਆ ਹੁੰਦਾ ਜਿਹੜਾ, ਉਹ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਕਿਵੇਂ ਮੈਨੇਜ ਕਰਦਾ। ਬਿਫੋਰ ਲਾਂਚਿੰਗ ਇਹ ਸਿਨੇਮਾ ਦੇ ਵਿੱਚ ਕਿਸੇ ਮੂਵੀ ਨੂੰ, ਐ ਸਮਝ ਲਓ ਵੀ ਕਿ ਕੋਈ ਮੂਵੀ ਲੱਗੀ ਹੋਈ ਹੈ ਤੇ ਉਹ ਮੂਵੀ ਵਾਲਾ ਜਿਹੜਾ ਇੰਟਰਟੇਨਮੈਂਟ ਮੀਡੀਆ ਹੀ ਹੋ ਗਿਆ ਨਾ, ਉਹ ਕਿਵੇਂ ਆਪਦੇ ਸੋਸ਼ਲ ਮੀਡੀਆ ਨੂੰ ਕਿਵੇਂ ਵਰਤਦਾ ਹੈ, ਸੋਸ਼ਲ ਮੀਡੀਆ ਦਾ ਉਹਨੂੰ ਕੀ ਫਾਇਦਾ ਹੁੰਦਾ ਹੈ। ਕਹਿੰਦਾ ਬਿਫੋਰ ਲਾਂਚਿੰਗ ਇਹ ਸਿਨੇਮਾ ਦਾ ਮਾਰਕੀਟ ਟੀਮ ਆਫ ਦਾ ਸਿਨੇਮਾ ਲਾਂਚਸ ਏ ਪਰਟੀਕੂਲਰ ਹੈਸ਼ਟੈਗ। ਉਹਦੀ ਮਾਰਕੀਟਿੰਗ ਟੀਮ ਹੁੰਦੀ ਹੈ ਜਿਹੜੀ, ਉਹ ਹੈਸ਼ਟੈਗ ਲਾਂਚ ਕਰਦੇ ਨੇ ਸੋਸ਼ਲ ਮੀਡੀਆ ਤੇ ਅਕਾਊਂਟਸ ਥਰੂ ਦੇ ਪ੍ਰਮੋਟ ਦਾ ਮੂਵੀ। ਤਾਂ ਅੱਜ ਕੱਲ੍ਹ ਤਾਂ ਇਹ ਵੀ ਟਰੈਂਡ ਆ ਵੀ ਬੰਦੇ ਪ੍ਰਮੋਸ਼ਨ ਕਰਨ ਚਲੇ ਜਾਂਦੇ ਨੇ। ਆ ਜੱਸੜ ਵਰਗੇ ਤੁਰੇ ਫਿਰਦੇ, ਗਿੱਪੀ ਗਰੇਵਾਲ ਹੋ ਰਹੀ ਹੈ ਨਾ, ਉਹ ਬੰਦੇ ਵੱਖਰੋ ਵੱਖਰੇ ਥਾਂ ਤੇ ਜਾ ਕੇ ਪ੍ਰਮੋਸ਼ਨ ਕਰਦੇ ਨੇ ਤੇ ਆਪਦੀਆਂ ਰੀਲਾਂ ਸ਼ੇਅਰ ਕਰਦੇ ਨੇ, ਹੈਸ਼ਟੈਗ ਬਣਾਉਂਦੇ ਨੇ। ਕਹਿੰਦਾ ਵੇਰੀਅਸ ਰੇਡੀਓ ਸਟੇਸ਼ਨਸ ਆਰ ਵੀਡੀਓ ਰਿਕਾਰਡਿੰਗ ਇੰਟਰਵਿਊ ਫॉर ਪਲੇਸ ਇਨ ਔਨ ਟੂ ਦਾ YouTube ਐਜ਼ ਵੈਲ ਐਜ਼ ਡਿਵੈਲਪਿੰਗ ਸ਼ਾਰਟ skits, ਯਾਰ ਸਕਰਟਸ ਕਹਿ ਗਿਆ ਗਲਤ, ਸੌਰੀ, ਸ਼ਾਰਟ ਸਕਿਟਸ ਟੂ ਡਿਵੈਲਪ ਏ ਨਿਊ ਆਡੀਅੰਸ ਬੇਸ। ਇਹ ਤਾਂ ਹੈਗਾ ਹੀ ਹੈ, ਜਿਹੜੇ ਬਹੁਤ ਸਾਰੇ ਰੇਡੀਓ ਸਟੇਸ਼ਨ ਨੇ ਉਹ ਵੀਡੀਓ ਨੂੰ ਰਿਕਾਰਡ ਕਰਦੇ ਨੇ ਤੇ ਸ਼ਾਰਟ ਸਕਿਟਸ ਵਗੈਰਾ ਬਣਾ ਕੇ ਤੇ ਨਿਊ ਆਡੀਅੰਸ ਬਣਾਈ ਜਾਂਦੇ ਆ। ਤਾਂ ਦੋਨੋਂ ਚੀਜ਼ਾਂ ਹੀ ਠੀਕ ਨੇ, ਤਾਂ ਸੀ ਆਨਸਰ ਹੈ ਬੋਥ 1 and 2, ਠੀਕ ਹੈ। ਅਗਲਾ ਕੁਐਸਚਨ ਹੈਗਾ, ਕਹਿੰਦਾ ਇਨ MS Excel 2019 ਵਿੱਚ ਉਹਦੀ ਫੋਲੋਇੰਗ ਪੇਅਰਸ ਆਫ ਟੈਬ ਇਜ਼ ਏ ਕਰੈਕਟ, ਜਾਂ ਆਰ ਵੀ ਤਾਂ ਹੋ ਸਕਦਾ, ਟੈਬ ਇਜ਼ ਆਰ, ਕਿਉਂਕਿ ਦੋਨੇ ਹੋ ਸਕਦਾ, ਦੋਨੇ ਹੀ ਕਰੈਕਟ ਹੋਣਾ ਨਾ। ਹੁਣ ਕਰੈਕਟ ਪੁੱਛ ਲਿਆ, ਕਰੈਕਟ ਦਾ ਧਿਆਨ ਚ ਰੱਖੋ, ਜੇ ਇਨਕਰੈਕਟ ਪੁੱਛਦਾ ਫਿਰ ਉਸ ਹਿਸਾਬ ਨਾਲ ਆਨਸਰ ਦਿੰਦੇ। ਕਹਿੰਦਾ ਇਨਸਰਟ ਹੈ ਜਿਹੜਾ, ਫਿਲਟਰ ਹੈ ਜਿਹੜਾ ਇਨਸਰਟ ਦੇ ਵਿੱਚ ਹੁੰਦਾ, ਆਪਾਂ ਦੇਖੀਏ ਫਿਲਟਰ ਆ ਪਿਆ ਬਈ ਐਂਡ ਤੇ, ਸੌਰਟ ਐਂਡ ਫਿਲਟਰ, ਇਹ ਕਾਹਦੇ ਚ ਹੈ, ਇਹ ਇਨਸਰਟ ਟੈਬ, ਸੌਰੀ ਹੋਮ ਟੈਬ ਚ ਲਾਈ ਕਰਦਾ, ਤਾਂ ਫਿਰ ਇਹ ਗਲਤ ਨਹੀਂ ਹੋਊਗੀ ਗੱਲ। ਫਿਲਟਰ ਜਿਹੜਾ ਇਨਸਰਟ ਚ ਕਹਿ ਰਿਹਾ ਇਹਦਾ ਮਤਲਬ ਇਹ ਰੋਂਗ ਹੈ। ਫਿਲਟਰ ਜਿਹੜਾ ਹੁੰਦਾ ਇਹ ਇਨਸਰਟ ਦੇ ਵਿੱਚ ਨਹੀਂ ਹੁੰਦਾ। ਆ ਦੇਖੋ ਆ ਇਨਸਰਟ ਖੋਲਿਆ ਹੋਇਆ, ਇਹ ਤਾਂ ਹੁੰਦਾ ਹੋਮ ਦੇ ਵਿੱਚ। ਤੇ ਦੂਜੀ ਉਹ ਗੱਲ ਕਰ ਰਿਹਾ ਟੇਬਲ, ਆ ਸੀਗੇ ਟੇਬਲ, ਟੇਬਲ ਕਾਹਦੇ ਚ ਨੇ, ਇਨਸਰਟ ਦੇ ਵਿੱਚ ਨੇ, ਬਟ ਉਹ ਕਾਹਦੇ ਚ ਕਹਿ ਰਿਹਾ, ਇਹ ਕਹਿ ਰਿਹਾ ਟੇਬਲ ਡੇਟਾ ਦੇ ਵਿੱਚ ਨੇ, ਤਾਂ ਇਹ ਡੇਟਾ ਵਿੱਚ ਨਹੀਂ ਹੈਗੇ। ਇਹਦਾ ਮਤਲਬ ਕੀ ਹੋ ਗਿਆ, ਦੋਨੋਂ ਹੀ ਗਲਤ ਹੋ ਗਏ, ਨਾਈਦਰ 1 or 2। ਦੇਖੋ ਕਿੰਨਾ ਸੌਖਾ ਕੰਮ ਹੈ ਯਾਰ, ਇਹਦੇ ਚ ਔਖਾ ਕੁਝ ਵੀ ਨਹੀਂ ਹੈ। ਉਹੀ ਬੰਦਿਆਂ ਨੇ ਬਣਾਤਾ ਵੀ ਕੰਪਿਊਟਰ ਦਾ ਪਤਾ ਨਹੀਂ ਕੀ ਹੈ ਜੀ, SI ਦਾ ਪੇਪਰ ਹੈ, ਤਾਂ ਤੁਸੀਂ ਮਿਹਨਤ ਕਰੋ, ਗੱਡ ਕੇ ਮਿਹਨਤ ਲਾਓ, ਮੈਂ ਬੈਠਾ ਤੁਹਾਡੇ ਨਾਲ।
ਆਪਾਂ ਕੁੱਤੀਆਂ ਕੰਨਾਂ ਨੇ ਚੜਾ ਦਾਂਗੇ, ਟੈਨਸ਼ਨ ਨਹੀਂ ਲੈਣੀ। ਕੰਪਿਊਟਰ ਦੇ 30 ਨੰਬਰ ਬਹੁਤ ਹੁੰਦੇ ਨੇ, ਇਹ ਨਹੀਂ ਸੋਚ ਕੇ ਛੱਡਣਾ ਕਿ ਹਾਂ ਜੀ ਅਸੀਂ ਤਾਂ ਕਰ ਹੀ ਨਹੀਂ ਸਕਦੇ, ਅਸੀਂ ਤਾਂ ਐਂ ਔਖੇ ਆਏ ਆ। ਬਸ ਵੀਡੀਓ ਰਿਪੀਟ ਕਰੋ, ਵਾਰੀ ਵਾਰੀ ਦੇਖੋ। ਇਹ ਨਾ ਸੋਚੋ ਵੀ ਲੰਬੀ, ਹੁਣ ਇਹ ਤਾਂ ਹੈਗੀ ਯਾਰ 30 ਕੁਐਸਚਨ ਨੇ, ਲੰਬੀ ਤਾਂ ਥੋੜੀ ਜਿਹੀ ਬਣੂਗੀ ਵੀਡੀਓ, ਘੰਟੇ ਦੀ ਬਣ ਹੀ ਜਾਂਦੀ ਹੈ ਹਨਾ। ਪਰ ਇਹ ਵੀ ਤੁਹਾਡਾ ਕੰਮ ਕੱਲਾ ਕੁਐਸਚਨ ਸੋਲਵ ਹੋਊਗਾ, ਠੀਕ ਹੈ। ਸੋ ਜਿਵੇਂ ਆਪਾਂ ਜਿਵੇਂ ਚੀਜ਼ਾਂ ਕਰੀਏ ਨੇ, ਜੇ ਉਹਨਾਂ ਨੂੰ ਉੱਥੇ ਹੀ ਛੱਡ ਦਾਂਗੇ ਫੇਰ ਨਹੀਂ ਗੱਲ ਬਣਨੀ। ਜੇ ਨੋਟਸ ਬਣਾਓਗੇ ਪ੍ਰੋਪਰ, ਆਪ ਵੀ ਹੱਥ ਪੱਲਾ ਮਾਰੋਗੇ ਤਾਂ ਚੀਜ਼ਾਂ ਫਿਰ ਨਿਕਲਣਗੀਆਂ ਉੱਥੇ ਸਾਹਮਣੇ, ਠੀਕ ਹੈ। ਸੋ ਇਹਦਾ ਆਨਸਰ ਡੀ ਹੈ। ਲਾਸਟ ਕੁਐਸਚਨ ਆ ਗਿਆ ਜੀ ਆਪਣਾ, ਇਨ ਕੰਪਿਊਟਰ ਸਿਸਟਮ ਕਹਿੰਦਾ ਡੈਸ਼ ਕੰਟੇਨ ਦੀ ਐਡਰੈਸ ਆਫ ਦੀ ਲੋਕੇਸ਼ਨ ਇਨ ਮੈਮਰੀ। ਇਹੋ ਹੀ ਆ ਗਏ ਰਜਿਸਟਰ ਆ ਗਏ ਜਿਹੜੇ ਆਪਾਂ ਪੜ੍ਹੇ ਸੀ, ਮੈਮਰੀ ਪੋਰਟ ਐਡਰੈਸ, ਪੋਸਟਮੈਨ ਪੋਰਟ ਐਡਰੈਸ, ਮੈਮਰੀ ਐਡਰੈਸ ਰਜਿਸਟਰ, ਮੈਮਰੀ ਐਰੇ ਰਜਿਸਟਰ। ਐਰੇ ਰਜਿਸਟਰ ਨਹੀਂ ਹੁੰਦਾ, ਮੈਮਰੀ ਐਡਰੈਸ ਰਜਿਸਟਰ। ਆ ਦੇਖੋ ਪੜ੍ਹਿਆ ਸੀ ਨਾ, ਮੈਮਰੀ ਐਡਰੈਸ ਰਜਿਸਟਰ ਕੀ ਕਰਦਾ, ਮੈਮਰੀ ਦਾ ਐਡਰੈਸ ਹੋਲਡ ਕਰਦਾ। ਆਪਾਂ ਐਵੇਂ ਜੇ ਕਰਕੇ ਮੈਮਰੀ ਬਣਾਈ ਸੀ, ਆਹ ਮੈਮਰੀ ਬਣਾਈ ਸੀ, ਇਹਦੇ ਵਿੱਚ 6 ਰੱਖਿਆ ਸੀ, ਆਹ 777 ਉਹਦਾ ਐਡਰੈਸ ਸੀਗਾ। ਐਡਰੈਸ ਤੇ ਕੰਟੈਂਟ ਜਾਂ ਡੇਟਾ ਵੀ ਕਿਹਾ ਜਾਂਦਾ ਹੈ। ਜਿਹੜਾ ਮੈਮਰੀ ਡੇਟਾ ਜਾਂ ਮੈਮਰੀ ਬਫਰ ਰਜਿਸਟਰ ਉਹਦੇ ਚ 6 ਜਾਊਗਾ, ਜਿਹੜਾ ਮੈਮਰੀ ਐਡਰੈਸ ਰਜਿਸਟਰ ਹੈ ਇਹਦੇ ਚ 777 ਜਾਊਗਾ। ਤਾਂ ਕੁਐਸਚਨ ਦੁਬਾਰੇ ਪੜ੍ਹ ਲੈਂਦੇ ਆ। ਇਨ ਕੰਪਿਊਟਰ ਸਿਸਟਮ ਡੈਸ਼ ਕੰਟੇਨ ਦੀ ਐਡਰੈਸ ਆਫ ਦੀ ਲੋਕੇਸ਼ਨ ਇਨ ਦਾ ਮੈਮਰੀ। ਲੋਕੇਸ਼ਨ ਦਾ ਐਡਰੈਸ ਤਾਂ ਮੈਮਰੀ ਐਡਰੈਸ ਰਜਿਸਟਰ। ਸੋ ਇਹ ਆਪਾਂ ਦੇਖ ਲਏ ਕੁਐਸਚਨ 20 ਅਗਸਤ 2021 ਦੇ। ਇਹ ਆਪਣਾ ਪਾਰਟ 2 ਸੀ, ਤੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਜਿਹੜੇ ਕੁਐਸਚਨ ਰਹਿੰਦੇ ਨੇ ਆਪਾਂ ਉਹ ਵੀ ਡਿਸਕਸ ਕਰਾਂਗੇ। ਤੇ ਤੁਸੀਂ ਮਿਹਨਤ ਕਰਦੇ ਰਹੋ। ਆਈ ਹੋਪ ਕਿ ਤੁਹਾਡੇ ਪੇਪਰ ਦੇ ਵਿੱਚ ਵਧੀਆ ਨੰਬਰ ਆਉਣਗੇ। ਤੇ ਬਾਕੀ ਚੈਨਲ ਨੂੰ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਤੱਕ। ਥੈਂਕ ਯੂ।